ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੁਬਲ। ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਹੱਕ ਸੱਚ ਦੀ ਲੜਾਈ ਲੜ ਰਹੇ ਲੋਕਾਂ ਨੂੰ ਨਾ ਸੁਣਨਾ, ਉਹਨਾਂ ਨੂੰ ਅਣਸੁਣਾ ਕਰ ਦੇਣਾ ਬੜੀ ਦੁਖਦਾਈ ਗੱਲ ਹੈ। ਪਰ ਉਹਨਾਂ ਦੇ ਉੱਪਰ ਗੱਡੀ ਚੜਾ ਦੇਣਾ, ਉਹਨਾਂ ਨੂੰ ਮੌਤ ਦੀ ਘਾਟ ਚੜਾ ਦੇਣਾ, ਉਸ ਤੋਂ ਜ਼ਿਆਦਾ ਦੁਖਦਾਈ ਗੱਲ ਹੈ, ਜੋ ਕਿ ਲਖੀਮਪੁਰ ਖੇਰੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਘਟਨਾ ਉਹ ਹੋਈ ਹੈ ਤੇ ਪੂਰੇ ਭਾਰਤ ਨੂੰ ਇੱਕ ਤਰ੍ਹਾਂ ਤੇ ਮੈਂ ਕਹਿੰਦਾ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਇਨਸਾਨ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਵੇ, ਹਰ ਕੋਈ ਨੂੰ ਬਿਲਕੁਲ ਠੇਸ ਪਹੁੰਚੀ ਹੈ ਤੇ ਹਰ ਕੋਈ ਇਸ ਚੀਜ਼ ਦੇ ਪਿੱਛੇ ਇਸ ਚੀਜ਼ ਦੇ ਖਿਲਾਫ ਜਿਹੜੀ ਆਪਣੀ ਆਵਾਜ਼ ਤੇ ਉਠਾ ਰਿਹਾ। ਪਰ ਪੰਜਾਬ ਦੇ ਵਿੱਚ ਕਿਉਂਕਿ ਰਾਜਨੀਤਿਕ ਮਾਹੌਲ ਨੇ, ਇਲੈਕਸ਼ਨ ਆਉਣ ਵਾਲੀਆਂ ਨੇ, ਸੋ ਉਹਦੇ ਉੱਪਰ ਇੱਕ ਵੱਖਰਾ ਰੰਗ ਵੇਖਣ ਨੂੰ ਮਿਲ ਰਿਹਾ ਹੈ। ਸੋ ਅੱਜ ਅਸੀਂ ਤਕਰੀਬਨ ਬਹਿਸ ਨਹੀਂ ਕਰਾਂਗੇ, ਬਟ ਵਿਚਾਰ ਚਰਚਾ ਕਰਾਂਗੇ। ਇੱਕ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਉਹਨਾਂ ਦੇ ਕੀ ਵਿਊ ਪੁਆਇੰਟ ਨੇ ਤੇ ਉਹ ਕੀ ਚਾਹੁੰਦੇ ਨੇ ਤੇ ਕਿਵੇਂ ਅਸੀਂ ਸਾਰੇ ਜਾਣੇ ਰਲ ਕੇ ਆਉਣ ਵਾਲੀਆਂ ਦਿਨਾਂ ਦੇ ਵਿੱਚ ਇਹੋ ਜਿਹੀ ਘਟਨਾਵਾਂ ਨੂੰ ਆਪਾਂ ਰੋਕ ਸਕਦੇ ਹਾਂ। ਸੋ ਇਸ ਪੂਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਅਹਿਬਾਬ ਗਰੇਵਾਲ ਜੀ, ਕਾਂਗਰਸ ਤੋਂ ਸਾਡੇ ਨਾਲ ਜੁੜੇ ਨੇ ਰੋਬਿਨਦੀਪ ਭੁੱਲਰ ਜੀ ਤੇ ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਹਰਜਾਪ ਸੰਘਾ ਜੀ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਅਹਿਬਾਬ ਗਰੇਵਾਲ ਜੀ ਤੁਹਾਡੇ ਤੋਂ ਪੁੱਛਾਂਗਾ, ਜਾਂ ਈਵਨ ਸਾਰਿਆਂ ਤੋਂ ਇੱਕ ਕਾਮਨ ਸਵਾਲ ਪੁੱਛਾਂਗਾ ਕਿ ਜਿਹੜੀ ਘਟਨਾ ਜਿਹੜੀ ਹੋਈ ਹੈ ਇਹਦੇ ਵਿੱਚ ਤੁਸੀਂ ਕੀ ਕਾਰਨ ਸਮਝਦੇ ਹੋ ਕਿ ਇਹੋ ਜਿਹੀ ਘਟਨਾ ਨੂੰ ਖੁੱਲੇਆਮ ਅੰਜਾਮ ਦਿੱਤਾ ਗਿਆ ਤੇ ਬੀਜੇਪੀ ਦੀ ਸਰਕਾਰ, ਭਾਜਪਾ ਸਰਕਾਰ ਹਲੇ ਵੀ ਉਸ ਗੱਲ ਤੇ ਐਕਸੈਪਟ ਨਹੀਂ ਕਰ ਰਹੀ। ਨੋ ਡਾਊਟ ਪੂਰੇ ਦੇਸ਼ 'ਚ ਵਿਰੋਧ ਕੀਤਾ ਜਾ ਰਿਹਾ, ਪਰ ਫਿਰ ਵੀ ਅਗਰ ਮਾਨਸਿਕਤਾ ਦੇਖੀ ਜਾਵੇ ਜਾਂ ਕੀ ਸਿਚੁਏਸ਼ਨ ਹੋਈ ਹੋਵੇਗੀ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਬਚਾਓ ਜਿਵੇਂ ਵੱਡੇ ਲੈਵਲ ਤੇ ਕੀਤਾ ਜਾ ਰਿਹਾ, ਸਾਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਹਿਬਾਬ ਗਰੇਵਾਲ ਜੀ? ਦੇਖੋ ਮੋਹਿਤ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਇਹ ਘਟਨਾ ਹੋਈ ਹੈ, ਜਿਹੜੇ ਵਿਅਕਤੀ ਨੇ ਇਹ ਘਟਨਾ ਅੰਜਾਮ ਦਿੱਤੀ ਹੈ, ਉਹਦੇ ਪਿਤਾ ਨੂੰ ਥੋੜੀ ਦੇਰ ਪਹਿਲਾਂ ਮਿਨਿਸਟਰ ਆਫ ਸਟੇਟ ਬਣਾਇਆ ਗਿਆ। ਉਸ ਬੰਦੇ ਨੂੰ ਇਹ ਦੇਖ ਕੇ ਸੋਚ ਕੇ ਮਿਨਿਸਟਰ ਆਫ ਸਟੇਟ ਬਣਾਇਆ ਗਿਆ। ਪਹਿਲੀ ਗੱਲ ਤਾਂ ਯੂਪੀ 'ਚ ਇਲੈਕਸ਼ਨ ਹੈ ਤੇ ਬ੍ਰਾਹਮਣ ਸਮਝ ਕੇ। ਦੂਜੀ ਗੱਲ, ਇੱਕ ਮਸਲ ਐਡ ਕੀਤਾ ਗਿਆ ਕਿਉਂਕਿ ਉਸ ਇਲਾਕੇ ਦੇ ਜਿਹੜੇ ਕਿਸਾਨ ਸੀ, ਉਹ ਕਿਸਾਨ ਬਹੁਤ ਜ਼ਿਆਦਾ ਇਹਨਾਂ ਦੇ ਵਿਰੁੱਧ ਹੋਏ ਸੀ, ਬੀਜੇਪੀ ਵਾਲਿਆਂ ਦੇ। ਸੋ ਇਹਨਾਂ ਨੂੰ ਸੋਚ ਸਮਝ ਕੇ ਉਸ ਵਿਅਕਤੀ ਨੂੰ ਪਹਿਲਾਂ ਤਾਂ ਬਣਾਇਆ ਜੀ ਮੰਤਰੀ ਬਣਾ ਕੇ। ਇਹ ਉਹ ਬਹਾਨਾ ਲੱਭ ਰਿਹਾ ਸੀ, ਉਹ ਬਹੁਤ ਦੇਰ ਤੋਂ ਬਹਾਨਾ ਲੱਭ ਰਿਹਾ ਸੀ। ਐਂਡ ਇਹ ਕਿੱਥੋਂ ਪਤਾ ਲੱਗਦਾ ਕਿ ਬੀਜੇਪੀ ਦੀ ਮਨਸ਼ਾ ਨੂੰ ਰੋਕਣ ਦੀ ਨਹੀਂ ਸੀ ਕਿ ਇੱਕ ਮਿਨਿਸਟਰ ਆਫ ਸਟੇਟ ਇਹੋ ਜਿਹੀਆਂ ਗੱਲਾਂ ਕਹਿੰਦਾ ਕਿ ਮੈਂ ਗੁੰਡਾ ਤੇ ਮੈਂ ਇੱਥੋਂ ਭਜਾ ਦੂੰਗਾ ਤੇ ਮੈਂ ਕੱਢ ਦੂੰਗਾ, ਤੇ ਉਹਨੂੰ ਨਾ ਤਾਂ ਟੋਕਿਆ ਤਾਂ ਕੀ ਜਾਂਦਾ, ਉਹਨੂੰ ਇਨਕਰੇਜ ਕੀਤਾ ਜਾਂਦਾ। ਇਨਕਰੇਜ ਇਸ ਤਰ੍ਹਾਂ ਕੀਤਾ ਜਾਂਦਾ ਕਿ ਡਿਪਟੀ ਸੀਐਮ ਉਹਦੇ ਫੰਕਸ਼ਨ ਤੇ ਜਾਂਦਾ। ਚਲੋ, ਉਦੋਂ ਬਾਅਦ ਉਹ ਜਿਹੜੀ ਇਹਨਾਂ ਦੇ ਵਿੱਚ ਇੱਕ ਹੰਕਾਰ ਸੀ, ਸੱਤਾ ਦੇ ਨਸ਼ੇ ਚੂਰ ਸੀ, ਉਹਦੇ ਵਿੱਚ ਇਹਨਾਂ ਨੇ ਇਹ ਸੋਚਿਆ ਕਿ ਉੱਥੋਂ ਦੇ ਕਿਸਾਨਾਂ ਨੂੰ ਦੱਬਿਆ ਜਾ ਸਕਦਾ ਤੇ ਇੱਕ ਪ੍ਰੀ ਮੈਡੀਟੇਟਿਡ ਮਰਡਰ ਕੀਤਾ ਗਿਆ। ਤੇ ਜਿਸ ਤਰ੍ਹਾਂ ਇਹ ਤਜਿੰਦਰ ਵਿਰਕ ਹੋਣਾ ਦਾ, ਜਿਹੜੇ ਕਿਸਾਨ ਨੇਤਾ ਨੇ, ਉਹਨਾਂ ਦਾ ਨਾਮ ਲਵਾ ਰਹੇ ਆ ਸਾਰਿਆਂ ਤੋਂ। ਉਹ ਬੰਦਾ ਵਿਚਾਰਾ ਹਸਪੀਟਲ 'ਚ ਆਪਣੀ ਜਾਨ ਲਈ ਲੜ ਰਿਹਾ ਹੈ ਤੇ ਜਿਹੜਾ ਇਹਨਾਂ ਦਾ ਬੰਦਾ ਬਣਿਆ ਉਹਦੇ ਪਰਿਵਾਰ ਤੋਂ ਇਹ ਤਜਿੰਦਰ ਵਿਰਕ ਦਾ ਨਾਂ ਦਵਾ ਰਹੇ ਨੇ। ਤੇ ਉਹ ਜਿਹੜਾ ਇਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਰ, ਇਹ ਬੇਸਿਕਲੀ ਬੜੀ ਸੋਚੀ ਸਮਝੀ ਪ੍ਰੀ ਮੈਡੀਟੇਟਿਡ ਇੱਕ ਸਾਜ਼ਿਸ਼ ਸੀ। ਇਹਦੇ 'ਚ ਇਹ ਸੀ ਕਿ ਹੁਣ ਕਿਸਾਨਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਕਿ ਹੁਣ ਅਸੀਂ ਤੁਹਾਨੂੰ ਮਾਰਨ ਤੇ ਆ ਗਏ, ਤੇ ਇਹ ਡਰਾ ਕੇ ਅੰਦਰ ਕਰਦੇ। ਇਹ ਕਰ ਗਈ ਬੈਕਫਾਇਰ ਐ ਕਰ ਗਈ ਕਿ ਕਿਸਾਨ ਜਿਹੜਾ ਵੈਸੇ ਹੀ ਵਿਚਾਰਾ ਮਰਨ ਦੀ ਕਗਾਰ ਤੇ ਹੈ, ਜੇ ਕਾਨੂੰਨ ਹੋ ਜਾਂਦੇ ਤਾਂ ਕਿਸਾਨੀ ਇੰਡੀਆ 'ਚ ਖਤਮ ਹੋ ਜੂਗੀ, ਉਹਦੇ ਕੋਲ ਹੋਣ ਨੂੰ ਨਹੀਂ ਹੈਗਾ। ਤੇ ਮੇਰਾ ਇਹ ਮੰਨਣਾ ਹੈ ਕਿ ਇਹ ਇੱਕ ਪ੍ਰੀ ਮੈਡੀਟੇਟਿਡ ਸਾਜ਼ਿਸ਼, ਤੇ ਹੁਣ ਉਸ ਬੰਦੇ ਨੂੰ ਮੰਤਰੀ ਪਦ ਤੋਂ ਲਾਇਆ ਨਹੀਂ ਜਾ ਰਿਹਾ, ਉਹਦੇ ਬੱਚੇ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ। ਬੱਚਾ ਦਾ ਕੀ ਹੈ, ਉਸ ਰਾਖਸ਼ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ। ਸੋ ਇਹ ਮਨਸ਼ਾ ਦੱਸਦਾ ਹੈ ਕਿ ਮੋਦੀ ਸਰਕਾਰ ਹੁਣ ਇਹ ਮਨ ਬਣਾ ਚੁੱਕੀ ਹੈ ਕਿ ਇਹਨਾਂ ਨੂੰ ਜੇ ਅਸੀਂ ਹੋਰ ਕਿਸੇ ਤਰੀਕੇ ਨਹੀਂ ਦੱਬ ਸਕੇ ਤੇ ਅਸੀਂ ਇਹਨਾਂ ਨੂੰ ਡਰਾ ਕੇ ਮਾਰ ਕੇ ਇਹਨਾਂ ਨੂੰ ਥੱਲੇ ਲਾਵਾਂਗੇ, ਪਰ ਉਹ ਹੋ ਨਹੀਂ ਪਾਊਗਾ ਸਰ ਜੀ। ਰੋਬਿਨਦੀਪ ਭੁੱਲਰ ਜੀ, ਤੁਹਾਡਾ ਕੀ ਕਹਿਣਾ ਪੂਰੇ ਵਾਕਿਆ ਦੇ ਬਾਰੇ? ਮੋਹਿਤ ਜੀ, ਇਹ ਜਿਹੜੀ ਵਹਿਸ਼ੀਆਨਾ ਇੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੀ ਕਿਸੇ ਸਰਕਾਰ ਨੇ ਜਾਂ ਕਿਸੇ ਵੀ ਲੀਡਰ ਨੇ, ਕਿਸੇ ਇਨਸਾਨ ਨੇ ਇਹੋ ਜਿਹੀ ਹਰਕਤ ਨਹੀਂ ਕੀਤੀ, ਜਿਹੜੀ ਇੱਕ ਵਹਿਸ਼ੀਆਨਾ, ਇੱਕ ਜਿਹੜੀ ਕਾਇਰਤਾ ਦਾ ਜਿਹੜੀ ਸਬੂਤ ਦਿੰਦੀ ਹੈ ਕਿ ਪੀਸਫੁਲੀ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਆ 10 ਮਹੀਨਿਆਂ ਤੋਂ ਕਰ ਰਹੇ ਆ। ਪਹਿਲਾਂ ਤਾਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਅਤਿਆਚਾਰ ਕੀਤੇ ਜਾਂਦੇ, ਉਹਨਾਂ ਨੂੰ ਬਦਨਾਮ ਕੀਤਾ ਜਾਂਦਾ। ਤੇ ਫਿਰ ਜਿਹੜੀ ਅੱਜ ਜਿਹਦੀ ਸਾਡਾ ਦੇਸ਼ ਨਹੀਂ ਬਲਕਿ ਮੈਂ ਸਮਝਦਾ ਸਾਰੀ ਦੁਨੀਆ ਇਸ ਗੱਲ ਦਾ ਜਿਹੜਾ ਅਫਸੋਸ ਜਤਾ ਰਹੀ ਹੈ, ਇਹਨਾਂ ਨੂੰ ਲਾਹਨਤਾਂ ਪੈ ਰਹੀਆਂ ਕਿ ਇੰਨੀ ਵਹਿਸ਼ੀਆਨਾ ਹਰਕਤ ਕਿ ਕਿਸਾਨ, ਆਪਾਂ ਜਦੋਂ ਮੈਂ ਵੀਡੀਓ ਦੇਖੀ ਉਹ ਵੇਖਣਯੋਗ ਨਹੀਂ, ਇੰਨੀ ਜਿਹੜੀ ਤਰਸਯੋਗ ਤੇ ਇਹੋ ਜਿਹੀ ਉਹ ਵੀਡੀਓ ਹੈ ਕਿ ਆਰਾਮ ਨਾਲ ਕਿਸਾਨ ਤੁਰੇ ਜਾ ਰਹੇ ਆ, ਪਿੱਛੋਂ ਜੀਪ ਆਉਂਦੀ ਹੈ
ਤੇ ਉਹਨਾਂ ਨੂੰ ਲਤੜ ਕੇ ਭਜਾ ਕੇ ਚਲੀ ਜਾਂਦੀ ਹੈ ਸਾਇਰਨ ਵਜਾਉਂਦੀ। ਮੈਂ ਸਮਝਦਾ ਇਹ ਕਿਸਾਨ ਅੰਦੋਲਨ ਨੂੰ ਤਾਂ ਭਾਜਪਾ ਕੁਚਲ ਨਹੀਂ ਸਕੀ। ਇਹਨਾਂ ਨੂੰ ਸ਼ਾਇਦ ਲੱਗਿਆ ਹੋਵੇ ਕਿ ਅਸੀਂ ਕਿਸਾਨਾਂ ਨੂੰ ਕੁਚਲ ਕੇ ਹੀ ਅਸੀਂ ਅੰਦੋਲਨ ਦਾ ਨੁਕਸਾਨ ਕਰ ਲਾਂਗੇ, ਕਿਉਂਕਿ ਅੰਦੋਲਨ ਨੂੰ ਕੁਚਲ ਨਹੀਂ ਸਕੇ ਤੇ ਕਿਸਾਨਾਂ ਨੂੰ ਕੁਚਲਣ ਤੇ ਇਹ ਆ ਗਏ। ਪਰ ਮੈਂ ਇਹ ਗੱਲ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿੰਨਾ ਇਹ ਜਿਹੜਾ ਦੇਸ਼ ਹੈ ਇਹ ਕਿਸਾਨਾਂ ਦਾ, ਮਜ਼ਦੂਰਾਂ ਦਾ ਇੱਕ ਲੋਕਤੰਤਰਿਕ ਦੇਸ਼ ਹੈ। ਇਹ ਭਾਜਪਾ ਦੀ ਕੂੜ ਵਿਚਾਰਧਾਰਾ ਦੀ ਜ਼ਗੀਰ ਨਹੀਂ। ਜਿਸ ਤਰ੍ਹਾਂ ਇਹਨਾਂ ਨੇ ਏਡੀ ਘਟੀਆ, ਮੈਂ ਮਤਲਬ ਉਹੋ ਜਿਹੇ ਕੋਈ ਅਸਭਿਅਕ ਸ਼ਬਦ ਨਹੀਂ ਵਰਤਣਾ ਚਾਹੁੰਦਾ, ਨਿਕਲਦੇ ਤਾਂ ਉਹੋ ਜਿਹੇ ਹੀ ਹੈ, ਪਰ ਏਦੂ ਘਟੀਆ, ਏਦੂ ਕਮੀਨਗਿਰੀ ਵਾਲੀ ਹਰਕਤ ਮੈਂ ਸਮਝਦਾ ਸਿਆਸਤ ਦੇ ਵਿੱਚ ਜਾਂ ਵੈਸੇ ਵੀ ਭਾਰਤ ਦੇ ਇਤਿਹਾਸ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ, ਜਾਂ ਸ਼ਾਇਦ ਉਸ ਤੋਂ ਪਹਿਲਾਂ ਵੀ ਜਿੰਨਾ ਕੁ ਅਸੀਂ ਪੜ੍ਹੇ ਲਿਖੇ, ਸੁਣਿਆ, ਦੇਖਿਆ, ਇਹੋ ਜਿਹੀ ਹਰਕਤ ਅੱਜ ਤੱਕ ਕਦੇ ਨਹੀਂ ਹੋਈ। ਸੋ ਮੈਂ ਜੀ ਇੱਕੋ ਬੇਨਤੀ ਕਰਦਾ ਸਾਰਿਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਸਾਨੂੰ ਇੱਕ ਬੈਨਰ ਦੇ ਨੀਚੇ ਆ ਕੇ, ਕਿਸਾਨਾਂ ਦੇ ਬੈਨਰ ਦੇ ਨੀਚੇ ਆ ਕੇ ਉਹਨਾਂ ਦੀ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਹੈ ਤੇ ਇਹਨਾਂ ਬਦਮਾਸ਼ਾਂ ਨੂੰ ਅੰਦਰ ਦਬਾਉਣਾ ਚਾਹੀਦਾ। FIR ਹੋ ਗਈ ਪਰ ਕਾਰਵਾਈ ਕਿੱਥੇ ਹੋਈ ਹੈ? ਸਗੋਂ ਜਿਹੜੇ ਲੀਡਰ ਉੱਥੇ ਉਹਨਾਂ ਪਰਿਵਾਰਾਂ ਕੋਲ ਅਫਸੋਸ ਕਰਨ ਜਾਂਦੇ ਆ, ਦੁੱਖ ਸਾਂਝਾ ਕਰਨ ਜਾਂਦੇ ਆ, ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਜਾਂਦਾ। ਪਿੱਛੇ ਜੇ ਸਾਡੇ ਲੀਡਰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਗਏ, ਰਾਹੁਲ ਗਾਂਧੀ ਜੀ ਗਏ, ਪੰਜਾਬ ਦੇ CM ਚੰਨੀ ਜੀ ਗਏ, ਉਹਨਾਂ ਨੂੰ ਲਖਨਊ 에ਅਰਪੋਰਟ ਤੋਂ ਬਾਹਰ ਨਹੀਂ 2-3 ਘੰਟੇ ਨਿਕਲਣ ਦਿੱਤਾ ਜਾ ਰਿਹਾ। ਸੋ ਇਹ ਲੋਕਤੰਤਰ ਦਾ ਘਾਣ ਤਾਂ ਜਿਹੜਾ ਹੋ ਹੀ ਰਿਹਾ ਸੀ, ਇਹ ਹੁਣ ਲੋਕਾਂ ਦਾ ਇਹਨਾਂ ਨੇ ਕਤਲੇਆਮ ਜਿਹੜਾ ਸ਼ੁਰੂ ਕਰਤਾ, ਕਤਲੋ ਗਾਰਜ ਸ਼ੁਰੂ ਕਰਤੀ ਹੈ। ਇਦੋਂ ਘਟੀਆ ਹਰਕਤ ਸਾਡੇ ਲੋਕਤੰਤਰ ਦੇ ਵਿੱਚ, ਜਮਹੂਰੀਅਤ ਦੇ ਵਿੱਚ ਹੋਰ ਹੋ ਹੀ ਨਹੀਂ ਸਕਦੀ। ਬਾਕੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀ ਘਟਨਾ ਵਾਪਰੀ ਹੈ ਉਹਦੇ ਲਈ ਹਰ ਕੋਈ ਦੁਖੀ ਹੈ, ਹਰ ਕੋਈ ਵਿਰੋਧ ਕਰ ਰਿਹਾ ਹੈ। ਤੇ ਮੈਂ ਹੁਣ ਹਰਜਾਪ ਸੰਘਾ ਜੀ ਦਾ ਵਿਊ ਪੁਆਇੰਟ ਲੈਣਾ ਚਾਹਾਂਗਾ। ਹਰਜਾਪ ਸੰਘਾ ਜੀ। ਮੋਹਿਤ ਜੀ, ਗਰੇਵਾਲ ਸਾਹਿਬ, ਭੁੱਲਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਦੋਨੋਂ ਵੀਰਾਂ ਦੇ ਨਾਲ ਪੂਰਾ ਸਹਿਮਤ ਹੈ, ਵਰਡ ਟੂ ਵਰਡ ਸਹਿਮਤ ਹੈ। ਜੋ ਇਹਨਾਂ ਨੇ ਗੱਲਾਂ ਕਰੀਆਂ ਕਿ ਇਹ ਡੈਮੋਕ੍ਰੇਸੀ ਤਾਂ ਰਹੀ ਨਹੀਂ, ਇਹ ਤਾਂ ਬਦਮਾਸ਼ਾਂ ਦਾ ਟੈਲੈਂਟ, ਇੱਕ ਤਾਨਾਸ਼ਾਹ ਸਰਕਾਰ ਦਾ ਰਵੱਈਆ ਦਿਸਦਾ ਆ। ਸਿਰਫ UP ਦੇ ਵਿੱਚ ਹੀ ਨਹੀਂ, ਜੇ ਆਪਾਂ ਹਰਿਆਣੇ ਦੇ ਵਿੱਚ ਵੀ ਦੇਖੀਏ, ਉੱਥੇ ਵੀ ਖੱਟਰ ਸਾਹਿਬ ਕਹਿੰਦੇ ਨੇ ਕਿ ਵੀ ਡਾਂਗਾ ਚੱਕ ਲਓ, ਹੱਥੋਂ ਹੱਥ ਹੋ ਜਾਓ, ਜੇਲ੍ਹ ਵੀ ਚੱਲ ਜਾਓਗੇ ਤਾਂ ਤੁਸੀਂ ਵੱਡੇ ਲੀਡਰ ਬਣ ਕੇ ਬਾਹਰ ਆਓਗੇ। ਇਹ RSS ਦਾ, BJP ਦਾ ਕਲੀਅਰ ਕੱਟ ਏਜੰਡਾ, ਨਾ ਕਿ ਸਿਰਫ ਮਾਈਨੋਰਿਟੀਜ਼ ਨੂੰ ਟਾਰਗੇਟ ਕਰਦਾ, ਜੋ ਉਹਨਾਂ ਦਾ ਅੰਨਦਾਤਾ ਆ, ਜਿਹਨੂੰ ਆਪਾਂ ਫਾਰਮਰ ਹੋ ਗਿਆ, ਮਜ਼ਦੂਰ ਹੋ ਗਿਆ, ਜਿਹੜਾ 70% ਤੋਂ 90% ਇਕਨੋਮੀ ਇਹਨਾਂ ਦੀ ਚਲਾਉਂਦਾ ਹੈ, ਉਹਨਾਂ ਦਾ ਗਲ ਘੁੱਟ ਕੇ ਸਿਰਫ ਕੁਛ ਪਰਿਵਾਰਾਂ ਦੀ, ਕੁਛ ਸਾਮੀਆਂ ਦੀ ਮਦਦ ਕਰਨ ਦੇ ਵਿੱਚ ਲੱਗੇ ਹੋਏ ਨੇ ਜੀ। ਯੂਨੀਅਨ ਮਿਨਿਸਟਰ ਦਾ ਤੇ ਮਿਨਿਸਟਰ ਆਫ ਸਟੇਟ ਦਾ ਏਦਾਂ ਦਾ ਰਵੱਈਆ, ਬਦਮਾਸ਼ਾਂ ਵਾਲਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਜੇ ਤੁਸੀਂ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਇੱਕ ਥੋੜੀ ਦੂਰੋਂ ਵੀਡੀਓ ਹੈਗੀ ਹੈ ਜਿਹਦੇ ਵਿੱਚ ਦਿਸਦਾ ਹੈ ਕਿ ਉਹ ਬੰਦਾ ਗੱਡੀ ਭਜਾਉਂਦਾ ਲੈ ਕੇ ਜਾਂਦਾ ਹੈ। ਪਹਿਲਾਂ ਗੱਡੀਆਂ ਹੌਲੀ ਨੇ ਤੇ ਨੇੜੇ ਪਹੁੰਚ ਕੇ ਉਹਦੀ ਸਪੀਡ ਖਿੱਚ ਦਿੰਦਾ ਹੈ। ਇੱਕ ਵੀਡੀਓ ਵਾਇਰਲ ਹੋਈ ਜੀ, ਇੱਕ ਤਾਂ ਹੈਗੀ ਜਿਹੜੀ ਨਜ਼ਦੀਕ ਤੋਂ ਗੱਡੀ ਕੁਚਲਦੀ ਦਿਸਦੀ ਹੈ, ਇੱਕ ਹੈਗੀ ਜਿਹੜੀ ਪਿੱਛੋਂ ਕੋਈ ਬੰਦਾ ਕਹਿ ਨਹੀਂ ਰਿਹਾ ਕਿ ਇਹਨੇ ਥੱਲੇ ਤਾਂ ਦੇ ਦੇਵੇ, ਕੋਈ ਗਲਤ ਵੀ ਇੱਕਦਮ ਭਜਾ ਰਿਹਾ ਗੱਡੀ। ਉਹ ਲਾਸਟ ਦੇ ਵਿੱਚ ਉਹਦੇ ਵਿੱਚ ਇੱਕ ਆਵਾਜ਼ ਵੀ ਆਉਂਦੀ ਹੈ, ਕਿਸੇ ਦੇ ਕੁਚਲੇ ਜਾਣ ਦੀ ਆਵਾਜ਼ ਵੀ ਆਉਂਦੀ ਹੈ। ਇਹ BJP ਸਰਕਾਰ ਦੀ ਮਨਸ਼ਾ ਬਹੁਤ ਕਲੀਅਰਲੀ ਦਿਸ ਰਹੀ ਹੈ, ਜਿਹਦੇ ਵਿੱਚ ਕੋਈ ਵੀ ਆਵਾਜ਼ ਜਿਹੜੀ ਉਹਨਾਂ ਦੇ ਖਿਲਾਫ ਉੱਠਦੀ ਹੈ ਉਹਨੂੰ ਉਹ ਦੱਬਣ ਦੀ ਕੋਸ਼ਿਸ਼ ਕਰਦੇ ਆ। ਮੈਂ ਅੱਜ ਦੀ ਇੰਡੀਆ ਦੇ ਹਾਲਾਤ ਨੂੰ ਨਾਰਥ ਕੋਰੀਆ ਦੇ ਹਾਲਾਤਾਂ ਦੇ ਨਾਲ ਮਿਲਾਉਣਾ ਚਾਹੂੰਗਾ ਕਿ ਜੋ ਉੱਥੇ ਦਾ ਇੱਕ ਤਾਨਾਸ਼ਾਹ ਕਰਦਾ ਕਿ ਵੀ ਜੋ ਮੈਂ ਕਹਿਤਾ ਉਹੀ ਹੋਊ, ਜੋ ਮੇਰੀ ਆਵਾਜ਼ ਉਹੀ ਸੁਣੋ, ਮੈਂ ਕਹਿਤਾ ਤੇ ਆ ਨਹੀਂ ਦਿਖਣਾ, ਮੈਂ ਕਹਿਤਾ ਤੇ ਮੀਡੀਆ ਨਹੀਂ ਚੱਲਣਾ, ਮੈਂ ਕਹਿਤਾ ਇੰਟਰਨੈਟ ਨਹੀਂ ਚੱਲਣਾ, ਮੈਂ ਕਹਿਤਾ ਕੋਈ ਲੀਡਰ ਨਹੀਂ ਉੱਠਣਾ। ਇਹ ਏਦਾਂ ਦਾ ਰਵੱਈਆ ਮੋਦੀ ਸਰਕਾਰ ਨੇ ਆਪਣੇ ਆਦਿੱਤਿਆਨਾਥ ਜੀ ਜਿਹੜੇ CM UP ਦੇ ਨੇ, ਉਹਨਾਂ ਦੇ ਮਸਲਦਾਰ, ਉਹਨਾਂ ਦਾ ਬਦਮਾਸ਼, ਉਹਨਾਂ ਦੀ ਮਨਸ਼ਾ ਦੇ ਵਿੱਚ ਮਿਨਿਸਟਰ ਆਫ ਸਟੇਟ ਏਦਾਂ ਦੀ, ਮੈਂ ਕਹਿ ਰਿਹਾ ਸੀ ਜੋ ਤੁਸੀਂ ਇਹਨਾਂ ਦੀ ਮਸਲ ਆਪਣਾ ਦੇਖ ਰਹੇ ਹੋ, BJP ਨੂੰ ਫਲੈਕਸ ਕਰਦਾ, ਇਹ ਉਹਨਾਂ ਦੀ ਡਰ, ਉਹਨਾਂ ਦਾ ਝਲਕ ਰਿਹਾ ਕਿ ਜਦ ਤੱਕ ਇਹਨਾਂ ਦਾ ਜ਼ੋਰ ਚੱਲ ਰਿਹਾ ਹੈ, ਹਰ ਕਿਸੇ ਨੂੰ, ਹਰ ਵਰਗ ਨੂੰ ਜਿਹੜੀ ਆਵਾਜ਼ ਇਹਨਾਂ ਦੇ ਖਿਲਾਫ ਉੱਠਦੀ ਹੈ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਮਾਰਨ ਤੱਕ ਜਾਂਦੇ ਨੇ, ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਵਾਸਤੇ। ਸੋ ਮੈਂ ਭੁੱਲਰ ਸਾਹਿਬ ਦੀ ਪੂਰੀ ਗੱਲ ਨਾਲ ਸਹਿਮਤ ਹੈ ਕਿ ਆਪਾਂ ਨੂੰ ਸਾਰਿਆਂ ਨੂੰ
ਆਪਣੀ ਇੰਡੀਵਿਜੂਅਲ ਕੈਪੈਸਿਟੀ ਵਿੱਚ ਤੇ ਪਾਰਟੀਆਂ ਨੂੰ ਸਾਰਿਆਂ ਨੂੰ ਅੰਡਰ ਵਨ ਬੈਨਰ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ ਵੀ ਇਦਾਂ ਦੇ ਤਾਨਾਸ਼ਾਹ ਜਿੱਥੇ ਜਿੱਥੇ ਉੱਠਣਗੇ ਆਪਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ, ਅਬਵ ਪਾਰਟੀ ਲਾਈਨਸ ਲੜਨਾ ਚਾਹੀਦਾ। ਪਰ ਇਸ ਪੂਰੇ ਘਟਨਾ ਯੁੱਗ ਦੇ ਵਿੱਚ ਮੈਂ ਚੰਨੀ ਸਰਕਾਰ ਨੂੰ ਜ਼ਰੂਰ ਟਾਰਗੇਟ ਕਰਨਾ ਚਾਹੂੰਗਾ। ਕਿਸਾਨ ਅੰਦੋਲਨ ਸ਼ੁਰੂ ਹੋਏ ਨੂੰ 10 ਮਹੀਨੇ ਹੋ ਗਏ, ਠੀਕ ਹੈ ਜੀ, 1 ਸਾਲ ਹੋ ਗਿਆ ਪੂਰਾ ਦਿੱਲੀ ਬੈਠਿਆਂ ਨੂੰ, 10 ਮਹੀਨੇ ਹੋ ਗਏ ਪੂਰਾ ਜਦੋਜਹਿਦ ਕੀਤੇ। ਤੁਸੀਂ ਇੱਕ ਗੱਲ ਨੋਟਿਸ ਕਰੋ ਕਿੰਨੀਆਂ ਜਾਨਾਂ ਗਈਆਂ ਜੀ, 600 650 ਲੋਕ ਆਪਣੇ ਪੂਰੇ ਹੋ ਗਏ। ਚੰਨੀ ਜੀ ਨੂੰ ਉਹ ਬੰਦੇ ਨਹੀਂ ਦਿਖੇ ਪਰ ਜਿਹੜੇ ਲਖੀਮਪੁਰ ਦੇ ਵਿੱਚ ਜਾ ਕੇ ਉਹਨਾਂ ਨੂੰ 50-50 ਲੱਖ ਦੇ ਕੇ ਆਪਣੀ ਸਿਆਸਤ ਚਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਮੈਨੂੰ ਉਹ ਚੀਜ਼ ਬੜੀ ਹਰਟ ਹੋਈ ਪਰਸਨਲੀ ਕਿ ਇੱਥੇ ਵਾਲੇ ਵੀ ਤਾਂ ਜ਼ਿਮੀਂਦਾਰ ਸੀ, ਇੱਥੇ ਵਾਲਿਆਂ ਦੇ ਵੀ ਤਾਂ ਕਿਸੇ ਦਾ ਫਾਦਰ ਚੱਲ ਗਿਆ, ਕਿਸੇ ਦਾ ਚਾਚਾ ਚੱਲ ਗਿਆ, ਕਿਸੇ ਦਾ ਬੇਟਾ ਚੱਲ ਗਿਆ। ਇਸ ਚੀਜ਼ ਨੂੰ ਸਰਕਾਰ ਨੇ, ਲੋਕਾਂ ਨੇ ਪੋਲਿਟਿਸਾਈਜ਼ ਕਰ ਲਿਆ। ਕਹਿੰਦੇ ਇਸ ਚੀਜ਼ ਨੂੰ ਆਪਣੇ ਮੌਕੇ ਲਈ, ਆਪਣੇ ਫਾਇਦੇ ਲਈ ਪੰਜਾਬ ਦੇ ਵਿੱਚ ਇਲੈਕਸ਼ਨ ਜਾ ਰਹੇ ਨੇ। ਉਸ ਚੀਜ਼ ਦੇ ਵਿੱਚ ਆਪ ਜਾ ਕੇ ਨੈਸ਼ਨਲ ਮੀਡੀਆ ਦੇ ਸਟਾਰ ਬਣ ਗਏ ਕਿ ਜੀ ਅਸੀਂ ਬੜੇ ਕਿਸਾਨਾਂ ਦੇ ਦੁੱਖ ਦੇ ਵਿੱਚ ਖੜੇ ਹਾਂ। ਪਰ ਕਿਸਾਨ ਦਾ ਪੰਜਾਬ ਦਾ ਵੀ ਹੈਗਾ ਜੀ ਜਿਹੜਾ ਸ਼ਹੀਦ ਹੋਇਆ, ਕਿਸਾਨ ਦਾ ਹਰਿਆਣੇ ਦੇ ਵਿੱਚ ਹੋਰ ਵੀ ਬਹੁਤ ਨੇ ਜਿਹੜੇ ਸ਼ਹੀਦ ਹੋਏ ਨੇ। ਉਹਨਾਂ ਨੂੰ ਵੀ ਉਨੇ ਪੈਸੇ ਦੀ ਲੋੜ ਹੈ ਜਾਂ ਉਹਨਾਂ ਹੀ ਸਹਾਰੇ ਦੀ ਲੋੜ ਹੈ ਜਿੰਨੀ ਕਿ ਜਿਹੜੇ ਵੀਰ ਉੱਥੇ ਕੁਚਲ ਕੇ ਮਾਰੇ ਗਏ ਉਹਨਾਂ ਨੂੰ। ਪਰ ਇਸ ਚੀਜ਼ ਨੂੰ ਲੋਕਾਂ ਨੇ ਨਜ਼ਰਅੰਦਾਜ਼ ਕਰਤਾ, ਇਸ ਚੀਜ਼ ਨੂੰ ਪੋਲਿਟਿਸਾਈਜ਼ ਕਰਤਾ ਕਿ ਨਹੀਂ ਜੀ ਉਹੀ 8 ਬੰਦੇ ਤੇ ਬਾਕੀ ਜਿਹੜੇ 600-700 ਬੰਦਾ ਸੀ ਉਹ ਕਿਸੇ ਗਿਣਤੀ 'ਚ ਨਹੀਂ ਰਹਿਣ ਦਿੱਤਾ ਜੀ। ਇਹ ਚੀਜ਼ ਮੈਂ ਜ਼ਰੂਰ ਤੁਹਾਡੀ ਨੋਟਿਸ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਜੀ। ਤੇ ਵਾਕਈ ਬੜਾ ਵੱਡਾ ਇਲਜ਼ਾਮ ਕਹਿ ਲਓ, ਕਿਉਂਕਿ ਚਲੋ ਜਿਹੜੀ ਚੀਜ਼ ਹੋਈ ਉਹ ਤਾਂ ਵਾਕਈ ਮੰਦਭਾਗੀ ਹੈ, ਬਟ ਪੈਸਿਆਂ ਦੇ ਨਾਲ ਉਹ ਭਰਪਾਈ ਤਾਂ ਨਹੀਂ ਹੁੰਦੀ। ਬਟ ਜਿਹੜਾ ਇਲਜ਼ਾਮ ਤੁਸੀਂ ਲਾਇਆ ਕਿ ਉਹਨਾਂ ਲਖੀਮਪੁਰ ਘਟਨਾ ਦੇ ਵਿੱਚ ਜਿਹੜੇ ਲੋਕ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ 45-50 ਲੱਖ ਅਨਾਉਂਸ ਕੀਤੇ ਜਾਂਦੇ ਨੇ, ਜਦਕਿ ਪੰਜਾਬ ਦੇ 700 ਦੇ ਤਕਰੀਬਨ ਜਿਹੜੇ ਹਾਲੇ ਤੱਕ ਜਿਹੜੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ ਕਿਸਾਨੀ ਅੰਦੋਲਨ ਦੇ ਚੱਲਦਿਆਂ, ਤੇ ਉਹਨਾਂ ਨਾਲ ਥੋੜਾ ਵਿਤਕਰਾ ਕੀਤਾ ਜਾਂਦਾ। ਸੋ ਬੜਾ ਵੱਡਾ ਇਲਜ਼ਾਮ ਰੋਬਿਨਦੀਪ ਭੁੱਲਰ ਜੀ ਤੁਹਾਡੀ ਪਾਰਟੀ ਤੇ ਲਗਾਇਆ ਜਾ ਰਿਹਾ ਕਿ ਸਿਰਫ ਸਿਆਸਤ ਨੂੰ ਚਮਕਾਉਣ ਦੇ ਲਈ ਆਹ ਸਟੈਪ ਜਿਹੜਾ ਹੈ ਤੁਹਾਡੀ ਸਰਕਾਰ ਨੇ ਲਿਆ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੋਹਿਤ ਜੀ, ਮੈਂ ਇੱਕ ਮੇਰੇ ਵੀਰ ਨੂੰ ਇੱਕ ਗੱਲ ਜ਼ਰੂਰ ਦੱਸ ਦੇਣੀ ਚਾਹੁੰਦਾ ਕਿ ਕੈਬਨਿਟ ਦੇ ਵਿੱਚ 300 ਜਿਹੜੀ ਸਰਕਾਰੀ ਨੌਕਰੀ ਹੈ 300 ਫੈਮਲੀਜ਼ ਦੀ ਉਹ ਕੈਬਨਿਟ ਦੇ ਵਿੱਚ ਆਲਰੇਡੀ ਪਾਸ ਹੋ ਚੁੱਕੀ ਹੈ, ਜਿਹੜੀ ਇਹ ਗੱਲ ਕਰਦੇ ਆ ਪੰਜਾਬ ਦੇ ਕਿਸਾਨਾਂ ਦੀ। ਦੂਜੀ ਗੱਲ, ਮੈਂ ਨਹੀਂ ਚਾਹੁੰਦਾ ਅੱਜ ਅਸੀਂ ਕੋਈ ਡਿਬੇਟ ਜਾਂ ਕੋਈ ਮਤਲਬ, ਪਰ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਗੱਲ। ਜਿਵੇਂ ਕੈਬਨਿਟ ਦੇ ਵਿੱਚ ਮੈਂ ਤੁਹਾਨੂੰ ਦੱਸਤਾ, ਇਹਨੂੰ ਮੇਰਾ ਖਿਆਲ ਲਗਭਗ 1.5-2 ਮਹੀਨੇ ਪਹਿਲਾਂ ਦੀ ਇਹ ਆਲਰੇਡੀ ਕੈਬਨਿਟ ਦੇ ਵਿੱਚ ਪਾਸ ਹੋ ਚੁੱਕੀ ਹੈ। ਦੂਜੀ ਗੱਲ, ਯੂਪੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਸ਼ਹੀਦ ਹੋਏ ਆ, ਪੰਜਾਬ ਦੇ ਵਿੱਚ ਵੀ ਹੋਏ ਆ, ਨੋ ਡਾਊਟ। ਪਰ ਮੈਂ ਇੱਕ ਗੱਲ ਜਿਵੇਂ ਆਪਾਂ ਪਹਿਲਾਂ ਕਰਕੇ ਹਟੇ ਆ ਕਿ ਇਹ ਜੀ ਮੌਤ ਨਾਲ ਅੱਜ ਤੱਕ ਮੈਨੂੰ ਲੱਗਦਾ ਕੋਈ ਕਿਸਾਨ ਬੜੇ ਕਈਆਂ ਨੂੰ ਹਾਰਟ ਅਟੈਕਸ ਜਾਂ ਕਈਆਂ ਨੂੰ ਕਈ ਰੋਡ ਐਕਸੀਡੈਂਟਸ ਦੇ ਵਿੱਚ ਸ਼ਹੀਦ ਹੋ ਗਏ ਬੜੇ। ਪਰ ਜਿਹੜੀ ਜਿਹੜੀ ਇਹਨਾਂ ਦੀ ਸ਼ਹੀਦੀ ਸੀ, ਇਹ ਮੈਂ ਸਮਝਦਾ ਕਿ ਜਿਹੜਾ ਬੀਜੇਪੀ ਸਰਕਾਰ ਇਹਨਾਂ ਨੂੰ ਇੱਕ ਪੈਸਿਆਂ ਨਾਲ 50 ਲੱਖ ਨਾਲ ਕੋਈ ਭਰਪਾਈ ਨਹੀਂ ਹੋਣ ਲੱਗੀ। ਕੋਈ ਚੀਜ਼ ਭਾਵੇਂ ਕਿ 50 ਕਰੋੜ ਦੇ ਪਰ ਇੱਕ ਰਿਵਾਰਡ, ਇੱਕ ਉਹਨਾਂ ਦੀ ਸ਼ਹੀਦੀ ਨੂੰ ਰਿਵਾਰਡ ਜ਼ਰੂਰ ਦਿੱਤਾ ਪੰਜਾਬ ਸਰਕਾਰ ਨੇ, ਜਿਹੜਾ ਹੋਰ ਕਿਸੇ ਭੁੱਲਰ ਸਾਹਿਬ ਸੌਰੀ ਤੁਹਾਨੂੰ ਮੈਂ ਕੱਟ ਰਿਹਾ, ਤੁਸੀਂ ਕੁਆਂਟੀਫਾਈ ਨਹੀਂ ਕਰ ਸਕਦੇ ਕਿਸੇ ਦੀ ਡੈਥ ਨੂੰ ਕਿ ਕਿਹਦੀ ਸ਼ਹਾਦਤ ਚੰਗੀ ਤੇ ਕਿਹਦੀ ਮੈਂ ਨਹੀਂ ਬਿਲਕੁਲ ਸੰਗਾ ਸਾਹਿਬ ਨੇ ਕੁਆਂਟੀਫਾਈ ਨਹੀਂ ਕਰ ਰਿਹਾ। ਮੇਰੀ ਅਰਜ਼ ਮਾੜੀ ਜੀ ਬੇਨਤੀ ਸਮਝੋ, ਕਿਸੇ ਨੂੰ ਤੁਸੀਂ ਸਟਾਰ ਨਹੀਂ ਕਹਿ ਸਕਦੇ ਕਿ ਹਾਂ ਉਹ ਇਦਾਂ ਮਰਿਆ ਤਾਂ ਵਧੀਆ ਮਰਿਆ, ਐ ਮਰਿਆ ਤਾਂ ਗਲਤ ਮਰਿਆ। ਸੰਗਾ ਸਾਹਿਬ ਗਲਤ ਇੰਟਰਪ੍ਰੀਟ ਕਰ ਰਹੇ ਹੋ ਗੱਲ ਨੂੰ। ਮੈਂ ਕਿਸੇ ਨੂੰ ਸਟਾਰ ਨਹੀਂ ਬਣਾ ਰਿਹਾ, ਗਲਤ ਇੰਟਰਪ੍ਰੀਟ ਕਰ ਰਹੇ ਹੋ ਤੁਸੀਂ, ਸੌਰੀ ਟੂ ਸੇ। ਪਰ ਮੈਂ ਇਹ ਕਹਿ ਰਿਹਾ ਕਿ ਯੂਪੀ ਦੇ ਵਿੱਚ ਜਿਵੇਂ ਯੂਪੀ ਸਰਕਾਰ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਡਿਆ ਕਿ 300 ਨੌਕਰੀ ਕੈਬਨਿਟ ਦੇ ਵਿੱਚ ਆਲਰੇਡੀ ਪਾਸ ਹੋ ਚੁੱਕੀ ਹੈ। ਸੋ ਮੈਂ ਉਹਨਾਂ ਨੂੰ ਕੋਈ, ਮੈਂ ਤੁਸੀਂ ਗਲਤ ਇੰਟਰਪ੍ਰੀਟ ਜ਼ਰੂਰ ਕਰ ਰਹੇ ਹੋ, ਮੈਂ ਉਹਨਾਂ ਨੂੰ ਕੋਈ ਸਟਾਰ ਨਹੀਂ ਕਹਿੰਦਾ। ਪਰ ਕੋਈ ਫਰਕ ਨਹੀਂ, ਸ਼ਹਾਦਤ ਤਾਂ ਸ਼ਹਾਦਤ ਹੈ ਕਿਸਾਨੀ ਅੰਦੋਲਨ ਦੇ ਵਿੱਚ। ਪਰ ਜੋ ਹਰਕਤ ਮੈਂ ਉਹ ਇੱਕ ਜਿਹੜੀ ਗਲੋਰੀਫਾਈ ਕਰਨੀ ਜ਼ਰੂਰੀ ਸੀ ਯੂਪੀ ਸਰਕਾਰ ਦੀ ਜਿਹੜੀ ਨਾਕਾਮੀ ਹੈ ਤੇ ਜਿਸ ਤਰ੍ਹਾਂ ਨਾਲ ਉਹਨਾਂ ਦੀ ਜਾਨ ਗਈ ਹੈ, ਉਸ ਚੀਜ਼ ਨੂੰ ਮੈਂ ਕਹਿਣਾ ਚਾਹੁੰਦਾ ਕਿ ਹੋਰ ਕਿਸੇ ਸਰਕਾਰ ਨੇ, ਹੋਰ ਕਿਸੇ ਪੋਲੀਟੀਕਲ ਪਾਰਟੀ ਨੇ ਯੂਪੀ ਦੀ ਸਰਕਾਰ ਨੇ ਉਹਨਾਂ ਦੀ ਕਿੰਨੀ ਕੁ ਮਦਦ ਕੀਤੀ, ਬਲਕਿ ਯੂਪੀ ਦੀ ਸਰਕਾਰ ਤਾਂ ਉਹਨਾਂ ਦਾ ਲੀਡਰ ਤਾਂ ਉਹਨਾਂ ਦੇ ਘਰੇ ਦੁੱਖ ਸਾਂਝਾ ਵੀ ਨਹੀਂ ਕਰਨ ਗਿਆ। ਸੋ ਜੇ ਪੰਜਾਬ ਸਰਕਾਰ ਨੇ 50 ਲੱਖ तो जो पंजाब सरकार ने 50 लाख मुआवजा दिता ਤਾਂ ਸਾਨੂੰ ਬਜਾਏ ਕ੍ਰਿਟਿਸਾਈਜ਼ ਕਰਨ ਦੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਹਨਾਂ ਦੀ ਮਦਦ ਕੀਤੀ ਹੈ। ਸੋ ਇਹ ਗੱਲਾਂ ਮੈਂ ਸਮਝਦਾ ਪੋਲੀਟੀਸ਼ੀਅਨ ਇਸ ਐਫਰਟ ਨੂੰ ਬਹੁਤ ਅਪਰੀਸ਼ੀਏਟ ਕਰਦੇ ਆ,
ਪਰ ਜਿਹੜੇ ਬਾਕੀ ਪਰਿਵਾਰ ਨੇ, ਮੈਂ ਉਹਨਾਂ ਦੀ ਵੀ ਗੱਲ ਤੁਹਾਡੇ ਨੋਟਿਸ ਵਿੱਚ ਲਿਆਉਣਾ ਚਾਹੁੰਦਾ ਕਿ ਤੁਸੀਂ ਦੇਖੋ ਯੂਥ ਲੀਡਰ ਹੋ, ਤੁਸੀਂ ਆਪਣੀ ਪਾਰਟੀ ਦੇ ਉੱਘੇ ਲੀਡਰ ਹੋ, ਤੁਸੀਂ ਆਪਣੇ ਲੀਡਰਸ਼ਿਪ ਤੱਕ ਇਹ ਗੱਲ ਵੀ ਕਿਸੇ ਹਿਸਾਬ ਨਾਲ ਪਹੁੰਚਾਓਗੇ ਕਿ ਸਾਹਿਬ ਵੀ ਬੰਦੇ ਆਪਣੇ ਵੀ ਸ਼ਹੀਦ ਹੋਏ, ਤੁਹਾਡੇ ਹਲਕੇ ਤੋਂ ਵੀ ਹੋਏ ਹੋਣਗੇ, ਤੁਹਾਡੇ ਨੇੜੇ ਦੇ ਵੀ ਕੋਈ ਹੋਣਗੇ, ਤੁਹਾਡੇ ਕੋਈ ਤੁਹਾਡੀ ਬਿਲਕੁਲ ਗੱਲ ਨਾਲ ਸਹਿਮਤ ਹਾਂ। ਬਿਲਕੁਲ ਤੁਹਾਡੀ ਗੱਲ ਨਾਲ ਉਹ ਤੁਹਾਨੂੰ ਅਰਜ਼ ਹੈ ਕਿ ਆਪਣੀ ਹਾਈ ਕਮਾਂਡ ਨੂੰ ਇਹ ਚੀਜ਼ ਤੋਂ ਵੀ ਜਾਣੂ ਕਰਾਉਣਾ ਤੁਹਾਡਾ ਫਰਜ਼ ਹੈ ਕਿ ਬੰਦੇ ਆਪਣੇ ਵੀ ਹੈਗੇ ਨੇ, ਬੰਦੇ ਆਪਣੇ ਵੀ ਨੁਕਸਾਨ ਹੋਇਆ, ਆਪਾਂ ਉਹਨਾਂ ਦੀ ਵੀ ਭਰਪਾਈ ਕਰੀਏ, ਉਹਨਾਂ ਦੀ ਵੀ ਕਿਸੇ ਹਿਸਾਬ ਨਾਲ ਮਦਦ ਕਰੀਏ ਤਾਂ ਕਿ ਉਹ ਵੀ ਪਰਿਵਾਰ ਦੁਆਰਾ ਆਪਣੇ ਪੈਰਾਂ ਤੇ ਖਲੋ ਸਕਣ। ਬਾਕੀ ਹਰ ਇੱਕ ਦੇ ਮੈਂ ਕਹਿੰਦਾ ਜ਼ਹਿਨ 'ਚ ਗੱਲ ਜ਼ਰੂਰ ਆਏਗੀ ਤੇ ਆਈ ਹੋਵੇਗੀ ਕਿ ਹਾਂ ਬਈ ਜਿਹੜਾ ਅਨਾਉਂਸਮੈਂਟ ਨੋ ਡਾਊਟ ਪੈਸੇ ਨਾਲ ਭਰਪਾਈ ਨਹੀਂ ਹੁੰਦੀ, ਪਰ ਜਿਹੜਾ ਵਿਤਕਰਾ ਕਹਿ ਲਓ ਜਾਂ ਕੁਝ ਹੋਰ ਚੀਜ਼ ਕਹਿ ਲਓ ਜਾਂ ਰਾਜਨੀਤੀ ਦੀ ਜਿਹੜੀ ਗੱਲ ਹੈ ਉਹ ਹਰ ਇੱਕ ਦੀ ਨਿਗਾਹ ਵਿੱਚ ਜ਼ਰੂਰ ਆਈ ਹੋਵੇਗੀ। ਸੋ ਜਿਹੜੀ ਵਿਚਾਰ ਚਰਚਾ ਹੈ ਉਹ ਜਾਰੀ ਰਹੇਗੀ, ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਸਵਾਲ ਜਿਹੜੇ ਨੇ ਪੁੱਛੇ ਜਾਣਗੇ। ਫਿਲਹਾਲ ਸਮਾਂ ਹੋ ਚੁੱਕਾ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਤੋਂ ਹੁਣ ਅਗਲਾ ਜਿਹੜਾ ਸਵਾਲ ਹੈ ਬੜਾ ਅਹਿਮ ਸਵਾਲ ਹੈ, ਕਿਉਂਕਿ ਕੈਪਟਨ ਸਾਹਿਬ ਭਾਵੇਂ ਕਿ ਹੁਣ ਦੇਸ਼ ਦੇ ਜਿਹੜੇ ਪੰਜਾਬ ਦੇ ਜਿਹੜੇ ਨੇ ਮੁੱਖ ਮੰਤਰੀ ਭਾਵੇਂ ਨਹੀਂ ਰਹੇ, ਪਰ ਉਹਨਾਂ ਨੇ ਕਾਫੀ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਐਂਡ ਈਵਨ ਆਪਣਾ ਉਹਦੇ ਛੱਡਣ ਤੋਂ ਬਾਅਦ ਉਹ ਰੀਸੈਂਟਲੀ ਅਮਿਤ ਸ਼ਾਹ ਉਹਨਾਂ ਨੂੰ ਵੀ ਮਿਲਣਗੇ ਕਿ ਬਈ ਮੈਂ ਜੀ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਉਹਦੀ ਗੱਲ ਕਰਕੇ ਆਇਆ ਕਿ ਜਲਦੀ ਨਿਬੇੜ ਦਿਓ। ਬਟ ਫਿਰ ਵੀ ਲਖੀਮਪੁਰ ਘਟਨਾ ਦੇ ਬਾਰੇ ਹੁਣ ਤੱਕ ਉਹਨਾਂ ਦਾ ਇੱਕ ਵੀ ਟਵੀਟ ਸਾਹਮਣੇ ਨਾ ਆਉਣਾ ਕੀ ਬਿਆਨ ਕਰਦਾ ਹੈ, ਮੈਂ ਬਾਰੀ ਬਾਰੀ ਸਾਰੇ ਤੋਂ ਜਾਣਨਾ ਚਾਹਾਂਗਾ। ਪਹਿਲਾਂ ਗਰੇਵਾਲ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਵੀ ਟਵੀਟ ਕੈਪਟਨ ਸਾਹਿਬ ਜੋ ਕਿ ਇੰਨੇ ਦੇਰ ਮੁੱਖ ਮੰਤਰੀ ਨੇ, 4.5 ਸਾਲ ਮੁੱਖ ਮੰਤਰੀ ਰਹੇ ਨੇ, 2 ਸਾਲ ਪੂਰੇ 1 ਸਾਲ ਤੋਂ ਜਿਹੜਾ ਅੰਦੋਲਨ ਹੈ ਉਹ ਚੱਲ ਰਿਹਾ, ਕਾਫੀ ਵਾਰ ਉਹਨਾਂ ਨੇ ਕਿਹਾ ਕਿ ਮੈਂ ਗੱਲ ਕੀਤੀ ਹੈ, ਮੈਂ ਇਹ ਕੀਤਾ, ਨੋ ਡਾਊਟ ਕਿ ਵਿੱਚ ਉਹਨਾਂ ਦੀ ਸਟੇਟਮੈਂਟਾਂ ਥੋੜੀ ਜਿਹੀਆਂ ਬਦਲਦੀਆਂ ਜ਼ਰੂਰ ਰਹੀਆਂ ਕਿ ਬਈ ਪੰਜਾਬ ਦੇ ਉੱਪਰ ਸੰਕਟ ਹੈ, ਕੋਈ ਜਿਹੜਾ ਬਾਹਰੀ ਜਿਹੜਾ ਖਤਰਾ ਹੋ ਸਕਦਾ ਹੈ, ਕਿਸਾਨਾਂ ਨੂੰ ਵਾਪਸ ਮੁੜ ਜਾਣਾ ਚਾਹੀਦਾ। ਸੋ ਮਿਲੀ ਝੁਲੀ ਸਟੇਟਮੈਂਟ ਸਾਹਮਣੇ ਆਉਂਦੀ ਰਹੀ ਹੈ, ਪਰ ਇਸ ਵਾਰ ਕਹਿ ਲਓ ਵੱਡੀ ਚੀਜ਼ ਹੈ ਕਿ ਲਖੀਮਪੁਰ ਘਟਨਾ ਦੇ ਬਾਰੇ ਕਾਫੀ ਲੋਕਾਂ ਨੇ ਟਵੀਟ ਕੀਤਾ, ਕਾਫੀ ਲੋਕਾਂ ਨੇ ਬੋਲਿਆ। ਈਵਨ ਹੁਣੇ ਰੀਸੈਂਟਲੀ ਜੇਕਰ ਗੱਲ ਕਰਾਂ ਮੇਨਕਾ ਗਾਂਧੀ ਹੋਣਾ ਜੋ ਕਿ ਬੀਜੇਪੀ ਦੇ ਨੇ, ਉਹਨਾਂ ਨੇ ਕੁਝ ਬੋਲਿਆ ਤੇ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਕਿਸੇ ਅਹੁਦੇ ਤੋਂ ਪਰੇ ਕਰ ਦਿੱਤਾ, ਥੱਲੇ ਲਾ ਦਿੱਤਾ। ਪਰ ਕੈਪਟਨ ਸਾਹਿਬ ਜਿਹੜੇ ਕਿ ਹਲੇ ਵੀ ਕਾਂਗਰਸ ਨਾਲ ਜੁੜੇ ਹੋਏ ਨੇ, ਅਫੀਸ਼ੀਅਲ ਤੌਰ ਤੇ ਉਹਨਾਂ ਨੇ ਕਾਂਗਰਸ ਤੋਂ ਕਿਨਾਰਾ ਨਹੀਂ ਕੀਤਾ, ਉੱਥੇ ਉਹਨਾਂ ਦਾ ਟਵੀਟ ਨਾ ਆਉਣਾ ਕਾਫੀ ਕੁਝ ਬਿਆਨ ਕਰਦਾ। ਤੁਸੀਂ ਕੀ ਕਹਿੰਦੇ ਹੋ? ਮੋਹਨ ਜੀ ਦੇਖੋ, ਸਿਆਸੀ ਮਜਬੂਰੀਆਂ ਨੇ, ਇਹ ਪਤਾ ਤਾਂ ਸਭ ਨੂੰ ਸੀ ਕਿ ਕੈਪਟਨ ਸਾਹਿਬ ਦੀ ਬੜੀ ਨੇੜਤਾ ਹੈ ਸੈਂਟਰਲ ਲੀਡਰਸ਼ਿਪ ਨਾਲ। ਹੁਣ ਕਲੀਅਰ ਹੋ ਗਿਆ ਕਿ ਜਿਹੜਾ ਇੱਕ ਸਾਲ ਤੋਂ ਸਟੀਅਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਹੁਣ ਇਹ ਕਲੀਅਰ ਹੋ ਗਿਆ ਕਿ ਕੈਪਟਨ ਸਾਹਿਬ ਕਿਸ ਪਾਲੇ 'ਚ ਖੜੇ ਸੀਗੇ, ਇਹ ਤਾਂ ਸਪਸ਼ਟ ਹੈ। ਦੂਜੀ ਜਿਹੜੀ ਗੱਲ ਮੋਹਿਤ ਜੀ ਸੋਚਣ ਵਾਲੀ ਇਹ ਹੈ ਕਿ ਕਿਸਾਨ ਅੰਦੋਲਨ ਕਿਉਂ ਕਰ ਰਿਹਾ ਹੈ? ਕਿਸਾਨ ਅੰਦੋਲਨ ਕਰ ਰਿਹਾ ਹੈ ਕਿਉਂਕਿ ਉਹ ਇਹ 3 ਕਾਲੇ ਕਾਨੂੰਨਾਂ ਦੇ ਖਿਲਾਫ ਤਾਂ ਹੈ ਹੀ ਹੈ, ਬਟ ਕਿਉਂਕਿ ਕਿਸਾਨ ਹੁਣ ਇੱਕ ਬੜੇ ਲੰਬੇ ਸਫ਼ਰ ਦੇ ਐਂਡ ਤੇ ਆ ਚੁੱਕਾ ਜਿੱਥੇ ਉਹਦੀ ਬਰਦਾਸ਼ਤ ਖਤਮ ਹੋ ਗਈ। ਕਿਸਾਨੀ ਨੂੰ ਇਸ ਹੱਦ ਤੱਕ ਇਗਨੋਰ ਕੀਤਾ ਗਿਆ ਪਿਛਲੇ 15-20 ਸਾਲਾਂ 'ਚ, ਖਾਸ ਕਰਕੇ ਕਿ ਤੁਸੀਂ ਐਵਰੇਜ ਲਾਓ ਕਿ 15 ਸਾਲਾਂ 'ਚ ਲਗਭਗ 15,000 ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। 1000 ਕਿਸਾਨ ਬਣਦਾ ਜੀ ਮੋਟਾ ਸਾਲ, ਤੇ ਆਪਾਂ ਇੱਕ ਫਿਗਰ ਬੋਲ ਰਹੇ, ਕਹਿਣਾ ਸੌਖਾ ਲੱਗਦਾ, ਪਰ ਜੇ ਆਪਾਂ ਹਿਸਾਬ ਲਈਏ ਤਾਂ 3 ਮੌਤਾਂ ਰੋਜ਼ ਹਰ ਰੋਜ਼ ਪਿਛਲੇ 15 ਸਾਲਾਂ ਤੋਂ ਕਿਸਾਨਾਂ ਦੀਆਂ ਖੁਦਕੁਸ਼ੀ ਕਰਕੇ ਹੋਈਆਂ। ਤੇ ਸ਼ਹੀਦ ਤਾਂ ਉਹ ਵੀ ਨਹੀਂ ਸਰ, ਸ਼ਹੀਦ ਤਾਂ ਉਹ ਵੀ ਨੇ ਜਿਹੜੇ ਕਿ ਲੋਕਾਂ ਦਾ ਢਿੱਡ ਭਰਦੇ, ਆਪਣੇ ਬੱਚਿਆਂ ਦਾ ਢਿੱਡ ਨਹੀਂ ਭਰ ਸਕੇ, ਤੇ ਉਸ ਮਜਬੂਰੀ ਦੇ ਮਾਰੇ, ਉਸ ਕਰਜ਼ੇ ਥੱਲੇ ਲੱਗ ਕੇ ਉਹਨਾਂ ਨੂੰ ਆਪਣੀ ਜਾਨ ਲੈਣੀ ਪਈ। ਸੋ ਹੁਣ ਉਹਦੇ ਕਾਰਨਾਂ 'ਚ ਦੇਖਣ ਦੀ ਲੋੜ ਜ਼ਰੂਰ ਹੈ। ਜਿਸ ਤਰ੍ਹਾਂ ਹੁਣ ਕੈਪਟਨ ਸਾਹਿਬ ਐਕਸਪੋਜ਼ ਹੋਏ ਨੇ, ਉਸ ਤਰ੍ਹਾਂ ਮੈਂ ਸਮਝਦਾ ਕਿ ਪਿਛਲੀਆਂ 15 ਸਾਲਾਂ ਤੋਂ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ, ਭਾਵੇਂ ਉਹ ਕੇਂਦਰ ਦੀਆਂ ਹੋਣ ਭਾਵੇਂ ਉਹ ਸਟੇਟ ਦੀਆਂ ਹੋਣ, ਉਹਨਾਂ ਨੇ ਕਿਸਾਨੀ ਨੂੰ ਲਿਪ ਸਰਵਿਸ ਦਿੱਤੀ ਹੈ। ਜੇ ਆਪਾਂ ਇੱਕ ਬਿਜਲੀ ਫ੍ਰੀ ਕਰਤੀ ਜਾਂ ਕੁਝ ਹੋਰ ਕਰਤਾ, ਉਹ ਇੱਕ ਪਾਰਟ ਹੈ, ਉਹ ਕਿਸਾਨੀ ਦਾ ਇੱਕ ਛੋਟਾ ਜਿਹਾ ਇਨਪੁਟ ਚੀਜ਼ ਹੈ। ਪਾਣੀ ਬਹੁਤ ਛੋਟੀ ਜਿਹੀ ਇਨਪੁਟ ਹੈ। ਜਿਹੜੀ ਬਾਕੀ ਦੀ ਇਨਪੁਟ ਕਾਸਟ ਹੈ ਉਹ ਆਪਣੀ ਘੱਟੋ ਘੱਟ 15 ਸਾਲਾਂ 'ਚ 100 ਤੋਂ 150% ਉੱਤੇ ਚਲੇਗੀ। ਸੋ 150% ਇਨਪੁਟ ਕਾਸਟ ਉੱਤੇ ਚਲੇਗੀ। ਜਿਹੜੀ ਪ੍ਰੋਕਿਉਰਮੈਂਟ ਕਾਸਟ ਹੈ ਉਹ ਵਧੀਆ ਸਾਰੀ ਹੋਈ 10 ਤੋਂ 15%। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਤੁਹਾਡੀ ਇਨਪੁਟ ਕਾਸਟ ਇੰਨੀ ਉੱਤੇ ਜਾਏਗੀ, ਤੁਹਾਡੀਆਂ ਸਰਕਾਰਾਂ ਕੁਝ ਇਹੋ ਜਿਹਾ ਨਹੀਂ ਕਰਨਗੀਆਂ ਜਿਹਦੇ ਨਾਲ ਨਾ ਤਾਂ ਤੁਹਾਡੀਆਂ ਇਨਪੁਟਸ ਘਟਣ। ਤੁਹਾਡੇ ਸਰਕਾਰੀ ਅਦਾਰੇ ਜਿਨ੍ਹਾਂ ਦਾ ਕੰਮ ਹੈ ਕਿਸਾਨੀ ਨੂੰ ਹੈਲਪ ਕਰਨਾ, ਆਪਣੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ, ਉਹ ਇਹ ਦੱਸਣ ਕਿ ਉਹ ਜਿਹੜੇ ਅਦਾਰੇ ਹੈ ਉਹ ਅਦਾਰੇ ਯੂਜ਼ ਕਰਕੇ ਕਿਸਾਨੀ ਨੂੰ ਬਿਹਤਰ ਬਣਾਉਣ ਦੀ ਕੀ ਕੋਸ਼ਿਸ਼ ਕੀਤੀ ਗਈ। ਅੱਜ ਆਪਾਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ, ਬੜੀ ਸ਼ਰਮਨਾਕ ਗੱਲ ਹੈ। ਮੈਨੂੰ ਅੱਜ ਸਵੇਰੇ ਮੈਂ ਕਿਸੇ ਦੀ ਗੱਲ ਸੁਣ ਰਿਹਾ ਸੀ, ਇਹ ਨਾ ਪਾਕਿਸਤਾਨ ਚ ਰਿਵਾਜ ਹੈ
ਪਾਕਿਸਤਾਨ 'ਚ ਰਿਵਾਜ ਇਹ ਹੈ ਕਿ ਜੇ ਕਤਲ ਕਰ ਦਿੰਦਾ ਬੰਦਾ ਤੇ ਉਹ ਜਿਹੜਾ ਸ਼ਰੀਆ ਲਾਅ ਦੇ ਤਹਿਤ ਉਹ ਕਤਲ ਹੋਏ ਬੰਦੇ ਦਾ ਪਰਿਵਾਰ ਪੈਸੇ ਲੈ ਕੇ ਕਾਤਲ ਨੂੰ ਮਾਫ ਕਰ ਸਕਦਾ, ਕਿਉਂਕਿ ਇਹਨਾਂ ਜਿਹੜੇ ਜਿੰਨੇ ਵੀ ਕੇਸਿਸ ਹੋਏ ਇਹਨਾਂ ਦਾ ਬਣਨਾ ਤਾਂ ਹੈ ਨਹੀਂ ਕੁਝ। ਸੋ ਗੱਲ ਸੋਚਣ ਵਾਲੀ ਹੈ ਕਿ ਅੱਜ ਕੈਪਟਨ ਸਾਹਿਬ ਐਕਸਪੋਜ਼ ਹੋਏ ਨੇ, ਅੱਜ ਕੈਪਟਨ ਸਾਹਿਬ ਬਿਲਕੁਲ ਐਕਸਪੋਜ਼ ਹੋਏ ਨੇ, ਕੱਲ ਕੋਈ ਹੋਰ ਐਕਸਪੋਜ਼ ਹੋਇਆ ਸੀ, ਪਰ ਗੱਲ ਇਹ ਹੋਈ ਕਿ ਕਿਸੇ ਨੇ ਕਿਸਾਨ ਤੇ ਕਿਸਾਨੀ ਨੂੰ ਬਿਹਤਰ ਕਰਨ ਬਾਰੇ ਕੁਝ ਸੋਚਿਆ ਨਹੀਂ, ਕਿਸੇ ਨੇ ਕੋਈ ਕਦਮ ਨਹੀਂ ਚੱਕਿਆ, ਲਿਪ ਸਰਵਿਸ ਸਾਰਿਆਂ ਨੂੰ ਦਿੱਤੀ ਹੈ। ਤੇ ਸਾਡਾ ਮੰਨਣਾ ਹੈ ਕਿ ਕੈਪਟਨ ਸਾਹਿਬ ਦੀ ਮਿਲੀ ਭੁਗਤ ਤਾਂ ਸਰ ਠੀਕ ਹੈ, ਬਟ ਕਿਸਾਨੀ ਨੂੰ ਬਿਹਤਰ ਕਰਨ ਲਈ, ਕਿਸਾਨਾਂ ਦੇ ਹਾਲ ਨੂੰ ਬਿਹਤਰ ਕਰਨ ਲਈ ਕੰਕਰੀਟ ਜਿਹੜੇ ਸਟੈਪਸ ਚੱਕਣੇ ਚਾਹੀਦੇ ਨੇ, ਉਹਦੇ ਚੱਕਰ 'ਚ ਪਿਛਲੇ 15 ਸਾਲਾਂ ਦੀਆਂ ਖਾਸ ਤੌਰ ਤੇ ਸਰਕਾਰਾਂ ਨਾਕਾਮ ਰਹੀਆਂ ਨੇ, ਜਿਹਦੇ ਕਰਕੇ ਜਿਹੜੀ ਸੁਇਸਾਈਡ ਰੇਟਸ ਇੰਨੇ ਵੱਧ ਨੇ, ਜਿਹਦੇ ਕਰਕੇ ਇੰਨੀ ਜ਼ਿਆਦਾ ਅੱਜ ਕਿਸਾਨ ਮਜਬੂਰੀ 'ਚ ਸੜਕਾਂ ਤੇ ਬੈਠਾ। ਸੋ ਇਹਨੂੰ ਜੇ ਆਪਾਂ ਵੱਡੀ ਪਿਕਚਰ ਨੂੰ ਦੇਖੀਏ ਤਾਂ ਫੇਲੀਅਰ ਟੋਟਲ ਸਿਸਟਮ ਦਾ ਤੇ ਸਾਰੀ ਪੋਲੀਟੀਕਲ ਪਾਰਟੀਜ਼ ਦਾ ਕਲੈਕਟਿਵ ਰਿਹਾ ਹੈ। ਤੇ ਅੱਜ ਆਪਾਂ 100 ਉਂਗਲਾਂ ਚੱਕ ਲਈ ਇੱਕ ਦੂਜੇ ਤੇ, ਪਰ ਹੱਲ ਤਾਂ ਜਿਹੜਾ ਬੇਸਿਕ ਹੱਲ ਹੈ ਉਹ ਕਿਸਾਨੀ ਨੂੰ ਬਿਹਤਰ ਕਰਕੇ ਹੋਣਾ। ਮੈਂ ਬਲੇਮ ਗੇਮ 'ਚ ਨਹੀਂ ਪਾਉਂਗਾ, ਬਟ ਇਹ ਜ਼ਰੂਰ ਕਹੂੰਗਾ ਕਿ ਇਹਨੂੰ ਬਿਹਤਰ ਕਰਨ ਦੀ ਲੋੜ ਹੈ ਤੇ ਕੰਕਰੀਟ ਸਟੈਪਸ ਤੱਕਣ ਦੀ ਲੋੜ ਹੈ, ਬਾਕੀ ਸਭ ਗੱਲਾਂ ਹੀ ਨੇ ਜੀ। ਰੋਬਨਦੀਪ ਜੀ, ਮੈਂ ਤੁਹਾਡਾ ਵਿਊ ਪੁਆਇੰਟ ਬੜਾ ਜ਼ਰੂਰੀ ਜਾਣਨਾ ਚਾਹਾਂਗਾ ਕਿ ਤੁਹਾਡਾ ਕੀ ਕਹਿਣਾ, ਤੁਹਾਡੀ ਕਾਂਗਰਸ ਪਾਰਟੀ ਕੀ ਸੋਚਦੀ ਹੈ ਕਿ ਤੁਹਾਡੀ ਹੀ ਪਾਰਟੀ ਦੇ ਇੰਨੇ ਸਾਲ ਮੈਂ ਕਹਿੰਦਾ ਮੋਹਰੀ ਰਹਿਣ ਵਾਲੇ, ਹਰ ਜਗ੍ਹਾ ਬੋਲਣ ਵਾਲੇ, ਉਹਨਾਂ ਨੇ ਕਿਉਂ ਨਹੀਂ ਟਵੀਟ ਕੀਤਾ? ਤੁਹਾਨੂੰ ਕੀ ਲੱਗਦਾ ਹੈ ਜਾਂ ਤੁਹਾਡੀ ਪਾਰਟੀ ਕੀ ਸੋਚਦੀ ਹੈ? ਦੇਖੋ ਮੋਹਿਤ ਜੀ, ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਹੈ, ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨ ਦੀ, ਬੈਕਏਟ ਕਰਨ ਦੀ, ਮੇਰਾ ਖਿਆਲ ਹੈ ਅੱਜ ਭਾਵੇਂ ਉਹ ਸਾਡੇ ਚੀਫ ਮਿਨਿਸਟਰ ਹੈਗੇ ਹੈ ਜਾਂ ਨਹੀਂ ਹੈਗੇ, ਕੱਲ ਨੂੰ ਕਿਸੇ ਹੋਰ ਪਾਰਟੀ ਜਾਣਗੇ, ਆਪਣੀ ਪਾਰਟੀ ਬਣਾਉਣਗੇ, ਆਈ ਡੋਂਟ ਨੋ, ਗੋਡ ਨੋਜ਼, ਮਤਲਬ ਮੈਂ ਕੁਝ ਨਹੀਂ ਕਹਿ ਸਕਦਾ, ਪਰ ਉਹਨਾਂ ਨੇ ਇੱਕ ਗੱਲ ਕਲੀਅਰ ਕੱਟ ਇੱਕ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿਤੀ ਹੈ ਕਿ ਮੈਂ ਕਾਂਗਰਸ ਦੇ ਵਿੱਚ ਨਹੀਂ ਰਹਿਣ ਵਾਲਾ। ਸੋ ਮੈਂ ਬੀਇੰਗ ਅ ਕਾਂਗਰਸ ਸਪੋਕਸਪਰਸਨ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿ ਦਿੰਦਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਨਹੀਂ, ਪਰ ਜਦੋਂ ਇਹ ਕਿਸਾਨੀ ਅੰਦੋਲਨ ਸਟਾਰਟ ਹੋਇਆ ਜਾਂ ਜਦੋਂ ਇਹ ਪੀਕ ਤੇ ਰਿਹਾ, ਉਸ ਟਾਈਮ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਸਪੋਰਟ ਕਿਸਾਨਾਂ ਨੂੰ ਰਹੀ ਹੈ, ਜੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਅੱਜ ਨਾ ਹੁੰਦੀ ਕਿਸਾਨਾਂ ਨਾਲ, ਤਾਂ ਸ਼ਾਇਦ ਜਿਸ ਲੈਵਲ ਤੇ ਇਹ ਕਿਸਾਨੀ ਅੰਦੋਲਨ ਸਾਡਾ ਗਿਆ, ਦਿੱਲੀ ਤੱਕ ਪਹੁੰਚਿਆ, ਜਿਸ ਤਰ੍ਹਾਂ ਅਸੀਂ ਦੇਖਿਆ ਹਰਿਆਣੇ ਦੇ ਵਿੱਚ ਦੀ ਗੁਜ਼ਰਦੇ ਸਾਡੇ ਕਿਸਾਨ, ਉਹਨਾਂ ਨੂੰ ਵਾਟਰ ਕੈਨਨਸ ਦਾ, ਟੀਅਰ ਗੈਸ ਦਾ ਤੇ ਹੋਰ ਪੁਲਿਸ ਵੱਲੋਂ ਤਸ਼ੱਦਦ ਦਾ ਕਿੰਨਾ ਸਾਹਮਣਾ ਕਰਨਾ ਪਿਆ। ਪਰ ਲਗਾਤਾਰ ਜਦੋਂ ਸਾਡੇ ਕਿਸਾਨ ਇੱਥੇ ਟੋਲ ਪਲਾਜ਼ਾਸ ਤੇ, ਰੇਲਵੇ ਪਲੇਟਫਾਰਮਸ ਤੇ, ਹਾਈਵੇ ਜੈਮ ਕਰਕੇ ਬੈਠੇ ਸੀ, ਤਾਂ ਜਿਸ ਤਰ੍ਹਾਂ ਦੀ ਸਪੋਰਟ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਹੈ। ਤੇ ਰਹੀ ਗੱਲ ਅੱਜ ਦੀ, ਇਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਕਲੀਅਰ ਕੱਟ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਹਿਤਾ ਕਿ ਮੈਂ ਕਾਂਗਰਸ ਨਹੀਂ ਰਹਿਣ ਵਾਲਾ। ਬੇਸ਼ੱਕ ਉਹ ਅਫੀਸ਼ੀਅਲੀ ਹਜੇ ਉਹਨਾਂ ਨੇ ਰਿਜ਼ਾਈਨ ਨਹੀਂ ਕੀਤਾ, ਪਰ ਅੱਜ ਜੇ ਅਸੀਂ ਸੋਚੀਏ ਤੇ ਹੂ ਇਜ਼ ਕੈਪਟਨ ਅਮਰਿੰਦਰ ਸਿੰਘ? ਕੈਪਟਨ ਅਮਰਿੰਦਰ ਸਿੰਘ ਇਜ਼ ਏ MLA ਫਰੋਮ ਪਟਿਆਲਾ, ਠੀਕ ਹੈ ਜੀ। ਤੇ ਅੱਜ ਕਿੰਨੇ MLAs ਹੋਣਗੇ, ਭਾਵੇਂ ਉਹ ਆਮ ਆਦਮੀ ਪਾਰਟੀ, ਭਾਵੇਂ ਉਹ ਅਕਾਲੀ ਦਲ ਦੇ, ਭਾਵੇਂ ਉਹ ਕਿਸੇ ਵੀ ਪਾਰਟੀਜ਼ ਦੇ ਕਿੰਨੇ MLAs ਹੋਣਗੇ ਜਿਨ੍ਹਾਂ ਨੇ ਇਸ ਲਖੀਮਪੁਰ ਇਨਸੀਡੈਂਟ ਤੇ ਕੋਈ ਟਵੀਟ ਨਹੀਂ ਸ਼ਾਇਦ ਕੀਤਾ ਹੋਣਾ, ਜਾਂ ਕੋਈ ਇਹਤੇ ਪ੍ਰਤੀਕਰਮ ਨਹੀਂ ਦਿੱਤਾ ਹੋਣਾ, ਜਾਂ ਕੋਈ ਜਾ ਕੇ ਉੱਥੇ। ਤੇ ਰਹੀ ਗੱਲ ਕਾਂਗਰਸ ਪਾਰਟੀ ਦੀ, ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿੱਦਣ ਇਹ ਇਨਸੀਡੈਂਟ ਹੋਇਆ, ਉਸੇ ਦਿਨ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਅੱਧੀ ਰਾਤ ਉੱਥੇ ਲਖੀਮਪੁਰ ਵਿੱਚ ਚਲੇ ਗਏ। ਰਾਹੁਲ ਗਾਂਧੀ ਜੀ ਅਗਲੇ ਦਿਨ ਲਖਨਊ ਵਿੱਚ ਜਾ ਕੇ, ਉਹ ਲਖਨਊ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਏਅਰਪੋਰਟ ਤੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਫਿਰ ਜੇ ਸਾਡੇ ਚੀਫ ਮਿਨਿਸਟਰ ਚੰਨੀ ਜੀ ਦੀ ਗੱਲ ਕਰੀਏ, ਨਾਲ ਉਹਨਾਂ ਦੇ ਉਹ ਪਹੁੰਚੇ, ਛੱਤੀਸਗੜ੍ਹ ਤੋਂ ਸਾਡੇ ਚੀਫ ਮਿਨਿਸਟਰ ਪਹੁੰਚੇ, ਤੇ ਜਿਹੜੀ 50-50 ਲੱਖ ਮੁਆਵਜ਼ੇ ਦੀ ਗੱਲ ਹੈ ਉਹ ਕਰ ਲਈਏ। ਤੇ ਦੂਜੀ ਗੱਲ, ਜਿੰਨੇ ਵੀ ਸਾਡੇ ਰੇਲਵੇ ਪਲੇਟਫਾਰਮਸ ਜਿਹੜੇ ਬੈਠੇ, ਜਿਨ੍ਹਾਂ ਦੇ ਕੋਈ FIRs ਹੋਈਆਂ ਸੀ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ FIRs ਦਿੱਤੀਆਂ ਸੀ, ਉਹ ਸਾਰੀਆਂ ਜਿਹੜੀਆਂ ਕੁਐਸ਼ ਕਰ ਦਿੱਤੀਆਂ ਗਈਆਂ। ਸੋ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਅੱਜ ਮੈਂ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੇ ਇਹ ਗੱਲ ਪਬਲਿਕਲੀ ਪ੍ਰੈਸ ਦੇ ਥਰੂ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਕਾਂਗਰਸ ਦਾ ਅੱਜ ਦੇ ਟਾਈਮ 'ਚ, ਮੈਂ ਕਾਂਗਰਸ ਦੇ ਵਿੱਚ ਨਹੀਂ ਰਹਿਣ ਵਾਲਾ। ਤੇ ਦੂਜੀ ਗੱਲ, ਮੈਂ ਤੁਹਾਨੂੰ ਜਿਵੇਂ ਕਹਿ ਕੇ ਹਟਿਆ ਕਿ ਅੱਜ ਦੇ ਟਾਈਮ 'ਚ ਕੈਪਟਨ ਅਮਰਿੰਦਰ ਸਿੰਘ ਇੱਕ MLA ਨੇ, ਤੇ ਹੋਰ ਕਿੰਨੀ ਪਾਰਟੀਆਂ ਦੇ MLAs ਹੋਣਗੇ ਜਿਨ੍ਹਾਂ ਨੇ ਹੁਣ ਤੱਕ ਨਾ ਕਿਸਾਨੀ ਅੰਦੋਲਨ ਨੂੰ ਕੋਈ ਕੰਟਰੀਬਿਊਟ ਕੀਤਾ, ਨਾ ਲਖੀਮਪੁਰ ਦੇ ਜਿਹੜੇ ਇਸ ਇਨਸੀਡੈਂਟ ਤੇ ਕੋਈ ਗੱਲਬਾਤ ਕੀਤੀ। ਜੀ ਵਾਕਈ ਜਿਹੜੀ ਤੁਸੀਂ ਗੱਲ ਕਹੀ ਹੈ ਠੀਕ ਹੈ, ਟੈਕਨੀਕਲੀ ਠੀਕ ਹੈ, ਬਟ ਫਿਰ ਵੀ ਉਹ ਚਿਹਰਾ, ਉਹ ਇਨਸਾਨ ਐਡਾ ਵੱਡਾ ਹੈ
ਜਿਵੇਂ ਤੁਸੀਂ ਗੱਲ ਬਿਲਕੁਲ ਕੀਤੀ ਹੈ ਕਿ ਬਿਲਕੁਲ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਸਮੇਂ ਕਿੰਨਾ ਕੁਝ ਕੀਤਾ, ਕਿਸਾਨੀ ਹਮਾਇਤ ਕਹਿਲਾਏ, ਉਹਨਾਂ ਨੇ ਵਾਕਈ ਕੋਈ FIR ਨਹੀਂ ਹੋਣ ਦਿੱਤੀ। ਦਿੱਲੀ 'ਚ ਬਿਲਕੁਲ ਜੇਕਰ ਕਿਸਾਨ ਰਾਜੀ ਖੁਸ਼ੀ ਬੈਠੇ ਨੇ, ਉਹਨਾਂ ਵਿੱਚ ਬਹੁਤ ਵੱਡਾ ਹੱਥ ਆਪਣੇ ਕੈਪਟਨ ਅਮਰਿੰਦਰ ਬਿਲਕੁਲ ਸਿੰਘ ਜੀ ਦਾ ਰਿਹਾ। ਇਹੀ ਬਟ ਗੱਲ ਮੈਂ ਤੁਹਾਨੂੰ ਕਹਿ ਰਿਹਾ। ਇਸ ਕ੍ਰੂਸ਼ੀਅਲ ਮੌਕੇ ਦੇ ਉੱਪਰ ਫਿਰ ਵੀ, ਕਿਉਂਕਿ ਆਮ ਜਨਤਾ ਜਿਹੜੀ ਹੈ ਨੋ ਡਾਊਟ ਉਹ ਅਹੁਦਾ ਛੱਡ ਦਿੱਤਾ, ਉਹਨਾਂ ਨੇ ਮੁੱਖ ਮੰਤਰੀ ਦੀ ਸੀਟ ਛੱਡ ਦਿੱਤੀ ਹੈ, ਪਰ ਉਹ ਪਰਸਨੈਲਿਟੀ ਉੱਥੇ ਉਹੀ ਜੀ ਹੈ, ਤਾਂ ਲੋਕੀ ਇਮੋਸ਼ਨਲੀ ਡੈਫੀਨੇਟਲੀ ਹੋ ਜਾਂਦੇ ਨੇ ਪਰਸਨੈਲਿਟੀ ਹੈ, ਕਿ ਉੱਥੇ ਉਹ ਜਿਹੜਾ, ਕਿਉਂਕਿ ਦਰਦ ਹੈ ਹਨਾ, ਉਹ ਜਿਹੜਾ ਹੈ ਉਹ ਬਿਲਕੁਲ ਨਹੀਂ ਸਾਹਮਣੇ ਕਰ ਪਾਏ। ਬਿਲकुल। ਠੀਕ ਹੈ ਪਰ ਜੀ, ਇਹਦਾ ਜਵਾਬ ਅਸਲ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਬੈਟਰ ਦੇ ਸਕਦੇ, ਕਿਉਂਕਿ ਅੱਜ ਦੇ ਟਾਈਮ 'ਚ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ, ਕੀ ਉਹਨਾਂ ਦੇ ਫਿਊਚਰ ਪਲਾਨਸ ਹੈ। ਸੋ ਮਤਲਬ ਵੀ ਕਾਂਟ ਸੇ ਐਨੀਥਿੰਗ ਅਬਾਊਟ ਦੈਟ। ਸੰਗਤ ਸਾਹਿਬ, ਤੁਸੀਂ ਕੀ ਫਰਮਾਉਣਾ ਚਾਹੁੰਦੇ ਹੋ? ਸਰ, ਮੈਂ ਭੁੱਲਰ ਸਾਹਿਬ ਦੀ ਗੱਲ ਦੇ ਉੱਤੇ ਨਾ ਜੀ ਉਹਨਾਂ ਨੂੰ ਕਾਊਂਟਰ ਕਰਨਾ ਪਸੰਦ ਕਰੂੰਗਾ ਵੀ ਇਹਨਾਂ ਨੇ ਬੜਾ ਕਨਵੀਨੀਐਂਟਲੀ ਝਾੜ ਕੇ ਇੱਕ ਸੀਐਮ ਲੈਵਲ ਦੇ ਬੰਦੇ ਨੂੰ ਇਹਨਾਂ ਨੇ ਇੱਕ MLA ਤੱਕ ਦਾ ਦਰਜਾ ਦਿਖਾਤਾ। ਇਹ ਉਹ ਹੀ ਇਨਸਾਨ ਹੈ ਜਿਹੜੇ ਸੰਘਾ ਸਾਹਿਬ, ਇਹਨਾਂ ਦੀ ਸਰਕਾਰ ਸੰਘਾ ਸਾਹਿਬ, ਮੈਂ ਉਸ ਤੋਂ ਪਹਿਲਾਂ ਖਤਮ ਕਰ ਲੈਂਦੇ ਹੋ ਮੇਰਾ ਬਾਈ, ਖਤਮ ਕਰ ਲੈਂਦੇ ਹੋ, ਫਿਰ ਤੁਹਾਡੀ ਮੈਂ ਜ਼ਰੂਰ ਗੱਲ ਦਾ ਜਵਾਬ ਦਊਂਗਾ। ਇਹ ਉਹੀ ਇਨਸਾਨ ਹੈ ਜਿਹਨੇ ਝੂਠੀਆਂ ਸੌਹਾਂ ਖਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਰਕਾਰ ਬਣਾਈ ਸੀ। ਪੰਜਾਬੀਆਂ ਦੇ ਨਾਲ ਧੋਖਾ ਕਰਕੇ 4.5 ਸਾਲ ਬਾਅਦ ਅੱਖਾਂ ਘੱਟਾ ਪਾ ਕੇ ਹੁਣ ਕੈਪਟਨ ਸਾਹਿਬ ਨੂੰ ਜਦੋਂ ਕਾਂਗਰਸ ਹਾਈ ਕਮਾਂਡ ਨੇ ਇਨਸਲਟ ਕੀਤਾ, ਉਹਨਾਂ ਦੀ ਬਿਲਕੁਲ ਜੋ ਇੰਨੇ ਸਾਲਾਂ ਦੀ ਬਣੀ ਇਮੇਜ ਸੀ ਉਹਨੂੰ ਮਿੱਟੀ ਦੇ ਵਿੱਚ ਰੋਲਿਆ। ਉਸ ਤੋਂ ਬਾਅਦ ਜਦੋਂ ਇੱਕ ਬੰਦਾ ਵਕਤ ਹੁੰਦਾ, ਭੁੱਲਰ ਸਾਹਿਬ ਉਹਨਾਂ ਤੋਂ ਪੱਲਾ ਝਾੜ ਦਿੰਦੇ ਕਿ ਜੀ ਸਾਡਾ ਤਾਂ ਉਹ ਬੰਦਾ ਹੀ ਨਹੀਂ ਰਿਹਾ। ਹੁਣ ਗੱਲ ਤੁਹਾਡੇ ਸਵਾਲ ਦੀ ਹੈ ਜੀ, ਸਵਾਲ ਤੁਹਾਡਾ ਬੜਾ ਡੂੰਘਾ ਹੈ। And it is a question of very high debate ਕਿ ਇਹ ਟੋਟਲੀ ਪੋਲੀਟੀਕਲ ਮੋਟੀਵੇਸ਼ਨ ਇਸ ਚੀਜ਼ ਦੇ ਵਿੱਚ ਜ਼ਾਹਰ ਹੁੰਦੀ ਹੈ ਕਿ ਕੈਪਟਨ ਸਾਹਿਬ ਜਦ ਤੱਕ ਤਾਂ ਉਹ ਕਾਂਗਰਸ ਦੇ ਵਿੱਚ ਸੀ ਵੀ ਠੀਕ ਹੈ, ਬੋਲ ਰਹੇ ਸੀ ਥੋੜਾ ਬਹੁਤ ਜੋ ਵੀ ਕਰ ਰਹੇ ਸੀ। ਹੁਣ ਕਿਉਂਕਿ the boat has turned and now he's trying to find a space to save his own prestige, save his own last innings ਕਿ ਕਿਸੇ ਹਿਸਾਬ ਨਾਲ ਬਸ ਮੇਰਾ ਸੂਤ ਲੱਗ ਜੇ। ਹੁਣ ਪੰਜਾਬੀਆਂ ਨੇ ਇੱਕ ਵਾਰੀ ਤਾਂ ਧੋਖਾ ਇਹਨਾਂ ਤੋਂ ਖਾ ਲਿਆ, ਇਹਨਾਂ ਦੀਆਂ ਸੌਹਾਂ ਤੇ ਵਿਸ਼ਵਾਸ ਕਰ ਲਿਆ, ਕਿਉਂਕਿ ਗੁਟਕਾ ਸਾਹਿਬ ਆਪਣੇ ਲਈ ਸਾਰਿਆਂ ਲਈ ਸਭ ਤੋਂ ਜ਼ਿਆਦਾ ਇੱਕ ਪ੍ਰੈਸਟੀਜੀਅਸ ਚੀਜ਼ ਹੈ ਜਿਹਦੀਆਂ ਇਹਨਾਂ ਨੇ ਸੌਹਾਂ ਖਾ ਕੇ ਗੁਰੂ ਦੀਆਂ ਧਰਤੀਆਂ ਤੇ ਜਾ ਕੇ ਸੌਹਾਂ ਖਾ ਕੇ ਮੁੱਕਰੇ। ਹੁਣ ਭੁੱਲਰ ਸਾਹਿਬ ਨੇ ਕਨਵੀਨੀਐਂਟਲੀ ਕਹਿਤਾ ਕਿ ਜੀ ਇਹ ਤਾਂ ਹੁਣ ਇੱਕ MLA ਨੇ, ਉਹਨਾਂ ਦਾ ਆਪਣਾ ਵਿਊ ਪੁਆਇੰਟ ਹੈ, ਪਰ ਇਹ ਉਸ ਬੰਦੇ ਦਾ ਸਟੈਚਰ ਕੁਐਸਚਨ ਨਹੀਂ ਤੁਸੀਂ ਕਰ ਸਕਦੇ। ਜਿਹੜੇ ਆਦਮੀ ਨੇ ਤੁਹਾਡੀ ਸਰਕਾਰ ਲਿਆਂਦੀ ਹੋਵੇ, ਤੁਹਾਨੂੰ ਉਹਨੇ ਇੱਕ ਤਕੜਾ ਕਰਤਾ ਹੋਵੇ ਕਿ ਵੀ ਤੁਸੀਂ ਇੱਕ ਆਪੋਜੀਸ਼ਨ ਦੇ ਵਿੱਚ ਵੀ ਹੁਣ ਬੋਲ ਸਕਦੇ ਹੋ। ਚਲੋ ਬੰਦਾ ਵਿਤਕਰਾ ਹੁੰਦਾ ਹਰ ਚੀਜ਼ ਦਾ, ਕਈ ਵਾਰੀ ਉਤਾਰ ਚੜਾਵ ਲਾਈਫ ਦੇ ਆਉਂਦੇ ਆ। ਹੁਣ ਕੈਪਟਨ ਸਾਹਿਬ ਆਪਣਾ ਦੇਖ ਰਹੇ ਹੈ ਕਿ ਵੇਅਰ ਟੂ ਨੈਕਸਟ ਹੁਣ ਉਹਨਾਂ ਨੇ ਆਪਣੀ ਇਨਿੰਗਸ ਕਿੱਧਰੋਂ ਖੇਡਣੀ ਹੈ। ਕਿਤੇ ਰੌਲਾ ਪੈਂਦਾ ਹੈ ਕਿ ਜੀ BJP ਵੱਲੋਂ ਉਹ ਐਗਰੀਕਲਚਰਲ ਮਿਨਿਸਟਰ ਬਣਨ ਲੱਗੇ ਹੈ, ਕੋਈ ਫਿਰ ਸਟੇਟਮੈਂਟ ਆ ਜਾਂਦੀ ਕਿ ਜੀ ਮੈਂ BJP ਨੂੰ ਜੁਆਇਨ ਕਰੂੰ। ਫਿਰ ਗੱਲ ਆਉਂਦੀ ਹੈ ਕਿ ਜੀ ਅਸੀਂ ਕੋਲੀਸ਼ਨ ਦੇ ਵਿੱਚ ਸਰਕਾਰ ਬਣਾਵਾਂਗੇ, ਜਿੱਦਾਂ ਪਹਿਲਾਂ ਅਕਾਲੀ ਦਲ ਤੇ BJP ਦਾ ਗੱਠਜੋੜ ਸੀ, ਹੁਣ ਕਾਂਗਰਸ ਆਪਣਾ ਕੈਪਟਨ ਸਾਹਿਬ ਦੀ ਪਾਰਟੀ ਦੇ ਨਾਲ ਜਿੰਨੇ ਕਿਸਾਨ ਲੀਡਰਸ ਹੈਗੇ ਉਹਨਾਂ ਦੇ ਵਿੱਚੋਂ ਚੂਜ਼ ਕਰਕੇ ਇੱਕ ਅਸੀਂ ਗੱਠਜੋੜ ਬਣਾਵਾਂਗੇ BJP ਦੀ ਅਲਾਇੰਸ ਦੇ ਨਾਲ। ਸੋ BJP ਇਹਨਾਂ ਨੂੰ ਇੱਕ ਡੋਰ ਵਾਂਗੂ, ਜਿੱਦਾਂ ਇੱਕ ਪਤੰਗ ਉੱਡਦਾ ਤੇ ਉਹਦੀ ਡੋਰ ਤੁਹਾਡੇ ਇਸ਼ਾਰਿਆਂ ਤੇ ਨੱਚਦਾ ਹੈ, ਉਹਦਾ ਕੈਪਟਨ ਸਾਹਿਬ ਨੂੰ ਨਚਾ ਰਹੀ ਹੈ। ਸਰਕਾਰ ਦੀ ਗੁੰਡਾਗਰਦੀ ਐਵੀਡੈਂਟ ਹੈ। ਉਹੀ ਚੀਜ਼ ਕੈਪਟਨ ਸਾਹਿਬ ਦੇ ਨਾਂ ਬਿਆਨ ਕਰਨ ਤੇ ਵੀ ਬੜਾ ਜ਼ਾਹਿਰ ਹੁੰਦਾ ਹੈ ਕਿ ਪਿਛਲੀ ਵਾਰੀ ਜਦੋਂ ਕੈਪਟਨ ਸਾਹਿਬ ਕਿਸਾਨ ਅੰਦੋਲਨ ਤੇ ਬੋਲੇ ਸੀ, ਕਿਉਂਕਿ ਜੀ ਮੈਂ ਪਹਿਲਾਂ ਬਾਈ ਜੀ ਦੀ ਇੱਕ ਗੱਲ ਨੂੰ ਕਰੈਕਟ ਕਰਨਾ ਚਾਹੁੰਦਾ ਕਿ ਜੀ ਆਪਾਂ ਕਹਿੰਦੇ ਕੈਪਟਨ ਸਾਹਿਬ ਬੜਾ ਖੜੇ ਤੇ ਇਦਾਂ ਹੋਇਆ। ਦੇਸ਼ ਦਿਨ ਕੈਪਟਨ ਸਾਹਿਬ ਬੋਲੇ ਸੀ, ਅਗਲਿਆਂ ਨੇ ਰਨਿੰਦਰ ਸਿੰਘ ਦੀਆਂ ਫਾਈਲਾਂ ਦਿੱਤੀਆਂ ਸੀ, ਖੋਲ ਦੀਆਂ ਵੀ, ਤੇ ਆਹ ਤੁਹਾਡੀਆਂ ਡਿਸਅਪਰੋਪਰੀਏਟ ਐਸੈਟਸ ਦੀਆਂ ਫਾਈਲਾਂ, ਤੇ ਉਸ ਤੋਂ ਬਾਅਦ ਨਹੀਂ ਕਦੇ ਬੋਲੇ ਕੈਪਟਨ ਸਾਹਿਬ। ਸੋ ਇਹਨਾਂ ਸਾਰਿਆਂ ਦੀ ਜਿਹੜੀ ਗੁਠਲੀ ਹੈ ਉਹ ਸੈਂਟਰ ਦੇ ਹੱਥ 'ਚ ਹੈ ਤੇ ਉਹ ਤਮਾਸ਼ਬੀਨ ਇਹਨਾਂ ਕੋਲ ਨਚਾਉਂਦੇ ਨੇ ਤੇ ਇਹ ਬਾਂਦਰ ਨੱਚਦੇ ਨੇ। ਜੀ ਰੋਬਿਨਦੀਪ ਜੀ ਕੁਝ ਕਹਿਣਾ ਚਾਹੁੰਦੇ ਹੋ? ਜੀ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਕੁਝ ਬੋਲੇ ਨਹੀਂ, ਮੈਂ ਜਿਵੇਂ ਰਾਣਿੰਦਰ ਜੀ ਦੀਆਂ ਉਹਨਾਂ ਨੇ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਈਡੀ ਨੇ ਪ੍ਰੋਬ ਚਲਾਇਆ, ਪਰ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ, ਬੋਲਣ ਨਾਲੋਂ ਮੈਂ ਸਮਝਦਾ ਉਹਨਾਂ ਦੇ ਐਕਸ਼ਨਸ ਦੱਸਦੇ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ। ਇਹਨਾਂ ਨੇ ਇੱਕ ਗੱਲ ਕਹਿਤੀ, ਇਹਨਾਂ ਨੇ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਡਿਸਓਨ ਕਰਤਾ ਕਿ ਸਾਡਾ ਬੇਸ਼ੱਕ ਬਿਲਕੁਲ ਉਹਨਾਂ ਕਰਕੇ ਸਰਕਾਰ ਬਣੀ, ਉਹਨਾਂ ਦੇ ਨਾਮ ਨੂੰ ਸਰਕਾਰ ਬਣੀ,
ਦੂਜੀ ਗੱਲ, ਮੈਂ ਪਹਿਲਾਂ ਇਹ ਜਦੋਂ ਮੈਂ ਗੱਲ ਕੀਤੀ ਪਿਛਲੇ, ਜਦੋਂ ਮੈਂ ਗੱਲ ਆਪਦੀ ਸਟੇਟਮੈਂਟ ਦਿੱਤੀ ਆ, ਉਸ ਤੋਂ ਪਹਿਲਾਂ ਮੈਂ ਇਹ ਵੀ ਗੱਲ ਕਹੀ ਕਿ ਕਿਸਾਨੀ ਅੰਦੋਲਨ ਦੀ ਬੇਤਹਾਸ਼ਾ ਉਹਨਾਂ ਦੀ ਸਪੋਰਟ ਕਿਸਾਨੀ ਅੰਦੋਲਨ ਨੂੰ ਰਹੀ ਹੈ। ਪਰ ਮੈਂ ਅੱਜ ਦੀ ਗੱਲ, ਮੈਂ ਦੇਖੋ ਦੋ ਗੱਲਾਂ ਕੀਤੀਆਂ। ਜਿੰਨਾ ਟਾਈਮ ਉਹ ਚੀਫ ਮਿਨਿਸਟਰ ਸੀ, ਮੈਂ ਇਹ ਵੀ ਕਿਹਾ ਕਿ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਸਪੋਰਟ, ਮੈਂ ਡਿਸੋਨ ਨਹੀਂ ਕੀਤਾ। ਪਰ ਅੱਜ ਦੀ ਜਿਵੇਂ ਗੱਲ ਹੈ ਕਿ ਮੈਂ ਅੱਜ ਦੀ ਗੱਲ ਕਰ ਰਿਹਾ ਕਿ ਅੱਜ ਸਾਨੂੰ ਨਹੀਂ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਵਲਵਲੇ ਹੈ, ਉਹਨਾਂ ਦੇ ਕੀ ਨੈਕਸਟ ਇਨਿੰਗਸ। ਸੋ ਦੂਜੀ ਗੱਲ, ਸੰਘਾ ਜੀ ਨੇ ਗੱਲ ਕੀਤੀ ਹੈ ਕਿ ਕਾਂਗਰਸ ਨੇ ਇਸ ਤਰ੍ਹਾਂ, ਕੈਪਟਨ ਅਮਰਿੰਦਰ ਸਿੰਘ ਨੇ। ਸੋ ਜੇ ਅਸੀਂ ਗੱਲ ਕਰੀਏ ਕਿ ਸਾਰੀ ਦੁਨੀਆ ਜਾਣਦੀ ਹੈ, ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਕੋਠੇ ਚੜ੍ਹ ਰੌਲਾ ਪਾਲੇ ਕਿ ਅਸੀਂ ਕਿਸਾਨ ਹਿਤੈਸ਼ੀ ਹੈ, ਕਿਸਾਨ ਹਮਾਇਤੀ ਹੈ, ਪਰ ਜਿਸ ਤਰ੍ਹਾਂ 3 ਮਹੀਨੇ ਇਹਨਾਂ ਨੇ ਐਡਵੋਕੇਸੀ ਕਿਸਾਨ ਜਿਹੜੇ ਕਿਸਾਨ ਵਿਰੋਧੀ ਬਿੱਲ ਹੈ ਇਹਨਾਂ ਦੀ ਕੀਤੀ ਹੈ, ਸੋ ਮੇਰੇ ਕੋਲ ਇਹਦੇ ਸਾਰੇ ਐਵੀਡੈਂਸ ਵੀ ਪਏ ਆ, ਮੀਡੀਆ ਕੋਲ ਵੀ, ਇਹਨਾਂ ਨੇ ਪ੍ਰੈਸ ਸਟੇਟਮੈਂਟਸ ਵੀ ਦਿੱਤੀਆਂ ਵੱਡੇ ਵੱਡੇ ਚੈਨਲਸ ਨੂੰ, ਨੈਸ਼ਨਲ ਇੰਡੀਅਨ ਐਕਸਪ੍ਰੈਸ ਹੋਵੇ, ਕਿ ਫਿਰ ਇਹਨਾਂ ਨੇ ਇੱਕਦਮ ਯੂ ਟਰਨ ਮਾਰਿਆ ਜਦੋਂ ਇਹਨਾਂ ਨੂੰ ਲੱਗਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਾਡੀ ਜਿਹੜੀ ਸਿਆਸੀ ਧਰਾਤਲ ਹੈ ਉਹ ਖਿਸਕਦੀ ਨਜ਼ਰ ਆਈ। ਸੋ ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਉਹ ਸਾਡਾ ਅੱਜ ਵਿਚਾਰ ਚਰਚਾ ਕਰਨ ਦਾ। ਸੋ ਸਾਰਿਆਂ ਨੂੰ ਪਤਾ ਹੈ ਕਿ ਕਿਹੜਾ ਕਿਸਾਨ ਹਿਤੈਸ਼ੀ ਹੈ, ਇਹ ਕਿਸਾਨ ਵੀ ਜਾਣਦੇ ਆ, ਇਹ ਪੰਜਾਬ ਦਾ ਆਵਾਮ ਵੀ ਜਾਣਦਾ ਹੈ, ਦੇਸ਼ ਦੁਨੀਆ ਵੀ ਜਾਣਦੀ ਹੈ। ਭੁੱਲਰ ਸਾਹਿਬ, ਮੈਂ ਦੁਬਾਰਾ ਇਸ ਗੱਲ ਤੇ ਕਰੈਕਟ ਕਰਨਾ ਚਾਹੁੰਦਾ, ਜਿਹੜੀ ਗੱਲ ਦੀ ਤੁਸੀਂ ਗੱਲ ਕਹੀ ਜੀ, ਗੱਲ ਸੋਚਣਯੋਗ ਹੈ। ਸਾਡਾ ਇੱਕ ਕੋਲੀਸ਼ਨ ਸੀ, ਸਾਡਾ 30 ਸਾਲ ਦਾ ਕਿਸੇ ਪਾਰਟੀ ਦੇ ਨਾਲ ਮੇਲ ਜੋਲ ਸੀ, ਸਾਡਾ ਇੱਕ, ਅਸੀਂ ਸਰਕਾਰ ਸੈਂਟਰ ਦੇ ਵਿੱਚ ਸਾਡੀ ਬੀਜੇਪੀ ਪਾਵਰ ਸੀਗੀ ਤੇ ਅਕਾਲੀ ਦਲ ਪੰਜਾਬ ਸਟੇਟ ਦੀ ਪਾਵਰ ਸੀ, ਤੇ ਹੈਂਡ ਇਨ ਹੈਂਡ ਚੀਜ਼ ਚੱਲਦੀ ਸੀ। ਜਦੋਂ ਕਿਸੇ ਨਾਲ ਤੁਹਾਡਾ ਐਡਾ ਲੰਬਾ ਸਮਾਂ ਜਦੋਂ ਤੁਹਾਡਾ ਕਿਸੇ ਦੇ ਨਾਲ ਇੰਨਾ ਜ਼ਿਆਦਾ ਲੰਮਾ ਸਮਾਂ ਰਿਹਾ ਹੋਵੇ ਤੇ ਅਗਲੇ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਹੋਣ ਕਿ ਜਿੱਦਾਂ ਤੁਸੀਂ ਕਹੋਗੇ ਉਦਾਂ ਹੋਊਗਾ, ਜਿਹੜੀ ਚੀਜ਼ ਤੁਸੀਂ ਕਹੋਗੇ, ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਫੇਵਰ ਦੇ ਵਿੱਚ ਤੁਹਾਡੇ ਫਾਰਮਰਸ ਦੇ ਹੋਊਗੀ, ਅਸੀਂ ਉਹੀ ਪਾਵਾਂਗੇ, ਤੁਸੀਂ ਉਸ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਹੋ। ਐਂਡ ਇਹ ਵਿਸ਼ਵਾਸ ਕਰਨਾ ਲਾਜ਼ਮੀ ਹੈ। ਇੱਕ ਜਦੋਂ ਕੋਲੀਸ਼ਨ ਹੁੰਦੀ ਹੈ, ਜਦੋਂ ਇੱਕ ਪਾਰਟਨਰਸ਼ਿਪ ਹੁੰਦੀ ਹੈ, ਕਹਿਣਾ ਬਹੁਤ ਸੌਖਾ ਹੈ ਕਿ ਜੀ ਯੂ ਟਰਨ ਕਰ ਲਿਆ, ਵੀ ਸਾਡੇ ਮਿਨਿਸਟਰ ਨੇ, ਸਾਡੇ ਯੂਨੀਅਨ ਮਿਨਿਸਟਰ ਨੇ ਛੱਡੀ 5 ਸਾਲ ਦੀ, ਕੋਈ ਅੱਧਾ ਸਾਲ ਦੀ ਰਹਿੰਦਾ ਸੀ, 4 ਮਹੀਨੇ ਨਹੀਂ ਰਹਿੰਦੇ ਸੀ, ਪੂਰੀ ਟਰਮ ਸੀਗੀ। ਵਜ਼ਾਰਤ ਇੱਕ ਸੈਂਟਰ ਦੀ ਛੱਡਣੀ ਬਹੁਤ ਵੱਡੀ ਚੀਜ਼ ਹੈ, ਉਹਨਾਂ ਨੇ ਆਪਣਾ ਫਰਜ਼ ਸਮਝ ਕੇ ਛੱਡੀ ਹੈ। ਅਸੀਂ ਉਸ ਚੀਜ਼ ਦੇ ਵਿੱਚ ਕੋਈ ਜਤਾਉਂਦੇ ਨਹੀਂ ਕਿ ਜੀ ਅਸੀਂ ਐਂ ਕਰਤਾ ਉਹ ਕਰਤਾ, ਪਰ ਕਦੇ ਪਰਸਨਲੀ ਸੋਚ ਕੇ ਦੇਖੋ, ਮੈਂ ਕਿਸੇ ਅਹੁਦੇ ਤੇ ਹੋਵਾਂ, ਤੁਸੀਂ ਕਿਸੇ ਅਹੁਦੇ ਤੇ ਹੋਵੋ, ਭੁੱਲਰ ਸਾਹਿਬ, ਗਰੇਵਾਲ ਸਾਹਿਬ, ਰੋਹਿਤ ਜੀ, ਹੁਣ ਤੁਸੀਂ ਰੋਬਿਨ ਆਪਣੇ ਚੈਨਲ ਨਾਲ ਜੁੜੇ ਨੇ, ਵੀ ਤੁਹਾਡੀ ਇੱਕ ਕਿਸੇ ਨਾਲ ਸਾਂਝ ਹੋਏਗੀ ਤਾਂ ਹੀ ਤੁਸੀਂ ਜੁੜੇ ਹੋ, ਤੁਹਾਡੀ ਕੋਈ ਬਿਲੀਵ ਹੋਏਗੀ ਕਿ ਅਗਲਾ ਬੰਦਾ ਮੇਰੇ ਨਾਲ ਖੜਾ ਹੈ, ਵੀ ਮੈਂ ਜਿੱਦਾਂ ਕਹੂੰਗਾ ਕਰੂਗਾ, ਭਾਈਚਾਰਕ ਸਾਂਝ ਹੁੰਦੀ ਹੈ। ਤੁਸੀਂ ਅਗਲਾ ਬੰਦਾ ਉਸ ਚੀਜ਼ ਤੇ ਪੂਰਾ ਨਾ ਉਤਰੇ, ਤੁਹਾਡੇ ਕੋਲ ਲਾਸਟ ਰਿਜ਼ੋਰਟ ਕੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਤੁਸੀਂ ਸੋਚ ਕੇ ਦੇਖੋ, ਭੁੱਲਰ ਸਾਹਿਬ, ਗਰੇਵਾਲ ਸਾਹਿਬ, ਰੂਬਲ ਸਾਹਿਬ, ਕਿ 30 ਸਾਲ ਪੁਰਾਣਾ ਕੋਲੀਸ਼ਨ ਤੋੜਨਾ ਮਜ਼ਾਕ ਨਹੀਂ। ਸੋ ਜਿਹੜੀ ਵਿਚਾਰ ਚਰਚਾ ਹੈ ਉਹ ਜਾਰੀ ਰਹੇਗੀ, ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਹੋਰ ਵੀ ਸਵਾਲ ਜਿਹੜੇ ਨੇ ਪੁੱਛੇ ਜਾਣਗੇ। ਫਿਲਹਾਲ ਸਮਾਂ ਹੋ ਚੁੱਕਾ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਜਿਹੜੀ ਗੱਲਬਾਤ ਹਰਜਾਪ ਸੰਘਾ ਜੀ ਕਰ ਰਹੇ ਸੀ ਕਿ ਮੈਨੂੰ ਲੱਗਦਾ ਕਿ ਗਰੇਵਾਲ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਨੇ। ਗਰੇਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੀ ਕੰਪਲੀਟ ਕਰ ਲਵਾਂ ਜੀ ਰਿਕੁਐਸਟ? ਹਾਂਜੀ ਸੰਘਾ ਸਾਹਿਬ ਕਰ ਲਓ ਸਰ ਪਲੀਜ਼। ਸੋ ਇਹ ਆਪੋਜੀਸ਼ਨ ਦੇ ਬਲੇਮ ਲਾਉਣੇ ਬਹੁਤ ਹੀ ਕਨਵੀਨੀਅੰਟ ਲੱਗਦਾ ਜੀ, ਬੜਾ ਲੋਕਾਂ ਨੂੰ ਸੁਣਨ ਨੂੰ ਬੜਾ ਵਧੀਆ ਲੱਗਦਾ ਹੈ ਕਿ ਜੀ ਐਂ ਕਰਤਾ ਉਹ ਕਰਤਾ, ਪਰ ਆਪਣੇ ਉੱਤੇ ਕੋਈ ਪਰਸਨਲੀ ਚੀਜ਼ ਨੂੰ ਲੈ ਕੇ ਦੇਖੋ ਵੀ ਵਜ਼ਾਰਤਾਂ ਛੱਡਣੀਆਂ, ਕੋਲੀਸ਼ਨਾਂ ਤੋੜਨੀਆਂ, ਸੈਂਟਰ ਦੇ ਵਿੱਚ ਪਾਵਰ ਛੱਡਣੀ, ਰੂਲਿੰਗ ਪਾਰਟੀ ਦੇ ਨਾਲ ਨਾਤੇ ਤੋੜ ਲੈਣੇ, ਸਿੰਘ ਫਸਾ ਲੈਣੇ, ਇਹ ਸੂਰਵੀਰਾਂ ਦਾ ਕੰਮ ਹੈ। ਇਹ ਐਵੇਂ ਤੁਰੇ ਫਿਰੇ ਬੰਦੇ ਤੋਂ ਨਹੀਂ ਹੋ ਸਕਦਾ, ਜਿਗਰਾ ਚਾਹੀਦਾ ਏਦਾਂ ਦੇ ਡਿਸੀਜਨ ਲੈਣ ਨੂੰ। ਤੇ ਮੈਂ ਦਾਦ ਦਿੰਦਾ ਆ ਆਪਣੀ ਲੀਡਰਸ਼ਿਪ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਬੀਬਾ ਜੀ ਹਰਸਿਮਰਤ ਕੌਰ ਬਾਦਲ ਦੀ, ਜਿਨ੍ਹਾਂ ਨੇ ਇੰਨੀ ਜੁਰਤ ਰੱਖੀ ਕਿ ਵੀ ਤਾਨਾਸ਼ਾਹਾਂ ਮੂਹਰੇ ਝੁਕੇ ਨਹੀਂ। ਔਰ ਤੁਹਾਡੇ ਕੈਪਟਨ ਸਾਹਿਬ ਵਾਂਗੂ ਕਿ ਜੀ ਉਧਰੋਂ ਮਾੜਾ ਜਿਹਾ ਈਡੀ ਦਾ ਨੋਟਿਸ ਆਇਆ ਨਹੀਂ ਤੇ ਜੀ ਪੈ ਗਈਆਂ ਪੁੱਠੀਆਂ ਦੌੜਾਂ, ਸਾਡੇ ਬੰਦੇ ਖੜੇ ਰਹੇ ਡਟ ਕੇ ਵੀ ਦੇਖ ਲਾਂਗੇ ਜੋ ਹੋਊਗਾ, ਇਸ ਸੋਚ ਦੇ ਨਾਲ ਕਿ ਅਸੀਂ ਕਿਸਾਨੀ ਦੇ ਹਿਤੈਸ਼ੀ ਪਾਰਟੀਆਂ, ਕਿਸਾਨਾਂ ਦੀ ਨੁਮਾਇੰਦਾ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ, ਇਹ ਚੀਜ਼ ਨੂੰ ਕੋਈ ਖੋ ਨਹੀਂ ਸਕਦਾ, ਆਪਣੇ ਜਾਂ ਕਿਸੇ ਦੇ ਕਹਿਣ ਤੋਂ ਇਹ ਚੀਜ਼ ਕੋਈ ਲੈ ਨਹੀਂ ਸਕਦਾ। ਟਿਊਬਵੈਲਾਂ ਦੇ ਬਿੱਲ ਨਹੀਂ ਲੱਗੇ ਬਾਦਲ ਸਾਹਿਬ ਦੇ ਵੇਲੇ, ਇੱਧਰ ਆਈਆਂ ਸਰਕਾਰਾਂ ਤੇ ਨਾਲ ਹੀ ਚੀਕਾਂ ਦਿੱਤੀਆਂ ਕਢਾ, ਠੀਕ ਹੈ ਜੀ ਨਾ। ਸੜਕਾਂ ਆਪਣੀਆਂ ਜਿਹੜੀਆਂ ਆ, ਕਿਆ ਸੜਕਾਂ ਵਧੀਆ ਬਣੀਆਂ,
ਸੜਕਾਂ ਦੇ ਉੱਤੇ ਟੋਲ ਟੈਕਸ ਆਪਾਂ ਦਿੰਦੇ, ਟਰੈਕਟਰਾਂ ਤੇ ਟੋਲ ਟੈਕਸ ਹੈ ਨਹੀਂ, ਠੀਕ ਹੈ। ਕਿਸਾਨਾਂ ਦੇ ਜਿਹੜੇ ਆਪਾਂ ਕਿਸਾਨਾਂ ਦੇ ਕਰਜ਼ੇ ਜਿਹੜੇ ਆ ਉਹਨਾਂ ਦੀਆਂ ਮਾਫੀਆਂ ਦੀਆਂ ਕਾਂਗਰਸ ਸਰਕਾਰ ਗੱਲਾਂ ਕਰਕੇ ਸਰਕਾਰ ਬਣਾ ਗਈ, ਕਿਹੜੇ ਮਾਫ ਹੋ ਗਏ ਬਿੱਲ, ਠੀਕ ਹੈ। ਕਿਸੇ ਨੂੰ 200 ਰੁਪਈਆ, ਕਿਸੇ ਨੂੰ 100 ਰੁਪਈਆ ਦੇ ਕੇ ਲੋਕਾਂ ਦੀ ਤੁਸੀਂ ਜ਼ਲਾਲਤ ਤੇ ਬੇਇੱਜ਼ਤੀ ਕੀਤੀ। ਇਹਦੀ ਚੱਕ ਤੁਸੀਂ ਸਭ ਤੋਂ ਪਵਿੱਤਰ ਕਿਤਾਬ ਨੂੰ ਚੱਕ ਕੇ ਝੂਠ ਬੋਲ ਕੇ ਭੋਲੇ ਲੋਕਾਂ ਦਾ ਤੁਸੀਂ ਵਿਸ਼ਵਾਸਘਾਤ ਕੀਤਾ। ਬਾਈ ਜੀ, ਵੀ ਚਾਹੇ ਤੁਹਾਡੀ ਲੀਡਰਸ਼ਿਪ ਮੋਰਲੀ ਚੇਂਜ ਹੋ ਗਈ ਹੈ, ਤੁਹਾਨੂੰ ਇਹਨਾਂ ਚੀਜ਼ਾਂ ਦਾ ਜਵਾਬ ਲੋਕਾਂ ਨੇ ਮੰਗਣਾ ਹੈ ਕਿ ਤੁਸੀਂ ਅੱਜ ਤੁਹਾਡਾ ਟੌਪ ਲੀਡਰ ਚੇਂਜ ਹੋਇਆ, ਕੈਬਨਿਟ ਤੁਹਾਡਾ 70% ਸੇਮ ਹੈ, 70% ਉਹੀ ਬੰਦੇ ਨੇ ਜਿਹੜੇ ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਸੀਗੇ, ਠੀਕ ਹੈ। ਉਹੀ ਟੈਂਟਡ ਬੰਦੇ ਨੇ, ਉਹੀ ਟੈਂਟਡ ਪੁਲਸੀਏ ਨੇ ਜਿਹੜੇ ਸਟੇਟ ਦਾ ਸ਼ੋਅ ਰਨ ਕਰ ਰਹੇ ਨੇ। ਸੋ ਇਹ ਚੀਜ਼ਾਂ ਕੋਈ ਵੀ ਚੱਕਦਾ ਹੈ ਜਦੋਂ ਨਾ ਵੀ ਇੱਕ ਉਂਗਲ ਤੁਸੀਂ ਸਾਡੇ ਵੱਲ ਨੂੰ ਕਰਦੇ ਹੋ, 4 ਉਂਗਲਾਂ ਤੁਹਾਡੇ ਵੱਲ ਨੂੰ ਹੁੰਦੀਆਂ। ਠੀਕ ਹੈ ਜੀ ਸੰਗਤ ਸਾਹਿਬ, ਹੁਣ ਜਵਾਬ ਅਸੀਂ ਲਵਾਂਗੇ ਵਾਰੋ ਵਾਰੀ। ਪਹਿਲਾਂ ਤਾਂ ਇਕਬਾਲ ਗਰੇਵਾਲ ਜੀ ਤੋਂ ਮੈਂ ਪੁੱਛਾਂਗਾ ਕਿ ਉਹ ਪੂਰੀ ਇਸ ਗੱਲਬਾਤ ਦੇ ਬਾਰੇ, ਉਹਨਾਂ ਦੀ ਵਿਚਾਰਧਾਰਾ ਦੇ ਬਾਰੇ, ਇਸ ਆਪਣੇ ਪੁਆਇੰਟ ਦੇ ਬਾਰੇ ਤੁਸੀਂ ਕੀ ਫਰਮਾਉਂਦੇ ਹੋ ਗਰੇਵਾਲ ਸਾਹਿਬ? ਮੋਹਿਤ ਜੀ, ਮੈਂ ਬੜਾ ਹੈਰਾਨ ਹੋ ਕੇ ਸੁਣ ਰਿਹਾ ਸੀ। ਪਹਿਲੀ ਗੱਲ, ਕਾਂਗਰਸ ਵਾਲੇ ਭਰਾ ਭੁੱਲਰ ਸਾਹਿਬ ਕਹਿੰਦੇ ਨੇ ਕਿ ਕੈਪਟਨ ਸਾਹਿਬ ਨੇ ਕਿਸਾਨਾਂ ਦੀ ਹਮਾਇਤ ਕੀਤੀ, ਜੇ ਉਹਨਾਂ ਨੂੰ ਲੰਘਣ ਦੇਤਾ ਬਿਨਾਂ ਕਿਸੇ ਅੜਚਨ ਤੋਂ ਤਾਂ ਖੱਟਰ ਨੇ ਰੋਕ ਕੇ ਵੀ ਕੀ ਕਰ ਲਿਆ ਜੀ। ਜੇ ਇੱਥੇ ਟੋਲ ਬੰਦ ਹੋਏ ਤਾਂ ਹਰਿਆਣੇ 'ਚ ਵੀ ਕਿਸਾਨਾਂ ਨੇ ਕਰਾਈ ਲਏ, ਉਹਨਾਂ ਨੂੰ ਰੋਕਣਾ ਪੋਸੀਬਲ ਹੀ ਨਹੀਂ ਸੀ। ਪਹਿਲੀ ਗੱਲ ਤਾਂ ਇਹ ਹੈ। ਸੋ ਕਿਸਾਨਾਂ ਦਾ ਸਾਥ ਦੇਣਾ ਜਾਂ ਨਾ ਦੇਣਾ, ਕਿ ਜੇ ਅਸੀਂ ਜੀ ਸਾਹ ਰਾਹ ਤੋਂ ਅਸੀਂ ਸਿਰਫ ਪੁਲਿਸ ਨਹੀਂ ਲਾਈ ਰੋਕਣ ਨੂੰ, ਉਹਦਾ ਕੋਈ ਲੌਜਿਕ ਨਹੀਂ। ਦੂਜੀ ਜੇ ਗੱਲ ਅਕਾਲੀ ਦਲ ਦੇ ਸੰਘਾ ਸਾਹਿਬ ਕਰ ਰਹੇ ਸੀ, ਮੈਂ ਬੜਾ ਸੁਣ ਰਿਹਾ ਸੀ ਸੋਚ ਕੇ ਕਿ ਡਿਕਟੇਟਰਸ਼ਿਪ 2014 ਤੋਂ 2019 ਤੱਕ ਵੀ ਚੱਲੀ ਜੀ। ਡਿਕਟੇਟਰਸ਼ਿਪ ਅੱਜ ਤਾਂ ਨਹੀਂ ਆਈ ਮੋਦੀ 'ਚ, ਮੋਦੀ ਦਾ ਜਦ ਆਇਆ ਉਦੋਂ ਦਾ ਡਿਕਟੇਟਰਸ਼ਿਪ ਚਲਾ ਰਿਹਾ, ਪਹਿਲੀ ਗੱਲ। ਦੂਜੀ ਗੱਲ ਰਹੀ ਕਿ ਜਿਹੜੇ ਵਾਅਦੇ ਹੋਏ ਸੀ, ਜਿਹੜੇ ਕਹਿੰਦੇ ਨੇ ਕਿ ਵੀ 30 ਸਾਲ ਦਾ ਸਾਥ, ਜਿਹੜੇ ਵਾਅਦੇ ਕੀਤੇ ਸੀ, ਸਾਨੂੰ ਕਿਹਾ ਗਿਆ ਸੀ ਕਿ ਏਦਾਂ ਅਸੀਂ ਜੋ ਤੁਸੀਂ ਕਹੋਗੇ ਹੋਊਗਾ, ਤੇ ਕਿਸਾਨ ਕਾਨੂੰਨ ਤਾਂ ਪਾਸ ਹੋ ਗਏ ਸੀ। ਕਿਸਾਨ ਕਾਨੂੰਨ ਤਾਂ ਕੰਕਰੀਟ ਫਾਰਮ 'ਚ ਆ ਗਏ ਸੀ। ਜਦੋਂ ਵੱਡੇ ਬਾਦਲ ਸਾਹਿਬ ਦਾ, ਛੋਟੇ ਬਾਦਲ ਸਾਹਿਬ ਦਾ, ਬੀਬਾ ਜੀ ਦਾ ਵੀਡੀਓ ਆਉਂਦੇ ਨੇ ਕਿ ਕਿਸਾਨ ਕਾਨੂੰਨ ਬਹੁਤ ਵਧੀਆ ਨੇ, ਉਦੋਂ ਉਹ ਕੰਪਲੀਟ ਫਾਰਮ ਵਿੱਚ ਆਏ ਸੀ। ਉਦੋਂ ਇਹ ਨਹੀਂ ਸੀਗਾ ਕਿ ਇਹ ਕਿਸਾਨ ਕਾਨੂੰਨ ਆਉਣਗੇ ਤੇ ਫਿਰ ਅਕਾਲੀ ਦਲ ਕਹੂਗਾ ਤਾਂ ਚੇਂਜ ਕਰ ਲਾਂਗੇ ਤੇ ਕਿਸਾਨ ਜਿਵੇਂ ਕਹਿਣਗੇ ਚੇਂਜ ਕਰ ਲਾਂਗੇ। ਇਟ ਵਾਸ ਡਿਸਾਈਡਡ ਕਿ ਇਹ ਕਾਨੂੰਨ ਹੋਣਗੇ। ਜਦੋਂ ਆਪਣੀ ਸਿਆਸੀ ਹੋਂਦ ਦਾਅ ਤੇ ਲੱਗ ਗਈ, ਜਦੋਂ ਸਿਆਸੀ ਹੋਂਦ ਦਾਅ ਤੇ ਲੱਗ ਗਈ, ਉਦੋਂ ਸਾਥ ਛੱਡਿਆ, ਕਿਸੇ ਲਈ ਨਹੀਂ ਛੱਡਿਆ। ਜਿਹੜੀ ਵਜ਼ਾਰਤ ਹੈ, ਜਿਹੜੇ ਲੋਕਾਂ ਕਰਕੇ ਵਜ਼ਾਰਤ ਬਣੀ, ਐਡੀ ਵੱਡੀ ਗੱਲ ਕਿ ਜੀ ਕੁਰਸੀ ਛੱਡਤੀ। ਉਹ ਕੁਰਸੀ ਦਿੱਤੀ ਕੀ ਨਹੀਂ ਆ ਭਾਈ? ਕੁਰਸੀ ਕੋਈ ਤੁਹਾਡੀ ਜੱਦੀ ਪੁਸ਼ਤੀ ਤਾਂ ਹੈ ਨਹੀਂ, ਕੁਰਸੀ ਤਾਂ ਲੋਕਾਂ ਨੇ ਦਿੱਤੀ ਹੈ। ਤੇ ਜੇ ਲੋਕਾਂ ਨੇ ਦਿੱਤੀ ਹੈ, ਗਰੇਵਾਲ ਸਾਹਿਬ ਉਹੀ ਗੱਲ ਕਹਿਣਾ, ਖਤਮ ਕਰ ਲੈਂਦੇ ਹੋ। ਮੈਂ ਇਹੀ ਗੱਲ ਕਹਿਣਾ, ਪਲੀਜ਼ ਲੈਟ ਮੀ ਫਿਨਿਸ਼, ਪਲੀਜ਼ ਲੈਟ ਮੀ ਫਿਨਿਸ਼। ਤੁਸੀਂ ਬਹੁਤ ਦੇਰ ਦੇ ਬੋਲ ਰਹੇ ਹੋ, ਲੈਟ ਮੀ ਫਿਨਿਸ਼। ਮੇਰੀ ਸਿਰਫ ਇੰਨੀ ਗੱਲ ਹੈ ਕਿ ਕੁਰਸੀ ਆਪਾਂ ਕਿਸੇ ਕਰਕੇ ਤਾਂ ਛੱਡੀ, ਆਪਾਂ ਤਾਂ ਆਪਣੀ ਲੋੜ ਕਰਕੇ ਛੱਡੀ ਹੈ। ਆਪਾਂ ਆਪਣੀ ਭਾਈਵਾਲੀ ਕਿਸੇ ਕਰਕੇ ਨਹੀਂ ਛੱਡੀ, ਆਪਾਂ ਆਪਣੀ ਸਿਆਸਤੀ ਹੋਂਦ ਨੂੰ ਬਚਾਉਣ ਕਰਕੇ ਇਹ ਛੱਡੀ। ਥਰਡਲੀ, ਬੀਜੇਪੀ ਦੇ ਜਿੰਨੇ ਪੰਜਾਬ ਦੇ ਨੇਤਾ, ਕਿਉਂਕਿ ਬੀਜੇਪੀ ਦਾ ਪੰਜਾਬ 'ਚ ਅਕਸ ਖਤਮ ਹੋ ਗਿਆ ਹੈ, ਘਟ ਗਿਆ, ਜਿੰਨੇ ਨੇਤਾ ਨੇ ਉਹਨਾਂ ਦਾ ਦੂਜਾ ਘਰ ਕਿਹੜਾ, ਇਹ ਆਪਾਂ ਨੂੰ ਸਭ ਨੂੰ ਪਤਾ। ਸਾਰੇ ਕਿੱਥੇ ਜਾ ਰਹੇ ਨੇ, ਇਹ ਆਪਾਂ ਨੂੰ ਸਭ ਨੂੰ ਪਤਾ। ਹੁਣ ਗੱਲ ਇਹ ਹੈ ਕਿ ਆਪਾਂ ਕਿਸਾਨ ਹਿਤੈਸ਼ੀ ਹੋ ਰਹੇ ਹਾਂ। ਇਹਨਾਂ ਨੇ ਟਿਊਬਵੈਲਾਂ ਦੇ ਬਿੱਲਾਂ ਦੀ ਗੱਲ ਕੀਤੀ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪਾਣੀ ਸਿਰਫ ਇੱਕ ਪਾਰਟ ਹੈ। 5 ਸਾਲ ਕੈਪਟਨ ਸਾਹਿਬ, 10 ਸਾਲ ਅਕਾਲੀ ਬਾਦਲ, ਫਿਰ 4.5 ਸਾਲ ਕੈਪਟਨ ਸਾਹਿਬ। ਤੇ ਤੁਸੀਂ ਇਹ ਦੇਖੋ ਕਿ ਜੇ ਪੰਜਾਬ ਦਾ ਕਿਸਾਨੀ ਦਾ ਗ੍ਰਾਫ ਥੱਲੇ ਜਾਂਦਾ ਦੇਖਣਾ, ਉਹ ਸਨ 2000 ਤੋਂ ਬਾਅਦ ਸਭ ਤੋਂ ਵੱਧ ਗ੍ਰਾਫ ਥੱਲੇ ਗਿਆ। ਸੋ ਸਨ 2000 ਤੋਂ ਲੈ ਕੇ 2022 ਤੱਕ ਬੋਥ ਦਾ ਪਾਰਟੀਜ਼ ਆਰ ਇਕੁਅਲੀ ਰਿਸਪੌਂਸਿਬਲ ਕਿ ਜਿਹਦੇ ਕਰਕੇ ਗ੍ਰਾਫ ਥੱਲੇ ਗਿਆ। ਮੈਂ ਜਿਹੜੇ ਨੰਬਰ ਦਿੱਤੇ ਸੀ, ਜੇ ਮੈਂ 15,000 ਪਿਛਲੇ 15 ਸਾਲਾਂ ਦੇ ਦਿੱਤੇ ਸੀ ਤਾਂ 20 ਸਾਲਾਂ 'ਚ 20,000 ਨੇ ਸਰ, ਪਹਿਲਾਂ ਘੱਟ ਨਹੀਂ ਸੀ। ਇਹ 2000 ਤੋਂ ਸੁਸਾਈਡ ਦਾ ਸਿਲਸਿਲਾ ਸ਼ੁਰੂ ਹੋਇਆ। 2000 ਤੋਂ ਪਹਿਲਾਂ ਅਖਬਾਰਾਂ 'ਚ ਨਹੀਂ ਆਉਂਦਾ ਸੀ। ਸ਼ਾਇਦ ਤੁਹਾਡੀ ਉਮਰ ਘੱਟ ਹੈ, ਮੈਂ ਥੋੜੀ ਜਿਹੀ ਤੁਹਾਡੇ ਤੋਂ ਉਮਰ ਵੱਧ ਹੋਣ ਦਾ ਮਾਰਾ ਮੈਂ ਇਹ ਜਾਣਦਾ ਕਿ ਜਿਹੜੇ ਅਖਬਾਰਾਂ 'ਚ ਜਿਹੜੀਆਂ ਖਬਰਾਂ ਸੀ ਇਹ ਕਿਸਾਨ ਖੁਦਕੁਸ਼ੀਆਂ ਵਾਲੀਆਂ 2000 ਤੋਂ ਬਾਅਦ ਆਈਆਂ ਨੇ। ਉਦੋਂ ਪਹਿਲਾਂ ਹਰਿਤ ਕ੍ਰਾਂਤੀ ਤੋਂ ਬਾਅਦ ਜਿਹੜਾ ਇੱਕ ਪੀਰੀਅਡ ਆਫ ਪ੍ਰੋਸਪੈਰਿਟੀ ਸੀਗਾ, ਉਹ 10-15 ਸਾਲ ਚੱਲਿਆ। ਉਦੋਂ ਬਾਅਦ ਕਿਸਾਨੀ ਮਦਦ ਦੀ ਲੋੜ ਸੀ। ਸੋ 97 ਖਾੜਕੂਵਾਦ ਮੁੱਕਣ ਤੋਂ ਬਾਅਦ ਕਿਸਾਨੀ ਦੇ ਹਾਲਾਤ ਬੁਰੇ ਹੋਣੇ ਸ਼ੁਰੂ ਹੋਏ ਨੇ, ਕਿਉਂਕਿ ਜਿਹੜੀਆਂ ਇਲੈਕਟਿਡ ਗਵਰਨਮੈਂਟਸ ਆਈਆਂ, ਜਦੋਂ ਪੰਜਾਬ 'ਚ ਸ਼ਾਂਤੀ ਹੋ ਗਈ, ਉਹਨਾਂ ਨੂੰ ਲੋੜ ਕੀ ਸੀ ਕਿ ਪੰਜਾਬ ਦੀ ਤਰੱਕੀ ਵੱਲ ਧਿਆਨ ਦੇ। ਤੇ ਪੰਜਾਬ ਦੀ ਤਰੱਕੀ ਵੱਲ ਧਿਆਨ ਦੇਣ ਦੀ ਬਜਾਏ ਇਹ ਹੋ ਗਿਆ ਕਿ ਲਓ ਜੀ ਹੁਣ ਤਾਂ ਆਪਾਂ ਥੋੜੀ ਜਿਹੀ ਲੁੱਟ ਖੋਹ ਪਾ ਲਈਏ, ਆਪਾਂ ਵੱਡੇ ਬਣ ਜਾਈਏ। ਸਭ ਨੂੰ ਸਭ ਦਾ ਪਤਾ ਜੀ, ਸਭ ਨੂੰ ਸਭ ਦਾ ਪਤਾ। ਮੈਂ ਕਿਸੇ ਤੇ ਫੇਰ ਇਲਜ਼ਾਮ ਨਹੀਂ ਲਾਉਂਗਾ। ਸਭ ਨੂੰ ਪਤਾ ਕਿਹਦੇ ਕਿੰਨੇ ਕਾਰੋਬਾਰ ਵਧੇ, ਕੀ ਕੁਛ ਵਧਿਆ, ਕਿਹਦਾ ਕੀ ਕੁਛ ਹੋਇਆ। ਇਹ ਜਗ ਜ਼ਾਹਿਰ ਹੈ ਤੇ ਕਹਿਣ ਦਾ ਫਾਇਦਾ ਨਹੀਂ।
ਗੱਲ ਇਹ ਹੈ ਕਿ ਆਪਾਂ ਇਹ ਗੱਲ ਕਰਨੀ ਕਿ ਅਸੀਂ ਕੁਰਸੀ ਛੱਡੀ ਜਾਂ ਅਸੀਂ ਕਿਸਾਨਾਂ ਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਦਿੱਤੀ, ਉਹ ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਨਹੀਂ ਹੁੰਦਾ। ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਇਹ ਹੁੰਦਾ ਕਿ 1 ਸਾਲ ਹੋ ਗਿਆ, ਆਪਾਂ ਇੱਕ ਕੰਕਰੀਟ ਪਲਾਨ ਦੱਸੀਏ, ਕਿਸਾਨਾਂ ਨੂੰ ਇਹ ਦੱਸੀਏ ਕਿ ਭਾਈ ਕੇਂਦਰ ਤਾਂ ਧੱਕਾ ਕਰ ਰਿਹਾ ਹੈ, ਅਸੀਂ ਇਹ ਦੱਸੀਏ ਕਿ ਅਸੀਂ ਤੁਹਾਨੂੰ ਇਸ ਤਰੀਕੇ ਨਾਲ ਜਾਵਾਂਗੇ ਕਿ ਅਸੀਂ ਆਪਣੀ ਪ੍ਰੋਡਿਊਸ ਕੇਂਦਰ ਨੂੰ ਵੇਚੀਏ ਹੀ ਨਾ, ਅਸੀਂ ਤੁਹਾਨੂੰ ਇਹੋ ਜਿਹੀਆਂ ਕ੍ਰੌਪਸ ਗਰੋ ਕਰਨ ਲਾਵਾਂਗੇ ਕਿ ਆਪਾਂ ਨੂੰ ਕੇਂਦਰ ਤੇ ਮੁਹਤਾਜ ਨਾ ਹੋਣਾ ਪਵੇ, ਅਸੀਂ ਤੁਹਾਨੂੰ ਇਹੋ ਜਿਹੀਆਂ ਮਾਰਕੀਟਸ ਦੇਵਾਂਗੇ ਕਿ ਪੰਜਾਬ ਦਾ ਕਿਸਾਨ ਸਿੱਧੀ ਆਪਣੀ ਕ੍ਰੌਪ ਐਕਸਪੋਰਟ ਕਰੇ, ਅਸੀਂ ਆਪਣੇ ਅਦਾਰਿਆਂ ਨੂੰ ਐ ਇਸਤੇਮਾਲ ਕਰਾਂਗੇ ਕਿ ਉਹ ਜਿਹੜੇ ਅਦਾਰੇ ਆ ਉਹ ਕਿਸਾਨ ਦੇ ਨਾਲ ਰਿਸਕ ਸ਼ੇਅਰ ਕਰਨਗੇ, ਜਿਹੜਾ ਪ੍ਰੋਫਿਟ ਹੋਊਗਾ ਉਹ ਸਰਕਾਰ ਤੇ ਕਿਸਾਨ ਰਲ ਕੇ ਵੰਡਣਗੇ ਤੇ ਜਿਹੜਾ ਲਾਸ ਹੋਊਗਾ ਸਰਕਾਰ ਸਹੂਗੀ। ਜਿਹੜੇ ਅਦਾਰਿਆਂ ਦਾ ਕੰਮ ਸੀਗਾ ਪੰਜਾਬ ਦੇ ਵਿੱਚ ਡਾਇਵਰਸਿਫਿਕੇਸ਼ਨ ਲੈਣਾ ਤੇ ਉਹ ਪ੍ਰੋਕਿਉਰਮੈਂਟ ਏਜੰਸੀਆਂ ਬਣ ਗਈਆਂ, ਮਾਫੀ ਚਾਹੂੰਗਾ ਦੋਹੇ ਸਰਕਾਰਾਂ ਦੇ ਅੰਡਰ ਬਰਾਬਰ ਦੀਆਂ ਬਣੀਆਂ ਨੇ। ਘੱਟੋ ਘੱਟ 15 ਤੋਂ 12,000 ਤੋਂ 15,000 ਬਿਊਰੋਕਰੈਟ ਹੈ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਅਦਾਰਿਆਂ 'ਚ ਗ੍ਰੇਡ 1 ਤੇ ਭਰਤੀ ਹੋਏ ਨੇ, ਮਤਲਬ ਤਨਖਾਹਾਂ ਉਹਨਾਂ ਦੀਆਂ 70-75,000 ਤੋਂ ਉੱਤੇ ਨੇ। ਉਹ 15,000 ਬੰਦਾ ਕੰਮ ਕੀ ਕਰ ਰਿਹਾ, ਉਹ ਕੀ ਕੰਮ ਕਰ ਰਿਹਾ ਕਿਸੇ ਨੂੰ ਪਤਾ ਨਹੀਂ। ਐਗਰੀਕਲਚਰ ਨੂੰ ਮਿਨਿਸਟਰ ਨੂੰ ਕਿਸੇ ਨੂੰ ਪੁੱਛ ਲਓ ਕਿ ਤੁਸੀਂ ਡਾਇਵਰਸਿਫਿਕੇਸ਼ਨ ਬਾਰੇ ਕੀ ਕਰੋਗੇ, ਕਿਸੇ ਨੂੰ ਪਤਾ ਨਹੀਂ। ਸੋ ਬਲੇਮ ਗੇਮ ਹੋਣੀ, ਪੈਸੇ ਦੇ ਦੇਣੇ, ਨਾ ਰੋਕਣਾ ਜਾਂ ਕੁਰਸੀ ਛੱਡ ਦੇਣੀ ਬਿਲਕੁਲ ਇੰਪੋਰਟੈਂਟ ਨਹੀਂ ਹੈ ਜਦੋਂ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਨੁਮਾਇੰਦੇ ਬਣਦੇ ਹੋ, ਜਦੋਂ ਉਹ ਤੁਹਾਡੇ ਨਾਲ ਖੁਸ਼ ਨਾ ਹੋਣ। ਸੋ ਮੇਰਾ ਕਹਿਣਾ ਹੈ ਕਿ ਹੁਣ ਗੱਲਾਂ ਦੀ ਬਜਾਏ ਕੰਕਰੀਟ ਪਲਾਨ ਦੇਣਾ ਚਾਹੀਦਾ। ਮੈਂ ਗਰੇਵਾਲ ਸਾਹਿਬ ਤੁਹਾਨੂੰ ਇੱਕ ਗੱਲ ਤੇ ਹੀ ਕਾਊਂਟਰ ਕਰਨਾ ਚਾਹੁੰਦਾ ਜੀ, ਸੌਰੀ ਮੈਂ ਤੁਹਾਡਾ ਟਾਈਮ ਲੈ ਰਿਹਾ। ਜਿਹੜੀ ਗੱਲ ਤੁਸੀਂ ਕਹੀ ਨਾ ਜੀ, ਅਸੀਂ ਆਪਣੀ ਹੋਂਦ ਲਈ ਨਹੀਂ, ਅਸੀਂ ਕਿਸਾਨਾਂ ਲਈ ਛੱਡੀ, ਜਿਹੜੀ ਵਜ਼ਾਰਤ ਛੱਡੀ, ਜਿਹੜੇ ਗੱਠਜੋੜ ਤੋੜੇ, ਅਸੀਂ ਕਿਸਾਨਾਂ ਲਈ ਛੱਡੇ, ਕਿਉਂਕਿ ਸਾਡੇ ਵਾਸਤੇ ਸਾਡੇ ਫਾਰਮਰ, ਸਾਡਾ ਵਰਕਰ ਬੇਸ ਹੀ ਸਾਰਾ ਕੁਝ ਹੈ। ਪੰਜਾਬ ਦੀ ਹਿਤੈਸ਼ੀ ਪਾਰਟੀ ਸਭ ਤੋਂ ਪੁਰਾਣੀ ਰਵਾਇਤੀ ਪਾਰਟੀ, ਕੱਲ ਦੀ ਜੰਮੀ ਪਾਰਟੀ ਨਹੀਂ ਹੈਗੀ ਜਿਹੜੀ ਝੂਠ ਸੱਚ ਜਿਹਾ ਕਰਕੇ, ਪਖੰਡ ਜਿਹਾ ਕਰਕੇ ਤਾਂ ਆ ਜੂਗੀ ਕਿਸੇ ਪਾਸੇ ਸਰਕਾਰ ਸੂਤ ਲਾਉਣ ਨੂੰ। ਹੁਣ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਹੈ, ਉਹਨਾਂ ਤੋਂ ਵਾਅਦੇ ਉੱਥੇ ਪੂਰੇ ਨਹੀਂ ਹੁੰਦੇ, ਆ ਕੇ ਪੰਜਾਬ ਕਰ ਦਿੰਦੇ ਨੇ। ਮਜ਼ਾਕ ਬਣਿਆ ਹੋਇਆ ਵੀ ਉੱਥੇ ਤੁਸੀਂ ਬਿਜਲੀ ਫ੍ਰੀ ਨਹੀਂ ਦਿੰਦੇ, ਇੱਥੇ ਕਰ। ਮੈਂ ਦੁਬਾਰਾ ਮੁੱਦੇ ਤੇ ਆਉਣ ਦੀ ਕੋਸ਼ਿਸ਼ ਕਰਦਾ ਤੇ ਥੋੜਾ ਜਿਹਾ ਦੁਬਾਰਾ ਆਪਾਂ ਫਿਰ ਟੌਪਿਕ ਵੱਲ ਜਾਣਾ ਚਾਹੁੰਦੇ ਆ। ਪਹਿਲਾਂ ਮੈਂ ਗਰੇਵਾਲ ਸਾਹਿਬ ਨੂੰ ਸਿਰਫ ਇੱਕ ਰਿਕੁਐਸਟ ਕਰ ਰਿਹਾ ਹਾਂ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਟਸ ਵੈਰੀ ਈਜ਼ੀ ਟੂ ਪੁਆਇੰਟ ਅ ਫਿੰਗਰ ਐਟ ਸਮਬਡੀ ਬਟ ਵਿਦਆਊਟ ਰਿਅਲਾਈਜ਼ਿੰਗ ਦ ਫੈਕਟਸ। ਤੁਹਾਡੀ ਗੱਲ ਸਹੀ ਹੈ ਕਿ ਹਾਂ ਆਪਾਂ ਨੂੰ ਡਾਇਵਰਸਿਫਿਕੇਸ਼ਨ ਵਾਸਤੇ ਕਰਨਾ ਚਾਹੀਦਾ ਹੈ ਜਾਂ ਪਾਰਟੀਆਂ ਹੋਰ ਕੁਝ ਕਰ ਸਕਦੀਆਂ ਹੋਣਗੀਆਂ। ਦੇਖੋ ਜੀ, ਕੋਈ ਵੀ ਰੱਬ ਤਾਂ ਹੈ ਨਹੀਂ ਕਿ ਵੀ ਇੱਕ ਚੀਜ਼ ਦੇ ਵਿੱਚ ਇੱਕ ਟਾਈਮ ਦੇ ਫਰੇਮ ਦੇ ਵਿੱਚ ਸਾਰਾ ਕੁਝ ਪੂਰਾ ਕਰ ਦੇਵੇ। ਪਰ 20 ਸਾਲ ਸੀਗੇ ਸਰਦਾਰ ਜੀ, ਜੇ ਆਪਾਂ ਦੇਖੋ, ਤੁਸੀਂ ਗੱਲ ਤਾਂ ਕਰ ਲੈਂਦੇ ਹੋ ਗਰੇਵਾਲ ਸਾਹਿਬ, ਜੇ ਆਪਾਂ ਕਹਿੰਦੇ ਆ ਕਿ ਦੇਖੋ ਜੀ, ਜਦੋਂ ਸਰਕਾਰ ਆਉਂਦੀ ਹੈ ਲੋਕੀ ਚੁਣ ਕੇ ਸਰਕਾਰ ਭੇਜਦੇ ਆ, ਇੱਕ ਸਟਿਪੂਲੇਟਡ ਟਾਈਮ ਵਿੱਚ ਐਕਸ ਅਮਾਊਂਟ ਆਫ ਚੀਜ਼ਾਂ ਹੀ ਹੋ ਸਕਦੀਆਂ ਨੇ, ਚਾਹੇ ਉਹ ਫਾਰਮਰ ਰਿਲੇਟਡ ਹੈ, ਚਾਹੇ ਉਹ ਐਗਰੀਕਲਚਰ ਰਿਲੇਟਡ ਹੈ, ਚਾਹੇ ਉਹ ਇਨ ਜਨਰਲ ਪ੍ਰੋਸਪੈਰਿਟੀ ਹੈ। ਕੁਛ ਜੇ ਤੁਸੀਂ ਟਾਈਮ ਫਰੇਮ ਚੱਕ ਦੇਖੋ ਨਾ ਜੀ, ਵੱਖਰੀਆਂ ਸਰਕਾਰਾਂ ਦੇ, ਕਿਹੜੀ ਸਰਕਾਰ ਦੇ ਵਿੱਚ ਕੰਮ ਕਦੋਂ ਕਿੰਨੇ ਹੋਏ। ਆਪਾਂ ਦੇਖੋ ਜੀ, ਬਲੇਮ ਕਰਨਾ ਬਹੁਤ ਈਜ਼ੀ ਹੈ ਗਰੇਵਾਲ ਸਾਹਿਬ, ਵੀ ਆਪਾਂ ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਵੀ ਤਾਂ ਇੱਕ ਆਰਟ ਹੈ ਨਾ ਜੀ। ਉਹ ਆਪਣੇ ਓਪੋਜੀਸ਼ਨ ਦੇ ਵਿੱਚ ਜੇ ਕੋਈ ਕਲਾ ਆ, ਉਹਨੂੰ ਪਛਾਣਨਾ, ਉਹਨੂੰ ਸਵਾਰਨਾ ਵੀ ਇੱਕ ਆਰਟ ਹੈ ਜੀ। ਭੁੱਲਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ? ਸੰਗਤ ਸਾਹਿਬ ਕਾਫੀ ਭੁੱਲਰ ਸਾਹਿਬ ਕੁਝ ਕਹਿਣਾ ਚਾਹੁੰਦੇ। ਜਿਹੜੀ ਚੀਜ਼, ਮੈਂ ਆਪ ਇੱਕ ਫਾਰਮਰ ਹਾਂ ਜੀ, ਮੈਨੂੰ ਕਿਸਾਨਾਂ ਦਾ ਦਰਦ ਮਹਿਸੂਸ ਹੁੰਦਾ ਹੈ, ਪਰਸਨਲੀ ਮਹਿਸੂਸ ਹੁੰਦਾ ਹੈ। ਮੈਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਆਪ ਲੰਘਦਾ ਹੈ, ਸੂਈ ਦੇ ਨੱਕੇ ਦੇ ਵਿੱਚੋਂ। ਸੋ ਮੈਂ ਉਸ ਚੀਜ਼ ਨਾਲ ਕੰਪਲੀਟਲੀ ਸਹਿਮਤ ਹਾਂ। ਜਿਹੜੀਆਂ ਚੀਜ਼ਾਂ ਗਰੇਵਾਲ ਸਾਹਿਬ ਕਹਿੰਦੇ ਆ ਕਿ ਹਾਂ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ, ਬਿਲਕੁਲ ਸਹੀ ਗੱਲ ਹੈ, ਹੋਣੀਆਂ ਚਾਹੀਦੀਆਂ, ਪਰ ਉਹ ਸਟੈਪ ਬਾਏ ਸਟੈਪ ਇੱਕ ਪਲਾਨ ਸਿਸਟਮ ਦੇ ਨਾਲ ਹੁੰਦੀਆਂ ਤੇ ਉਹ ਆਪਾਂ ਓਵਰਨਾਈਟ ਆਪਾਂ ਪ੍ਰੋਮਿਸਿਸ ਨਹੀਂ ਕਰ ਸਕਦੇ ਕਿ ਜੀ ਆਹ ਹੋ ਜੂ ਉਹ ਹੋ ਜੂ। ਜੇ ਤੁਸੀਂ ਸਾਡਾ ਜਿਹੜਾ ਸਰ ਉਹੀ ਕਹਿ ਰਿਹਾ ਮੈਂ, 10 ਸਾਲ ਤੁਹਾਡੀ ਰਹੀ ਹੈ, 10 ਸਾਲ ਕਾਂਗਰਸ ਦੀ ਰਹੀ ਹੈ, ਉਹ ਓਵਰਨਾਈਟ ਨਹੀਂ ਹੁੰਦਾ। 20 ਸਾਲ ਕਾਫੀ ਹੁੰਦੇ ਨੇ। 10 ਸਾਲ ਦੇ ਵਿੱਚ ਤੁਸੀਂ ਡਿਵੈਲਪਮੈਂਟ ਦੇਖੋ ਨਾ ਜੀ, ਕਿੱਥੇ ਸੀਗਾ ਪੰਜਾਬ ਤੇ ਕਿੱਥੇ ਆ ਗਿਆ। ਵੱਖਰੇ ਓਵਰਆਲ ਦੇਖਿਆ ਜਾਵੇ ਤਾਂ ਦੋਨੋਂ ਪਾਰਟੀਆਂ ਕੋਲ 20 ਸਾਲ ਸੀਗੇ। ਅਗਰ ਦੋਨੋਂ ਪਾਰਟੀਆਂ ਕਿਸਾਨ ਹਿਤੈਸ਼ੀ ਕਰਨ ਦੀ ਕੋਸ਼ਿਸ਼ ਕਰਦੀਆਂ, ਕਿਸਾਨ ਦੀ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਦੀਆਂ ਤਾਂ ਸ਼ਾਇਦ ਸੋਚ ਇੱਕ ਹੁੰਦੀ। ਪਰ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ, ਇਜ਼ਰਾਈਲ ਤੋਂ ਅਲੱਗ-ਅਲੱਗ ਮਿਸ਼ਨਸ ਆਏ, ਕਿਉਂਕਿ ਇਜ਼ਰਾਈਲ ਬੀਇੰਗ ਅ ਡੈਜ਼ਰਟ ਇਜ਼ ਅ ਵੈਰੀ ਪ੍ਰੋਸਪਰਸ ਐਗਰੀਕਲਚਰਲ ਕੰਟਰੀ। ਠੀਕ ਹੈ, ਨੈਦਰਲੈਂਡਸ ਤੋਂ ਸਾਡੇ ਨਾਲ ਆਪ ਦੇ ਟਾਈ ਅਪਸ ਹੋਏ,
ਸਾਡੇ ਐਜ਼ ਅ ਫਾਰਮ ਕਈ ਪਾਸੇ ਟਾਈ ਅਪਸ ਹੋਏ, ਉਹ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਹੀ ਹੋਏ। ਆਸਟ੍ਰੇਲੀਆ ਦੇ ਵਿੱਚੋਂ ਕਈ ਆਏ, ਅਮਰੀਕਾ ਦੇ ਜਿਹੜੇ ਉਹ ਆਮੰਡਸ ਵਾਲੇ ਹੈਗੇ ਆ ਉਹਨਾਂ ਦੇ ਇੱਥੇ ਕਈ ਵਿਜ਼ਿਟਸ ਹੋਏ। ਅਨਫੋਰਚੂਨੇਟਲੀ ਪੰਜਾਬ ਬੀਇੰਗ ਅ ਸਟੇਟ, ਅ ਬਾਰਡਰ ਸਟੇਟ ਵਿਦ ਨੋ ਪੋਰਟ ਫੈਸਿਲਿਟੀ, ਆਪਣੇ ਇੱਥੇ ਕਈ ਚੀਜ਼ਾਂ ਜਿੱਦਾਂ ਤੁਸੀਂ ਐਕਸਪੋਰਟ ਦੀ ਗੱਲ ਕੀਤੀ, ਆਪਣੇ ਕੋਲ ਜਿਹੜਾ ਡਰਾਈ ਪੋਰਟ ਹੈ ਉਹ ਵੀ ਆਪਣਾ ਪ੍ਰੋਪਰਲੀ ਫੰਕਸ਼ਨਲ ਨਹੀਂ ਹੈਗਾ। ਠੀਕ ਹੈ, ਆਪਾਂ ਜਿਹੜੀਆਂ ਇਹ ਚੀਜ਼ਾਂ ਨੇ ਇਹ ਇਨਫਰਾਸਟ੍ਰਕਚਰ ਇਨਕਰੀਜ਼ ਕਰਕੇ ਇਨਫਰਾਸਟ੍ਰਕਚਰ ਨੂੰ ਲੋਕਾਂ ਤੱਕ ਐਂਡ ਟੂ ਐਂਡ ਪਹੁੰਚਾਉਣ ਦੀ ਗੱਲ ਹੈ। ਹੁਣ ਜਲੰਧਰ 에ਅਰਪੋਰਟ ਸੀਗਾ, ਉਹ ਵੀ ਚੱਲ ਪਿਆ। ਕਿਉਂ ਚੱਲ ਪਿਆ? ਉਹ ਇੱਕ ਸਿਵਲ ਦੇ ਨਾਲ ਨਾਲ ਕੋਸ਼ਿਸ਼ ਸੀਗੀ ਕਿ ਉਹ ਕਮਰਸ਼ੀਅਲ ਵੀ ਫਲਾਈ ਕਰੇ। ਅੰਮ੍ਰਿਤਸਰ ਸਾਡਾ ਡਰਾਈ ਪੋਰਟ ਜਿਹੜਾ ਕਾਰਗੋ ਪੋਰਟ ਹੈ, ਸੌਰੀ, ਅੰਮ੍ਰਿਤਸਰ ਕਾਰਗੋ ਤੋਂ ਪਹਿਲਾਂ ਜਾਂਦਾ ਸੀ, ਹਜੇ ਵੀ ਜਾਂਦਾ ਹੈ। ਕਾਫੀ ਚੀਜ਼ਾਂ ਐਕਸਪੋਰਟ ਹੁੰਦੀਆਂ, ਕਈ ਚੀਜ਼ਾਂ ਕਵਰਡ ਸੀਗੀਆਂ ਅਲੱਗ-ਅਲੱਗ ਐਕਟਸ ਦੇ ਵਿੱਚ, ਉਹਦੇ ਕਰਕੇ ਆਪਾਂ ਐਕਸਪੋਰਟ ਨਹੀਂ ਕਰ ਸਕਦੇ। ਕਈ ਚੀਜ਼ਾਂ ਕਵਰ ਹੋ ਜਾਂਦੀਆਂ ਹੈਗੀਆਂ ਕਿਸੇ ਨਾ ਕਿਸੇ ਅਦਾਰੇ ਦੇ ਵਿੱਚ ਕਿ ਕਿਸਾਨ ਉੱਥੇ ਫਸ ਜਾਂਦਾ ਹੈ। ਹੁਣ ਡਾਇਵਰਸਿਫਿਕੇਸ਼ਨ ਇੱਕ ਬੜੀ ਨੀਡ ਆਫ ਦੀ ਆਵਰ ਹੈ, ਪਰ ਨੀਡ ਆਫ ਦੀ ਆਰ ਮਜਬੂਰੀ ਹੈ। ਤੁਸੀਂ ਜਿਹੜੀ ਗੱਲਾਂ ਕਹੀਆਂ ਨੋ ਡਾਊਟ ਕਿਤੇ ਨਾ ਕਿਤੇ ਕਾਫੀ ਪੁਆਇੰਟ ਸਹੀ ਵੀ ਹੋਣਗੀਆਂ, ਬਟ ਅਗਰ ਓਵਰਆਲ ਜੇਕਰ ਗੱਲ ਕੀਤੀ ਜਾਵੇ ਤਾਂ ਸੁਸਾਈਡ ਜਿਹੜੇ ਨੇ ਉਹ ਘੱਟ ਨਹੀਂ ਹੋਏ। ਮੈਂ ਭੁੱਲਰ ਸਾਹਿਬ ਨਾਲ ਗੱਲ ਕਰਾਂਗਾ। ਭੁੱਲਰ ਸਾਹਿਬ ਕੁਝ ਕਹਿਣਾ ਚਾਹੁੰਦੇ ਮੈਂ ਉਸੇ ਚੀਜ਼ ਦਾ ਗੱਲ ਕਰ ਰਿਹਾ। ਇੱਕ ਸੈਕਿੰਡ, ਇੱਕ ਮੇਰੀ ਮਾੜੀ ਜੀ ਭੁੱਲਰ ਸਾਹਿਬ ਗੱਲ ਸੁਣ ਲਿਓ, ਫਿਰ ਜਿੱਦਾਂ ਕਹੋਗੇ। ਗੱਲ ਕੀ ਹੈਗੀ ਜੀ, ਡਾਇਵਰਸਿਫਿਕੇਸ਼ਨ ਕਰਨੀ ਮੈਂ ਵੀ ਚਾਹੁੰਦਾ ਜੀ, ਮੈਂ ਇੱਕ ਫਾਰਮਰ ਹਾਂ, ਪਰ ਮੇਰੀ ਮਜਬੂਰੀ ਹੈ ਕਿ ਮੈਂ ਨਹੀਂ ਕਰ ਸਕਦਾ ਬਿਕੋਜ਼ ਉਹਨਾਂ ਚੀਜ਼ਾਂ ਤੇ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਹੈਗੀ। ਮੈਂ ਅੱਜ ਚੀਜ਼ ਲਾ ਲੂੰਗਾ, ਮੈਂ ਕੱਲ ਨੂੰ ਵੇਚਣੀ ਕਿੱਥੇ ਹੈ? ਪ੍ਰੋਬਲਮ ਉਹ ਹੈ ਮਿਨੀਮਮ ਸੈਲਿੰਗ ਪ੍ਰਾਈਸ। ਸੰਘਾ ਸਾਹਿਬ ਉਹੀ ਗੱਲ ਕਰ ਰਹੇ ਹਾਂ ਕਿ ਸਰਕਾਰੀ, ਮੈਂ ਵੀ ਤਾਂ ਉਹੀ ਕਹਿ ਰਿਹਾ ਹਾਂ ਕਿ ਇਹ ਚੀਜ਼ਾਂ ਸੈਂਟਰ ਦੇ ਹੱਥ ਹੁੰਦੀਆਂ, ਸਟੇਟ ਗਵਰਨਮੈਂਟ ਦੇ ਹੱਥ ਨਹੀਂ ਹੁੰਦੀਆਂ। ਸਟੇਟ ਗਵਰਨਮੈਂਟ ਦੇ ਅੰਡਰ 17 ਅਦਾਰੇ ਨੇ who should be working for agriculture diversification, ਜਿਨ੍ਹਾਂ ਨੇ ਕੰਮ ਹੀ ਕੋਈ ਨਹੀਂ ਕੀਤਾ। ਇਹ ਕਹਿਣ ਦੀਆਂ ਗੱਲਾਂ ਸੌਖੀਆਂ, they are promoting diversification, but where will the farmer sell? और सर वही तक there is no place produce a buffer so that the government should export। ਜਿਹੜਾ ਫਾਇਦਾ ਹੋਵੇ ਉਹ ਸਰਕਾਰ ਤੇ ਕਿਸਾਨ ਵੰਡੇ, ਜਿਹੜਾ ਘਾਟਾ ਹੋਵੇ ਸਰਕਾਰ ਸਵੇ। ਸਰਕਾਰ ਨੂੰ ਵੇਚਣਾ ਚਾਹੀਦਾ। ਮੈਂ ਇਸ ਗੱਲ ਤੋਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਤਾਂ ਤੁਹਾਨੂੰ ਇਸ ਚੀਜ਼ ਤੇ ਕੁਐਸਚਨ ਹੀ ਨਹੀਂ ਕਰ ਰਿਹਾ। ਮੈਂ ਇਸ ਚੀਜ਼ ਤੇ ਤੁਹਾਡੇ ਨਾਲ ਜਮਾ ਸਹਿਮਤ ਹਾਂ। ਸਾਹਿਬ ਤੁਸੀਂ ਕਾਫੀ ਪੁਆਇੰਟ ਰੱਖ ਚੁੱਕੇ ਹੋ। ਮੈਂ ਹੁਣ ਭੁੱਲਰ ਸਾਹਿਬ ਤੋਂ ਕਰਾਂਗਾ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ। ਭੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ? ਜੀ ਹਾਂ ਜੀ ਭੁੱਲਰ ਸਾਹਿਬ। ਮੋਹਿਤ ਜੀ ਮੈਂ ਇੱਕ ਗੱਲ ਨਾ, ਗਰੇਵਾਲ ਸਾਹਿਬ ਮੇਰੇ ਤੋਂ ਉਮਰ 'ਚ ਵੀ ਕਾਫੀ ਵੱਡੇ ਹੋਣਗੇ, ਪਰ ਮੈਂ ਇੱਕ ਗੱਲ, ਬੜੀ ਇਮੈਚਿਓਰ ਸਟੇਟਮੈਂਟ ਇਹਨਾਂ ਨੇ ਇੱਕ ਦਿੱਤੀ ਕਿ ਜਿਹੜੀ ਇਹਨਾਂ ਨੇ ਸ਼ੁਰੂ 'ਚ ਜਦੋਂ ਇਹ ਬੋਲਣਾ ਸਟਾਰਟ ਕੀਤੇ ਸੀ, ਉਹਨੇ ਇਹਨਾਂ ਨੇ ਸ਼ੁਰੂ 'ਚ ਗੱਲ ਕੀਤੀ ਕਿ ਹਰਿਆਣੇ ਦੇ ਵਿੱਚ ਉਹਨਾਂ ਨੇ ਰੋਕ ਲਿਆ ਤੇ ਉਹਨਾਂ ਨੇ ਕੀ ਕਰ ਲਿਆ। ਸੋ ਇਹ ਕਿੱਡੀ ਇਹਨਾਂ ਨੇ ਇਮੈਚਿਓਰ ਤੇ ਮੇਰੇ ਸਾਹਮਣੇ ਤਾਂ ਹਾਸੂਹੀਣੀ ਗੱਲ ਹੈ ਕਿ ਇੱਕ ਪਾਸੇ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਜਦੋਜਹਿਦ ਕਰਕੇ, ਇੱਕ ਮੈਂ ਨਹੀਂ ਕਹਿੰਦਾ ਕਿ ਕਰ ਉਹਨਾਂ ਨੇ ਵੀ ਕੁਝ ਨਹੀਂ ਲਿਆ, ਹਰਿਆਣਾ ਸਰਕਾਰ ਨੇ ਲੰਘ ਫਿਰ ਵੀ ਕਿਸਾਨ ਗਏ। ਜੇ ਹੋਰ ਕੋਈ ਸਟੇਟ ਵਿੱਚ ਆਉਂਦੀ ਉਹ ਕਰ ਲੈਂਦੇ, ਲੰਘ ਫਿਰ ਵੀ ਜਾਣਾ ਸੀ। ਪੰਜਾਬ ਕਰ ਲੈਣ, ਲੰਘ ਫਿਰ ਵੀ ਜਾਣਾ ਸੀ। ਪਰ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਸਮੂਥਲੀ ਤੇ ਸ਼ਾਨੋ ਸ਼ੌਕਤ ਨਾਲ ਹੋ ਗਏ ਹੈ ਕਿ ਕਿਸ ਤਰ੍ਹਾਂ ਹਰਿਆਣੇ ਦੇ ਵਿੱਚ ਜਦੋਜਹਿਦ ਕਰਦੇ। ਹਰਿਆਣਾ ਸਰਕਾਰ ਨੇ ਸੋਨੀਪਤ ਦੇ ਵਿੱਚ ਖੱਡੇ ਪੱਟ ਤੇ ਕੰਕਰੀਟ ਦੇ ਬਲੌਕਸ ਲਾਤੇ, ਉਸ ਤਰ੍ਹਾਂ ਨਾਲ ਗਏ ਆ। ਸੋ ਇਹ ਗੱਲਾਂ ਦਾ ਫਰਕ ਬਹੁਤ ਹੈ। ਇਹੋ ਜਿਹੀਆਂ ਸਟੇਟਮੈਂਟਸ ਰਿਸਪੌਂਸਿਬਲ, ਤੁਸੀਂ ਆਮ ਆਦਮੀ ਪਾਰਟੀ ਦੇ ਤੁਸੀਂ ਹੈਗੇ ਹੋ ਸਪੋਕਸ ਪਰਸਨ, ਇਹੋ ਜਿਹੀਆਂ ਸਟੇਟਮੈਂਟਸ ਗਰੇਵਾਲ ਸਾਹਿਬ ਸ਼ੋਭਾ ਨਹੀਂ ਦਿੰਦੀਆਂ। ਦੂਜੀ ਗੱਲ, ਸੰਘਾ ਸਾਹਿਬ ਦੇ ਅਸੀਂ ਬਹੁਤ ਟਾਈਮ ਗਰੇਵਾਲ ਸਾਹਿਬ ਤੇ ਸੰਘਾ ਸਾਹਿਬ ਗੱਲ ਕਰਦੇ ਰਹੇ ਆ ਕਿ ਅਕਾਲੀ ਦਲ ਨੇ ਜਿਹੜਾ ਕਿ ਅਕਾਲੀ ਦਲ ਹਮੇਸ਼ਾ ਤੋਂ, ਜਦੋਂ ਤੋਂ ਇਹਨਾਂ ਨੇ ਅਸਤੀਫਾ ਦਿੱਤਾ, ਆਪਣਾ ਅਲਾਈਅੰਸ ਤੋੜਿਆ, ਹਮੇਸ਼ਾ ਤੋਂ ਇਹੀ ਪਤਾ ਨਹੀਂ ਅਹਿਸਾਨ ਜਤਾਉਂਦਾ ਆ ਰਿਹਾ ਪੰਜਾਬੀਆਂ ਤੇ ਕਿ ਅਸੀਂ ਕਿਸਾਨੀ ਲਈ ਆਪਦੀ ਕੁਰਸੀ ਛੱਡਤੀ, ਅਲਾਈਅੰਸ ਛੱਡਤਾ, 30 ਸਾਲ ਪੁਰਾਣੀ ਜਿਹੜੀ ਸਾਡੀ ਕੋਲੀਸ਼ਨ ਆ ਉਹ ਛੱਡਤੀ। ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ, ਬਾਦਲ ਸਾਹਿਬ ਤੋਂ ਵੱਡਾ ਮੈਂ ਸਮਝਦਾ ਪੰਜਾਬ ਦੇ ਵਿੱਚ ਸ਼ਾਤਰ ਸਿਆਸਤਦਾਨ ਕੋਈ ਨਹੀਂ। ਕਿ ਜੇ ਅਕਾਲੀ ਦਲ ਨੇ ਕੋਲੀਸ਼ਨ ਤੋੜੀ, ਆਪਦੀ ਕੇਂਦਰ ਦੀ ਵਜ਼ਾਰਤ ਛੱਡੀ, ਉਹ ਚੰਗੀ ਤਰ੍ਹਾਂ ਬਾਦਲ ਸਾਹਿਬ, ਬੀਬਾ ਜੀ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਜਾਣਦੇ ਨੇ ਕਿ ਜੇ ਅਸੀਂ ਵਜ਼ਾਰਤ ਨਾ ਛੱਡਦੇ, ਅਲਾਇੰਸ ਆਪਦਾ ਨਾ ਤੋੜਦੇ, ਕਿ ਜਿੰਨਾ ਟਾਈਮ ਇਹ 4-5 ਸਾਲ ਰਹਿੰਦੇ ਆ ਸਾਡੇ ਕੋਲੇ ਇੰਨੇ ਹੀ ਰਹਿ ਜਾਣੇ ਸੀ। ਉਦੋਂ ਬਾਅਦ ਸਾਡਾ ਵੱਟਿਆ ਕੁਛ ਨਹੀਂ ਸੀ ਜਾਣਾ। ਜੇ ਅੱਜ ਇਹਨਾਂ ਨੇ ਅਲਾਇੰਸ ਤੋੜਿਆ, ਕੁਰਸੀ ਛੱਡੀ ਹੈ, ਇਹ ਆਪਦੀ ਜਿਹੜੀ ਸਿਆਸੀ ਜ਼ਮੀਨ ਬਚਾਉਣ ਵਾਸਤੇ ਛੱਡੀ ਹੈ, ਨਾ ਕਿ ਕਿਸਾਨਾਂ ਲਈ। ਆਖਿਰ ਦੇ ਵਿੱਚ ਮੈਂ ਤੁਹਾਨੂੰ, ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਸਾਡਾ ਪੁਰਾਣਾ ਰਿਸ਼ਤਾ ਸੀਗਾ ਬੀਜੇਪੀ ਦੇ ਨਾਲ, ਸੋ ਸਾਨੂੰ ਯਕੀਨ ਸੀ ਜਦੋਂ
ਇਹ ਬਿੱਲ ਪਾਸ ਹੋ ਗਏ, ਜਦੋਂ ਇਹ ਲਾਅ ਬਣ ਗਏ, ਉਦੋਂ ਪਾਰਲੀਮੈਂਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਮੈਂਬਰ ਪਾਰਲੀਮੈਂਟ ਨੇ, ਬੀਬਾ ਜੀ ਮੈਂਬਰ ਪਾਰਲੀਮੈਂਟ ਨੇ। ਉਸ ਤੋਂ ਬਾਅਦ ਵਾਰੀ-ਵਾਰੀ ਵੱਡੇ ਬਾਦਲ ਸਾਹਿਬ ਨੇ, ਸੁਖਬੀਰ ਜੀ ਨੇ, ਬੀਬਾ ਜੀ ਨੇ ਸਟੇਟਮੈਂਟਸ ਦਿੱਤੀਆਂ, ਮੀਡੀਆ ਦੇ ਵਿੱਚ ਵੀਡੀਓਜ਼ ਪਾਈਆਂ ਕਿ ਇਹ ਜਿਹੜੇ ਬਿੱਲ ਹੈ ਉਦੋਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹਨਾਂ ਫਾਰਮ ਬਿਲਸ ਦੇ ਵਿੱਚ ਕੀ ਹੈ। ਫਿਰ ਆ ਇੱਕ ਨਾ ਇੰਡੀਆ ਟੁਡੇ ਦੀ 18 ਸਤੰਬਰ 2020 ਦੀ ਜਿਹੜੀ ਹੈਗੀ ਹੈ ਸਟੇਟਮੈਂਟ ਹੈ, ਹਰਸਿਮਰਤ ਕੌਰ ਬਾਦਲ's U-turn, I am not calling farm bills anti-farmer, it is the farmer's charge। ਹਰਸਿਮਰਤ ਬਾਦਲ ਜੀ ਕਹਿੰਦੇ ਕਿ ਜਿਹੜੇ 3 ਖੇਤੀ ਕਾਨੂੰਨ ਹੈ ਇਹਨਾਂ ਨੂੰ ਅਸੀਂ ਨਹੀਂ ਕਹਿੰਦੇ ਕਿ ਕਿਸਾਨ ਵਿਰੋਧੀ ਹੈ, ਇਹ ਤਾਂ ਫਾਰਮਰਸ ਕਹਿੰਦੇ ਆ। ਇਹਨਾਂ ਨੇ ਬੜੀ ਮਤਲਬ ਚਲਾਕੀ ਦੇ ਨਾਲ ਆਪਦੇ ਆਪ ਨੂੰ ਬਾਅਦ ਚੋਂ ਕਿਸਾਨ ਹਿਤੈਸ਼ੀ ਵੀ ਸ਼ੋਅ ਕੀਤਾ, ਪਰ ਉਦੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਕਦੇ ਮਤਲਬ ਕਿ ਮਰ ਚਿੜੀਏ, ਕਦੇ ਜਿਉਂ ਚਿੜੀਏ, ਕਦੇ ਹਾਂਜੀ ਇਹ ਕਿਸਾਨ ਹਿਤੈਸ਼ੀ ਹੈ, ਕਦੇ ਇਹ ਕਿਸਾਨ ਵਿਰੋਧੀ ਹੈ। ਸੋ ਮੈਂ ਇਹਨਾਂ ਗੱਲਾਂ ਦੇ ਵਿੱਚ ਮੈਂ ਸਮਝਦਾ ਇਹ ਸਾਰਾ ਮੈਨੂੰ ਨਾ ਅੱਜ ਦੱਸਣ ਦੀ ਲੋੜ ਨਹੀਂ, ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਇਹ ਸਾਰਾ ਪੰਜਾਬ ਵੀ ਜਾਣਦਾ, ਇਹ ਸਾਰੀ ਦੁਨੀਆ ਜਾਣਦੀ ਹੈ। ਸੋ ਦੁਬਾਰਾ ਫਿਰ ਕਰੈਕਟ ਕਰਨਾ ਚਾਹੂੰਗਾ ਜੀ ਕਿ ਜਦੋਂ ਅਸੀਂ ਤੋੜਿਆ, ਜਦੋਂ ਅਸੀਂ ਨਾਤਾ ਬੀਜੇਪੀ ਨਾਲ ਤੋੜਿਆ, ਜਦੋਂ ਅਸੀਂ ਕੋਲੀਸ਼ਨ ਤੋੜੀ, ਉਦੋਂ ਬਿਲਸ ਹੈਡ ਨਾਟ ਬੀਨ ਪ੍ਰੈਜ਼ੈਂਟਡ ਇਨ देयर ਫਾਈਨਲ ਫਾਰਮ। ਸਾਨੂੰ ਇੱਕ ਕ੍ਰਕਸ ਦਿੱਤਾ ਗਿਆ ਸੀ ਕਿ ਜੀ ਆਹ ਚੀਜ਼ਾਂ ਫੇਸ ਵੈਲਿਊ ਦੇ ਉੱਤੇ ਬੜੀਆਂ ਵਧੀਆ ਨੇ ਜੀ, ਆਹ ਏਦਾਂ ਜੀ ਜਿੱਦਾਂ ਕਹੋਗੇ ਜੀ ਉਦਾਂ ਕਰ ਲਾਂਗੇ। ਅੰਦਰ ਦੀਆਂ ਜੋ ਟੇਬਲ ਆਫ ਕੰਟੈਂਟਸ ਹੈ ਜੋ ਤੁਹਾਡੇ ਹਿਸਾਬ ਨਾਲ ਹੋਊਗਾ, ਮੋਹਰਲਾ ਬਿੱਲ ਐ ਹੋਊਗਾ, ਠੀਕ ਹੈ ਜੀ। ਹੁਣ ਤੁਹਾਡਾ ਤੇ ਮੇਰਾ ਕੋਈ ਤਾਲਮੇਲ ਹੋਵੇ ਤੇ ਸਬੱਬੀ ਹੈ ਕਿ ਆਪਾਂ ਯਰਾਨੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਕਰਾਂਗੇ, ਉਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੇ। ਤੁਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰੋ, ਆਪਾਂ ਇਸ ਚੀਜ਼ ਦੇ ਉੱਤੇ ਸਿਆਸਤ ਨਾ ਕਰੀਏ। ਮੇਰੀ ਰਿਕੁਐਸਟ ਹੈ ਵੀ ਕੋਈ ਸਿਆਸਤ ਨਹੀਂ ਸੰਗਾ ਸਾਹਿਬ, ਉਸ ਚੀਜ਼ ਦੇ ਕਰਕਸ ਨੂੰ ਪਲੀਜ਼ ਗਰੇਵਾਲ ਸਾਹਿਬ ਸਮਝਣ ਦੀ ਕੋਸ਼ਿਸ਼ ਕਰੋ ਕਿ ਗਰੇਵਾਲ ਸਾਹਿਬ ਤੁਸੀਂ ਨੁਮਾਇੰਦੇ ਰਹੇ ਹੋ, ਤੁਹਾਨੂੰ ਵੀ ਪਤਾ ਮੈਂ ਕਿਸ ਚੀਜ਼ ਦੀ ਗੱਲ ਕਰ ਰਿਹਾ। ਆਪਾਂ ਐਗਜ਼ੈਕਟਲੀ ਜੇ ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰੀਏ, ਬੜੀ ਸੀਰੀਅਸ ਗੱਲ ਹੈ ਕਿ ਨਾ ਅਸੀਂ, ਸਾਡੇ ਲਈ ਕੋਈ ਉਹ ਅਹਿਸਾਨ ਹੈ ਬਾਈ ਜੀ ਭੁੱਲਰ ਸਾਹਿਬ, ਨਾ ਸਾਡੇ ਲਈ ਉਹ ਕੋਈ ਮਜਬੂਰੀ ਸੀ, ਸਾਡਾ ਜ਼ਮੀਰ ਨਹੀਂ ਮੰਨਿਆ। ਕੋਈ ਫਰਕ ਹੈ, ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਤੇ ਰਿਐਲਿਟੀ ਦੇ ਵਿੱਚ ਦੋ ਚੀਜ਼ਾਂ ਦਾ ਫਰਕ ਹੈ। ਪਲੀਜ਼ ਉਸ ਚੀਜ਼ ਨੂੰ ਐਕਸੈਪਟ ਕਰੋ ਕਿ ਜੋ ਮੈਂ ਗੱਲ ਕਹਿ ਰਿਹਾ ਮੈਂ ਤੁਹਾਡੇ ਐਂਟੀ ਨਹੀਂਗਾ, ਜਾਂ ਮੇਰਾ ਤੁਹਾਡੇ ਨਾਲ ਕੋਈ ਰੋਸ ਜਾਂ ਵੈਰ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਰਿਐਲਿਟੀ ਪਿਕਚਰ ਕਿ ਮੈਂ ਅਕਾਲੀ ਦਲ ਦੇ ਨਾਲ ਤਾਂ ਬਾਅਦ, ਮੈਂ ਫਾਰਮਰ ਪਹਿਲਾਂ 1962 ਦੀਆਂ ਅਸੀਂ ਵਾਹੀ ਕਰ ਰਹੇ ਹਾਂ। ਸੋ ਇਸ ਚੀਜ਼ ਨੂੰ ਸਮਝੋ ਵੀ ਮੈਂ ਇੱਕ ਪੜ੍ਹਿਆ ਲਿਖਿਆ ਫਾਰਮਰ ਹੈ, ਮੈਨੂੰ ਚੀਜ਼ ਦਿਸਦੀ ਹੈ। ਜਦੋਂ ਤੁਸੀਂ ਉਸ ਚੀਜ਼ ਦੇ ਡੈਪਥ ਦੇ ਵਿੱਚ ਜਾਂਦੇ ਹੋ, ਫਰਕ ਉਦੋਂ ਦਿਸਦਾ। ਔਨ ਫੇਸ ਵੈਲਿਊ ਸਮਥਿੰਗ ਇਜ਼ ਵੈਰੀ ਡਿਫਰੈਂਟ ਦੈਨ ਵਾਟ ਇਟ ਇਜ਼ ਇਨ ਦ ਰਿਐਲਿਟੀ ਆਫ ਦ ਥਿੰਗ। ਜੀ, ਸੋ ਕਾਫੀ ਲੰਬੀ ਚਰਚਾ ਇਸ ਮੁੱਦੇ ਦੇ ਆਲੇ ਦੁਆਲੇ ਸਾਡੀ ਹੋ ਚੁੱਕੀ ਹੈ, ਪਰ ਫਿਲਹਾਲ ਜਿਹੜਾ ਮੇਨ ਮੁੱਦਾ ਸੀਗਾ ਜਿਸ ਤੋਂ ਸਾਡੀ ਗੱਲਬਾਤ ਸ਼ੁਰੂ ਹੁੰਦੀ ਹੈ, ਦੁਬਾਰਾ ਫਿਰ ਉਸ ਮੁੱਦੇ ਤੇ ਆਵਾਂਗੇ। ਪਰ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਜਾਵਾਂਗਾ। ਜਿਹੜਾ ਮੇਨ ਲਖੀਮਪੁਰ ਘਟਨਾ ਦੇ ਬਾਰੇ ਜਿਹੜੀ ਗੱਲਬਾਤ ਹੋ ਰਹੀ ਹੈ, ਉਹਦੇ ਬਾਰੇ ਅਖੀਰਲੇ ਇੱਕ ਮਿੰਟ ਜਿਹੜੇ ਮੈਂ ਸਾਰਿਆਂ ਦੇ ਬਿਆਨ ਲੈਣਾ ਚਾਹਾਂਗਾ, ਵੇਲਾ ਚ ਛੋਟੀ ਜਿਹੀ ਬ੍ਰੇਕ ਦਾ। ਜੀ ਦੋਸਤੋ, ਸਵਾਗਤ ਹੈ ਦੁਬਾਰਾ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਤੋਂ ਅਸੀਂ ਹੁਣ ਆਪਣੀ ਵਿਚਾਰ ਚਰਚਾ ਦੇ ਆਖਰੀ ਪੜਾਅ ਵਿੱਚ ਪਹੁੰਚ ਗਏ ਹਾਂ ਤੇ ਦੁਬਾਰਾ ਫਿਰ ਉਹੀ ਗੱਲ ਕਰਾਂਗੇ ਕਿ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਹੈ ਉਸ ਨਾਲ ਸਾਰਿਆਂ ਨੂੰ ਬਰਾਬਰ ਦੀ ਪੀੜ ਹੋਈ ਹੈ। ਪਰ ਅਨਫੋਰਚੂਨੇਟਲੀ ਜਿਹੜੇ ਸਾਡੀ ਜਿਹੜੀਆਂ ਸਿਆਸੀ ਜਿਹੜੀ ਪਾਰਟੀਆਂ ਨੇ, ਪਹਿਲਾਂ ਬੜਾ ਵਧੀਆ ਇਕੱਠ ਵੀ ਸ਼ੋਅ ਕੀਤਾ ਆਪਣੇ ਆਪਣੇ ਲੈਵਲ ਤੇ, ਉਹਨਾਂ ਨੇ ਜ਼ੋਰ ਪਾਇਆ, ਪ੍ਰੈਸ਼ਰ ਪਾਇਆ, ਜਿਸ ਕਰਕੇ ਉਹਨਾਂ ਨੂੰ FIR ਵੀ ਜਿਹੜੀ ਹੈ ਕਰਨੀ ਪਈ। ਐਂਡ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਹਜੇ ਤੱਕ ਅਰੈਸਟ ਨਹੀਂ ਕੀਤਾ ਗਿਆ, ਬਟ ਫਿਰ ਵੀ ਇੱਕ ਵਧੀਆ ਪ੍ਰੈਸ਼ਰ ਜਿਹੜਾ ਕਹੀਏ ਰਲ ਕੇ ਪਾਇਆ ਗਿਆ। ਸੋ ਜਿਹੜੀ ਯੂਨਿਟੀ ਦੀ ਜਿਹੜੀ ਲੋੜ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਨੂੰ ਖਣਕ ਰਹੀ ਸੀ, ਉਹ ਵੇਖਣ ਨੂੰ ਭਾਵੇਂ ਜ਼ਰੂਰ ਮਿਲੀ, ਪਰ ਉਹ ਸਮਾਂ ਬੜਾ ਥੋੜਾ ਸੀਗਾ, ਕਿਉਂਕਿ ਫਿਰ ਉਸ ਤੋਂ ਬਾਅਦ ਫਿਰ ਆਪਣੀ ਰਾਜਨੀਤੀ ਸਾਰਿਆਂ ਨੂੰ ਯਾਦ ਆ ਗਈ। ਬਟ ਮੈਂ ਇੱਥੇ ਸਾਰਿਆਂ ਨੂੰ ਫਿਰ ਅਖੀਰਲਾ 1.5-2 ਮਿੰਟ ਹੀ ਦੇਣਾ ਚਾਹਾਂਗਾ ਤੇ ਇਹ ਪੁੱਛਣਾ ਚਾਹਾਂਗਾ ਕਿ ਅਸੀਂ ਜਿਵੇਂ ਹੁਣ ਇਕੱਠ ਕੀਤਾ, ਐਵੇਂ ਜਿਵੇਂ ਹੁਣ ਯੂਨਿਟੀ ਸ਼ੋਅ ਕੀਤੀ, ਆਪਾਂ ਕਿਉਂ ਨਹੀਂ ਕਰ ਪਾ ਰਹੇ ਤਾਂ ਜੋ ਕਿਸਾਨੀ ਅੰਦੋਲਨ ਜਿਹੜਾ 10 ਮਹੀਨੇ ਜਾਂ ਤਕਰੀਬਨ 1 ਸਾਲ ਹੋ ਚੁੱਕਿਆ, ਉਸਨੂੰ ਸਿਰੇ ਲਾਇਆ ਜਾਵੇ, ਉਸਨੂੰ ਜਿੱਤ ਪ੍ਰਾਪਤ ਕੀਤੀ ਜਾਵੇ। ਮੈਂ ਸਾਰਿਆਂ ਨੂੰ 2-2 ਮਿੰਟ ਦੇਵਾਂਗਾ। ਸਟਾਰਟਿੰਗ ਕਰਾਂਗਾ ਮੈਂ ਗਰੇਵਾਲ ਸਾਹਿਬ ਤੋਂ। ਗਰੇਵਾਲ ਸਾਹਿਬ, ਕੀ ਕਹਿੰਦੇ ਹੋ, ਕਿੱਥੇ ਕਮੀ ਰਹਿ ਰਹੀ ਹੈ ਸੋ ਦੈਟ ਅਸੀਂ ਦੁਬਾਰਾ ਫਿਰ ਜ਼ਰੂਰੀ ਨਹੀਂ ਹੋਵੇ ਕਿ ਇਹੋ ਜਿਹੀ ਘਟਨਾਵਾਂ ਦੁਬਾਰਾ ਵਾਪਰਨ, ਆਪਾਂ ਦੁਬਾਰਾ ਇਕੱਠੇ ਹੋਈਏ, ਆਪਾਂ ਨੈਚੁਰਲ ਵੀ ਨੋਰਮਲ ਵੀ ਆਪਾਂ ਇਕੱਠ ਸ਼ੋਅ ਕਰਕੇ ਪ੍ਰੈਸ਼ਰ ਪਾ ਕੇ ਸਰਕਾਰਾਂ ਤੋਂ, ਕੇਂਦਰ ਸਰਕਾਰ ਤੋਂ ਜਿਹੜਾ ਆਪਣਾ ਹੱਕ ਲੈ ਸਕਦੇ ਹਾਂ। ਕੀ ਕਹਿੰਦੇ ਹੋ ਗਰੇਵਾਲ ਸਾਹਿਬ? ਮੋਹਿਤ ਜੀ ਦੇਖੋ, ਪਹਿਲਾਂ ਕਿਸਾਨਾਂ ਦਾ ਹੁਕਮ ਸੀ ਕਿ ਇਹਨੂੰ ਪੋਲੀਟੀਸਾਈਜ਼ ਨਾ ਕੀਤਾ ਜਾਵੇ, ਪੋਲੀਟੀਕਲ ਪਾਰਟੀ ਨਾ ਆਵੇ। ਪਰ ਹੁਣ ਮੈਨੂੰ ਲੱਗਦਾ ਕਿ 1 ਸਾਲ ਕਿਸਾਨੀ ਅੰਦੋਲਨ ਤੋਂ ਬਾਅਦ ਕਿਸਾਨ ਵੀਰ ਵੀ ਸਮਝ ਚੁੱਕੇ ਹੈ
ਕਿ ਜਿਹੜੀਆਂ ਤਾਕਤਾਂ ਸਾਹਮਣੇ ਨੇ ਉਹਨਾਂ ਦੀ ਬੜੀ ਫੈਸਿਸਟ ਮਾਈਂਡਸੈਟ ਹੈ। ਉਹ ਡਿਸੈਂਟ ਬਿਲਕੁਲ ਵੀ ਐਕਸੈਪਟ ਨਹੀਂ ਕਰਦੇ। ਡਿਸੈਂਟ ਨੂੰ, ਉਹਨਾਂ ਨੂੰ ਕੱਟਣ ਲਈ, ਡਿਸੈਂਟ ਨੂੰ ਕ੍ਰਸ਼ ਕਰਨ ਲਈ ਪਹਿਲਾਂ ਉਹਨਾਂ ਨੇ ਖਾਲਿਸਤਾਨੀ ਟੈਗ ਲਾਉਣ ਦੀ ਕੋਸ਼ਿਸ਼ ਕੀਤੀ, ਨਕਸਲੀ ਟੈਗ ਲਾਉਣ ਦੀ ਕੋਸ਼ਿਸ਼ ਕੀਤੀ, ਸਭ ਕੁਝ ਕੀਤਾ। ਹੁਣ ਉਹ ਸ਼ਰੇਆਮ ਮਾਰਾਮਾਰੀ ਤੇ ਆ ਗਏ ਨੇ। ਤੇ ਡੈਮੋਕ੍ਰੇਸੀ ਦਾ ਜਿਹੜਾ ਐਸੈਂਸ ਹੁੰਦਾ ਉਹ ਪ੍ਰੋਟੈਸਟ ਹੁੰਦਾ। ਹੁਣ ਗੱਲ, ਮੈਂ ਸਾਰੇ ਵੀਰਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਹੁਣ ਲੋੜ ਇਹ ਹੈ ਕਿ ਸਾਰੀ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਮੁੱਦੇ ਨੂੰ ਇੱਕ ਹਿੱਸਾ ਬਣਾ ਕੇ ਕਿ ਜਿਹੜਾ ਫੈਸਿਸਟ ਸੈਂਟੀਮੈਂਟ ਜਿਹੜਾ ਦੇਸ਼ 'ਚ ਫੈਲ ਰਿਹਾ ਹੈ ਉਹਨੂੰ, ਉਹਦੇ ਖਿਲਾਫ ਲੜਨ ਲਈ ਲਾਮਬੰਦ ਹੋਣ। ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਤਾਂ ਕਿ ਜਿਹੜਾ ਇੱਕ ਬੜਾ ਡੇਂਜਰਸ ਟ੍ਰੈਂਡ ਸ਼ੁਰੂ ਹੋ ਗਿਆ ਕਿ ਡਿਸੈਂਟ ਨੂੰ ਅਸੀਂ ਕ੍ਰਸ਼ ਵੀ ਕਰਾਂਗੇ ਤੇ ਹੁਣ ਅਸੀਂ ਫਿਜ਼ੀਕਲੀ ਮਾਰਾਂਗੇ ਵੀ। ਇਹ ਮੰਦਭਾਗਾ ਜਿਹੜਾ ਆਪਣੀ ਇਹ ਘਟਨਾ ਹੋਈ ਹੈ, ਇਹ ਹਿਸਟਰੀ 'ਚ ਵਨ ਆਫ ਹੋ ਕੇ ਰਹਿ ਜਾਵੇ ਕਿ ਜੇ ਇਹ ਕਿਤੇ ਬਾਰ-ਬਾਰ ਹੋਣ ਲੱਗ ਗਿਆ ਤੇ ਇਹ ਨੁਕਸਾਨ ਦਊਗਾ। ਸੋ ਹੁਣ ਸਾਰੀਆਂ ਪਾਰਟੀਆਂ ਨੂੰ ਇਕੱਠਾ ਹੋ ਕੇ ਹੱਲਾ ਮਾਰਨ ਦੀ ਲੋੜ ਹੈ ਤੇ ਜਿੰਨੇ ਚੌਕੇ ਹੈਗੇ ਆ ਅਸੀਂ ਹਰ ਇੱਕ ਸਿਆਸੀ ਪਾਰਟੀ ਦੇ ਨਾਲ ਇਸ ਮੁੱਦੇ ਲਈ ਖੜੇ ਆ ਤੇ ਫਾਸਿਜ਼ਮ ਨੂੰ ਰੋਕਣ ਲਈ ਅਸੀਂ ਖੜੇ ਆ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਭੁੱਲਰ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਗਰੇਵਾਲ ਸਾਹਿਬ ਨੇ ਜਿਵੇਂ ਗੱਲ ਕੀਤੀ, ਉਹ ਮੈਂ ਪਹਿਲਾਂ ਸਟਾਰਟਿੰਗ 'ਚ ਵੀ ਗੱਲ ਕੀਤੀ ਕਿ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਭਾਵੇਂ ਉਹ ਰੀਜਨਲ ਪੋਲੀਟੀਕਲ ਪਾਰਟੀਆਂ ਆ, ਭਾਵੇਂ ਨੈਸ਼ਨਲ ਜਿਵੇਂ ਕਾਂਗਰਸ, ਆਮ ਆਦਮੀ ਪਾਰਟੀ ਹੈ, ਹੋਰ ਬੜੀਆਂ ਨੈਸ਼ਨਲ ਪੋਲੀਟੀਕਲ ਪਾਰਟੀਆਂ ਹੈ, ਰੀਜਨਲ, ਸਾਰਿਆਂ ਨੂੰ ਮਿਲ ਕੇ ਅੱਜ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਅਗਲੀ ਵਾਰ ਇਹ ਜਿਹੜੀ ਘਟਨਾ ਹੈ ਉਹਨੂੰ ਅਸੀਂ ਰੋਕ ਕਿਵੇਂ ਸਕਦੇ ਹਾਂ, ਉਹਨੂੰ ਅਸੀਂ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ। ਇਹਦਾ ਇੱਕੋ, ਜਿਹੜਾ ਯੂਪੀ ਦੇ ਵਿੱਚ ਇਲੈਕਸ਼ਨਸ ਆਉਣ ਵਾਲੀਆਂ ਅਸੈਂਬਲੀ ਦੀਆਂ, ਸਭ ਤੋਂ ਪਹਿਲਾਂ ਯੂਪੀ ਦੇ ਵਿੱਚੋਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਬੜੀ ਚਿੰਤਾ ਦਾ ਵਿਸ਼ਾ ਹੈ ਮੋਹਿਤ ਜੀ, ਮੈਂ ਸੌਰੀ ਥੋੜੀ ਜਿਹੀ ਗੱਲ ਲੰਬੀ ਹੋ ਜੇ ਤਾਂ, ਕਿ ਕੁਝ ਲੋਕ, ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਜੋ ਘਟਨਾ ਹੋਈ ਹੈ, ਲੋਕ ਕੁਛ, ਮੈਂ ਟਵਿੱਟਰ ਦੇ ਉੱਤੇ ਨਾ ਪਰਸੋਂ ਚੌਥੇ ਦੇਖ ਰਿਹਾ ਸੀ, ਜਿਹੜਾ ਟ੍ਰੈਂਡਿੰਗ ਸੈਕਸ਼ਨ ਹੈ ਉਹਦੇ ਵਿੱਚ ਲੋਕ ਪਤਾ ਨਹੀਂ ਤਾਂ ਉਹ ਬੀਜੇਪੀ ਦਾ ਆਈਟੀ ਵਿੰਗ ਜਾਂ ਕੁਛ ਹਾਇਰ ਕੀਤੇ ਹੋਏ, ਜਿਹੜਾ ਐਡਾ ਤੋੜ ਮਰੋੜ ਕੇ ਜਿਹੜਾ ਐਂਟੀ ਫਾਰਮਰ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ, ਉੱਥੇ ਹੈਸ਼ਟੈਗ ਚੱਲ ਰਿਹਾ ਸੀ ਯੋਗੀ ਜੀ ਲੱਠ ਬਜਾਓ, ਕਿ ਇਸ ਤਰ੍ਹਾਂ ਦੇ ਜਿਹੜੇ, ਇਸ ਤਰ੍ਹਾਂ ਦਾ ਜੋ ਹੋਇਆ, ਜੋ ਇਨਸੀਡੈਂਟ ਹੋਇਆ, ਇਹ ਅਗਲੀ ਵਾਰ ਫੇਰ ਕਰੋ, ਇਹ ਫੇਰ ਟਿਕਣਗੇ, ਇਹ ਖਾਲਿਸਤਾਨੀ ਹੈ, ਇਹ ਅੱਤਵਾਦੀ ਹੈ, ਨੈਕਸਲਾਈਟਸ ਹੈ। ਸੋ ਇਹ ਬੜਾ ਚਿੰਤਾ ਦਾ ਵਿਸ਼ਾ। ਤੇ ਦੂਜੀ ਗੱਲ, ਸਾਡੇ ਨੈਸ਼ਨਲ ਮੀਡੀਆ ਦੀ ਜੋ ਕਾਰਜਕਾਰੀ ਇਸ ਨੂੰ ਲੈ ਕੇ ਐਡੀ ਸ਼ੇਮਫੁਲ, ਮੈਂ ਐਪਰੀਸ਼ੀਏਟ ਕਰਦਾ ਜਿਹੜਾ ਸਾਡਾ ਪੰਜਾਬ ਦਾ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ, ਜਿਵੇਂ ਤੁਹਾਡਾ ਚੈਨਲ ਹੈ, ਬੜੇ NRIs ਵੱਲੋਂ ਵੇਖਿਆ ਜਾਂਦਾ। ਸੋ ਜਿਹੜੇ ਸਾਡੇ ਚੈਨਲਸ ਆ, ਬੜਾ ਬਖੂਬੀ ਜਿਹੜਾ ਰੋਲ ਦਿੱਲੀ ਦੇ ਵਿੱਚ ਵੀ ਨਿਭਾਇਆ, ਹੁਣ ਲਖੀਮਪੁਰ ਦੇ ਵਿੱਚ ਵੀ ਜਿਹੜੀ ਕਵਰੇਜ ਕਰ ਰਹੇ ਆ, ਇਸ ਮੁੱਦੇ ਤੇ ਗੱਲ ਕਰਦੇ ਆ, ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ। ਪਰ ਜੋ ਸਾਡੇ ਨੈਸ਼ਨਲ ਮੀਡੀਆ ਨੇ, ਜਿਹੜਾ ਲੈਪਟਾਪ ਮੋਦੀ ਮੀਡੀਆ ਸਾਡਾ, ਜਿਸ ਤਰ੍ਹਾਂ ਦਾ ਉਹਨਾਂ ਨੇ ਇਸ ਇਨਸੀਡੈਂਟ ਨੂੰ ਪ੍ਰੈਜ਼ੈਂਟ ਕੀਤਾ ਕਿ ਬੀਜੇਪੀ ਦੇ ਕਾਰਜਕਰਤਾ ਤੇ ਹਮਲਾ ਕਿਸਾਨਾਂ ਨੇ ਕਰਤਾ, ਖਾਲਿਸਤਾਨੀਆਂ ਨੇ ਹਮਲਾ ਕਰਤਾ, ਗੱਡੀ ਫੂਕਤੀ। ਸੋ ਜੇ ਇਹ ਗੱਲ ਸੋਚੀ ਜਾਵੇ, ਉਹ ਕਿਹੜੀ ਚੀਜ਼ ਦਾ ਆਊਟਕਮ ਹੈ, ਕਿਹੜੀ ਚੀਜ਼ ਦਾ ਰਿਜ਼ਲਟ ਹੈ? ਜੇ ਕਿਸਾਨ ਕੁਚਲੇ ਬੀਜੇਪੀ ਦੇ ਲੀਡਰ ਨੇ ਤੇ ਬੀਜੇਪੀ ਦੇ ਵਰਕਰਾਂ ਨੇ ਉੱਤੇ ਫਾਇਰ ਕੀਤਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਫੂਕੀ, ਫਿਰ ਬੀਜੇਪੀ ਦੇ ਕਾਰਜਕਰਤਾ ਦਾ ਨੁਕਸਾਨ ਕੀਤਾ। ਸੋ ਇਹ ਜਿਹੜਾ ਬੀਜੇਪੀ ਦਾ ਐਡਾ ਜਿਹੜਾ ਇਹ ਹੈਗਾ ਪ੍ਰੋਪੇਗੈਂਡਾ, ਆਈਟੀ ਵਿੰਗ ਆ ਜਿਹੜਾ ਇਹਨਾਂ ਦਾ, ਜਿਵੇਂ ਟਵਿੱਟਰ ਤੇ ਮੈਨੂੰ ਬੜਾ, ਇਟ ਵਾਸ ਸੋ ਡਿਸਹਰਟਨਿੰਗ ਜਦੋਂ ਮੈਂ ਦੇਖਿਆ ਯੋਗੀ ਜੀ ਲੱਠ ਬਜਾਓ, ਕਿ ਇਸ ਤਰ੍ਹਾਂ ਦਾ ਜਿਹੜਾ ਇਨਸੀਡੈਂਟਸ ਹੈ ਹੋਣੇ ਚਾਹੀਦੇ ਆ। ਡਾਂਗਾ ਲੈ ਕੇ ਤੁਸੀਂ ਕਹਿੰਦੇ ਯੋਗੀ ਜੀ ਯੂ ਅਪੀਲ ਕਰ ਰਹੇ ਆ ਉਹ ਲੋਕ ਕਿ ਤੁਸੀਂ ਉੱਥੇ ਖੜੋ, ਕਿਸਾਨਾਂ ਨੂੰ ਸਬਕ ਸਿਖਾਓ। ਇਸੇ ਤਰੀਕੇ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਹਰ ਇੱਕ ਨੂੰ ਕਿ ਹਰ ਜਨ ਜਿਹੜਾ ਹੈ ਉਹ ਨਾਲ ਚਲੇ, ਇੱਕ ਦੂਜੇ ਦਾ ਹੱਥ ਫੜੇ, ਇਹਨਾਂ ਚੀਜ਼ਾਂ, ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਰਲ ਕੇ ਖੜੇ ਹੋ ਸਕੀਏ। ਸੋ ਮੈਂ ਸ਼ੁਕਰੀਆ ਅਦਾ ਕਰਦਾ ਸਾਰੇ ਹੀ ਦੋਸਤਾਂ ਦਾ, ਸਾਰੇ ਹੀ ਨੁਮਾਇੰਦਿਆਂ ਦਾ ਜਿਹੜੇ ਅਲੱਗ-ਅਲੱਗ ਪਾਰਟੀ ਸਾਡੇ ਨਾਲ ਜੁੜੇ, ਇਸ ਅੱਜ ਦੀ ਵਿਚਾਰ ਚਰਚਾ ਦਾ ਹਿੱਸਾ ਬਣੇ। ਧੰਨਵਾਦ ਜੀ, ਸ਼ੁਕਰੀਆ ਸਾਰੇ ਦਾ।